ਉਹਨੂੰ ਰਾਈਟ ਡਾਇਰੈਕਸ਼ਨ ਲਿਜਾ ਸਕਦਾ ਹੈ। ਪਰ ਨੌਲੇਜ ਨਾ ਹੋਣ ਕਰਕੇ ਜਾਂ ਕਿਸੇ ਉਸ ਬੱਚੇ ਨੂੰ ਕੋਈ ਗਾਈਡੈਂਸ ਨਹੀਂ ਹੁੰਦੀ ਤੇ ਉਹ ਕਰੀਅਰ ਚੂਜ਼ ਨਹੀਂ ਕਰ ਪਾਉਂਦੇ ਆਪਣਾ, ਤੇ ਜਿਹੜੇ ਕਿ ਲੇਟੈਸਟ ਸਟੇਜ ਦੇ ਵਿਚਕਾਰ ਜਾ ਕੇ ਉਹਨਾਂ ਨੂੰ ਬੜੀ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਕਰਨਾ ਪੈਂਦਾ ਹੈ। ਅੱਜ ਸਾਡੇ ਕੋਲ ਜਿਹੜਾ ਹੈ ਵੀ ਗੁਰਮੀਤ ਕੌਰ ਜੀ ਹਾਜ਼ਰ ਨੇ, ਜਿਹੜਾ ਕਿ ਖਾਸ ਕਰ ਯੂਥ ਨਾਲ ਗੱਲ ਕਰਨਗੇ ਤੇ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਬੱਚਿਆਂ ਦੇ ਮਨ ਦੇ ਸਵਾਲ ਨੇ ਉਹਨਾਂ ਨੂੰ ਜਿਹੜਾ ਹੈ ਜਵਾਬ ਦੇਣਗੇ ਸਾਰਾ। ਤੇ ਮੈਂ ਗੁਰਮੀਤ ਕੌਰ ਜੀ ਦੀ ਜਿਹੜੀ ਹੈ ਇੰਟਰੋਡਕਸ਼ਨ ਕਰਾ ਦਾਂ। ਉਹ ਜਿਹੜਾ ਹੈ ਫਾਊਂਡਰ ਡਾਇਰੈਕਟਰ ਨੇ ਮੰਮੀ ਪਾਪਾ ਕੀ ਪਾਠਸ਼ਾਲਾ ਦੇ, ਤੇ ਨਾਲ ਦੀ ਨਾਲ ਜਿਹੜਾ ਹੈ ਉਹਨਾਂ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤੇ ਸ਼ੀ ਇਜ਼ ਗਲੋਬਲ ਕਰੀਅਰ ਕਾਉਂਸਲਰ ਯੂਨੀਵਰਸਿਟੀ ਤੋਂ, UCLA ਸਰਟੀਫਾਈਡ ਕਰੀਅਰ ਕਾਉਂਸਲਰ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ USA, ਤੇ ਫ੍ਰੀਲਾਂਸਰ ਕੰਮ ਕਰਦੇ ਨੇ ਐਜ਼ ਅ ਕੈਰੀਅਰ ਸਾਈਕੋਲੋਜਿਸਟ ਵੇਰੀਅਸ ਸਕੂਲਸ ਦੇ ਵਿਚਕਾਰ DPS ਵਰਗੇ ਸਕੂਲਸ ਕਰਦੇ ਨੇ। ਤੇ ਨਾਲ ਜਿਹੜੀ ਮੈਨੂੰ ਹੋਰ ਖੁਸ਼ੀ ਦੀ ਗੱਲ ਜਿਹੜੀ ਹੈ ਕਿ ਉਹ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸਰਕਲ ਦੇ ਹਰਿਆਣਾ ਸਟੇਟ ਦੇ ਸਕੱਤਰ ਵੀ ਨੇ ਜੀ। ਤੇ ਮੈਂ ਇੱਕ ਗੱਲ ਜਿਹੜਾ ਹੈ ਸੈਮੀਨਾਰ ਵੈਬੀਨਾਰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਗੱਲ ਵੀ ਕਰਨਾ ਚਾਹਾਂਗਾ ਵੀ ਗੁਰਮੀਤ ਕੌਰ ਜੀ ਨਾਲ ਕਿ ਥੋੜਾ ਜਿਹਾ ਆਪਣਾ ਐਕਸਪੀਰੀਅੰਸ, ਜਿੱਥੋਂ ਤੱਕ ਮੈਨੂੰ ਪਤਾ ਹੈ ਵੀ ਤੁਹਾਡਾ ਕਰੀਅਰ ਜਿਹੜਾ ਹੈ ਸਟੱਡੀ ਸਰਕਲ ਤੋਂ ਸ਼ੁਰੂ ਹੋਇਆ ਸੀਗਾ, ਥੋੜੀ ਜਿਹੀ 2 ਮਿੰਟ ਦੇ ਵਿਚਕਾਰ ਇੱਕ ਬਰੀਫ ਸਾਂਝ ਜਿਹੜੀ ਹੈ ਉਹ ਤੁਸੀਂ ਸਟੱਡੀ ਸਰਕਲ ਵਾਲੇ ਆਪਣੇ ਐਕਸਪੀਰੀਅੰਸ ਦੀ ਕਰੋ, ਫਿਰ ਜਿਹੜਾ ਹੈ ਆਪਾਂ ਆਪਣੇ ਟੌਪਿਕ ਵੱਲ ਚੱਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਅਗਰ ਅਸੀਂ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰੀਏ ਤੇ ਮੈਨੂੰ ਯਾਦ ਹੈ ਕਿ ਲੇਟ 1990s ਦੇ ਵਿੱਚ ਜਦ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਗਵਰਨਮੈਂਟ ਕਾਲਜ ਲੁਧਿਆਣਾ ਤੋਂ ਕੰਪਲੀਟ ਕਰ ਲਈ ਸੀ, ਔਰ ਉਸ ਤੋਂ ਬਾਅਦ I was looking for something that could be satisfying for me, so that I was not like trying myself ki I could serve some of the institutions, but I was looking for some of the ventures where I could do some sort of social service. ਤੇ ਉਸ ਟਾਈਮ ਤੇ ਮੈਨੂੰ ਯਾਦ ਹੈ ਕਿ ਸਟੱਡੀ ਸਰਕਲ ਨਾਲ ਜਦੋਂ ਰਾਬਤਾ ਬਣਿਆ ਤੇ ਸਟੱਡੀ ਸਰਕਲ ਦੇ ਵਿੱਚ ਜਾਣਾ ਆਣਾ ਸ਼ੁਰੂ ਹੋਇਆ ਤੇ ਉਹਨਾਂ ਦੀਆਂ ਮੀਟਿੰਗਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਫਿਰ ਮੈਂ ਜਦ ਆਪਣੀ ਸਰਵਿਸਿਜ਼ ਆਫਰ ਕੀਤੀਆਂ ਤੇ ਮੈਨੂੰ ਜਿਹੜਾ ਹੈ ਕੈਰੀਅਰ ਕਾਉਂਸਲਰ ਜਿਹੜਾ ਲੁਧਿਆਣਾ ਦੇ ਵਿੱਚ ਸਕੂਲ ਕਾਲਜਸ ਹੈ ਉਹਦੇ ਵਿੱਚ ਡਿਪਿਊਟ ਕੀਤਾ ਗਿਆ, ਜਿੰਦੇ ਵਿੱਚ ਬਹੁਤ ਇੱਕ ਮੈਂ ਕਹਿੰਦੀ ਹਾਂ ਕਿ ਅਗਰ ਮੇਰੀ ਜ਼ਿੰਦਗੀ ਦਾ ਇੱਕ ਗੋਲਡਨ ਟਾਈਮ ਹੈ ਤੇ ਉਹ 2 ਸਾਲ ਜਿਹੜੇ ਮੈਂ ਸਟੱਡੀ ਸਰਕਲ ਲੁਧਿਆਣਾ ਦੇ ਵਿੱਚ ਸਰਵ ਕੀਤਾ ਤੇ ਸਕੂਲ ਕਾਲਜਸ ਨਾਲ ਇੰਟਰੈਕਸ਼ਨ ਕੀਤਾ, ਸਟੱਡੀ ਸਰਕਲਸ ਦੇ ਪ੍ਰੋਗਰਾਮ ਲਾਂਚ ਕੀਤੇ, ਸਟੇਜਸ ਨੂੰ ਹੈਂਡਲ ਕਰਨਾ ਸਿੱਖਿਆ, ਬੋਲਣਾ ਮਤਲਬ ਕਿੱਦਾਂ, ਸੋਸ਼ਲ ਸਕਿੱਲਸ ਜਿਹੜੀਆਂ ਨੇ, ਕਮਿਊਨੀਕੇਸ਼ਨ ਸਕਿੱਲ ਸਿੱਖਿਆ, ਬਹੁਤ ਕੁਝ ਜਿਹੜਾ ਹੈ ਉਹ ਸਟੱਡੀ ਸਰਕਲ ਦੇ ਪਲੇਟਫਾਰਮ ਤੇ ਸਿੱਖਿਆ। ਤੇ ਰਾਦਰ ਮੈਂ ਇਹ ਗੱਲ ਬਹੁਤ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਅੱਜ ਜਿਸ ਵੀ ਪੋਜੀਸ਼ਨ ਤੇ ਮੈਂ ਹਾਂ ਉਹਦੇ ਵਿੱਚ ਸਟੱਡੀ ਸਰਕਲ ਦਾ ਬਹੁਤ ਵੱਡਾ ਰੋਲ ਹੈ। ਤੇ ਮੈਂ ਧੰਨਵਾਦ ਕਰਦੀ ਹਾਂ ਸਾਰੇ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਬਹੁਤ ਸਪੋਰਟ ਕੀਤਾ, ਤੇ ਅੱਜ ਵੀ ਜਿੰਨੇ ਵੀ ਪਾਰਟਿਸਿਪੈਂਟਸ ਇੱਥੇ ਜਿਨ੍ਹਾਂ ਨੇ ਟਰਸਟ ਕੀਤਾ, ਜਿਨ੍ਹਾਂ ਨੇ ਜਿਹੜੇ ਸਟੂਡੈਂਟ ਕਾਉਂਸਲ ਦੇ ਮੈਂਬਰ ਨੇ ਜਿਹੜੇ ਕਿ ਅੱਜ ਇੱਥੇ ਆਏ ਨੇ ਵੈਬੀਨਾਰ ਦੇ ਵਿੱਚ, ਮੈਂ ਇਹਨਾਂ ਸਾਰਿਆਂ ਦਾ ਵੀ ਤਹਿ ਦਿਲੋਂ ਜਿਹੜਾ ਹੈ ਸਵਾਗਤ ਕਰਦੀ। ਹਾਰਦਿਕ ਜੀ ਆਇਆਂ ਨੂੰ ਜੀ। ਧੰਨਵਾਦ ਜੀ। ਤੇ ਤੁਹਾਡੀ ਸ਼ੁਰੂਆਤ ਜਿਹੜੀ ਹੈ ਲਾਈਫ ਦੀ, ਤੁਸੀਂ ਆਪਣੇ ਕਰੀਅਰ ਦੀ ਗੁਰੂ ਗੋਬਿੰਦ ਸਿੰਘ ਸਰਕਲ ਤੋਂ ਸ਼ੁਰੂ ਕੀਤੀ ਤੇ ਅੱਜ ਤੁਸੀਂ ਜਿਹੜੀਆਂ ਬੜੀਆਂ ਬੁਲੰਦੀਆਂ ਜਿਹੜੀਆਂ ਨੇ ਉਹ ਛੂ ਰਹੇ ਹੋ। ਤੇ ਅੱਜ ਬੱਚੇ ਬੜੇ ਉਤਸੁਕਤਾ ਨਾਲ ਜਿਹੜਾ ਇੰਤਜ਼ਾਰ ਕਰ ਰਹੇ ਨੇ ਸਾਡੇ ਕੋਲ, ਤੇ ਅਬਾਊਟ 100 ਬੱਚੇ ਜਿਹੜਾ ਹੈ ਸਾਡੇ ਕੋਲ ਇਹਦੇ ਵਿਚਕਾਰ ਅੱਜ ਆ ਚੁੱਕੇ ਨੇ, ਹਾਜ਼ਰ ਨੇ। ਤੇ ਅੱਜ ਦਾ ਜਿਹੜਾ ਟੌਪਿਕ ਹੈ ਹਾਊ ਟੂ ਫਾਰਮੂਲੇਟ ਸਕਸੈਸਫੁਲ ਕਰੀਅਰ ਪਲਾਨ, ਕਿ ਬੱਚਾ ਆਪਣਾ ਕੈਰੀਅਰ ਪਲਾਨ ਕਿੱਦਾਂ ਬਣਾਏ, ਕਿਸ ਰਸਤੇ ਜਾਏ। ਤੇ ਮੈਂ ਇੱਕ ਜਿਹੜੀ ਗੱਲ ਕਰ ਲਵਾਂ, ਮੈਂ ਥੋੜਾ ਜਿਹਾ ਨਾ ਆਪਾਂ ਜਿਹੜਾ ਲੈਂਗੁਏਜ ਨੂੰ ਬਾਈ ਲੈਂਗੁਏਜ ਰੱਖੀਏ, ਇੰਗਲਿਸ਼ ਦੇ ਨਾਲ ਪੰਜਾਬੀ ਵੀ ਰੱਖੀਏ, ਕਿਉਂਕਿ ਜਿਹੜਾ ਸਾਡਾ ਬਹੁਤ ਸਾਰਾ ਸਟੂਡੈਂਟਸ ਹੈ ਪੰਜਾਬ ਤੋਂ ਹੈ, ਰੂਰਲ ਤੋਂ ਵੀ ਹੈ, ਤੇ ਜਾਣਦੇ ਬੇਸ਼ੱਕ ਸਾਰੇ ਇੰਗਲਿਸ਼ ਨੇ ਸਾਰੇ, ਪਰ ਥੋੜਾ ਜਿਹਾ ਆਪਾਂ ਨਾਲ ਪੰਜਾਬੀ ਵੀ ਰੱਖੀਏ ਤਾਂ ਕਿ ਗੱਲ ਜਿਹੜੀ ਆ ਉਹਨਾਂ ਦੇ ਅੰਦਰ ਤੱਕ ਜਿਹੜੀ ਆ ਉਹ ਸਮਝ ਪਾਣ। ਤੇ ਜਿਹੜਾ ਮੇਰਾ ਪਹਿਲਾ ਸਵਾਲ ਹੈ ਤੁਹਾਡੇ ਨਾਲ ਉਹ ਹੈ ਕਿ ਵਟ ਇਜ਼ ਕਰੀਅਰ ਕਾਉਂਸਲਿੰਗ, ਕੈਰੀਅਰ ਕਾਉਂਸਲਿੰਗ ਹੁੰਦਾ ਕੀ ਹੈ? ਕਰੀਅਰ ਕਾਉਂਸਲਿੰਗ ਆਪਣੇ ਆਪ ਵਿੱਚ ਬਹੁਤ ਵੱਡਾ ਇੱਕ ਐਸਪੈਕਟ ਹੈ, ਫੀਲਡ ਹੈ। ਬੇਸਿਕਲੀ ਅਗਰ ਮੈਂ ਬਹੁਤ ਥੋੜੇ ਵਰਡਸ ਵਿੱਚ ਇਹਨੂੰ ਡਿਫਾਈਨ ਕਰਾਂ
ਤੇ ਕੈਰੀਅਰ ਕਾਉਂਸਲਿੰਗ ਬੇਸਿਕਲੀ ਇੱਕ ਸਪੋਰਟ ਹੈ, ਇੱਕ ਹੈਲਪ ਹੈ ਇੱਕ ਸਟੂਡੈਂਟ ਵਾਸਤੇ, ਜਿਹੜੀ ਕਿ ਉਹਨੂੰ ਰਾਈਟ ਪ੍ਰੋਫੈਸ਼ਨਲ ਐਡਵਾਈਸ, ਅਸੀਂ ਇਹਨੂੰ ਕਹਿ ਸਕਦੇ ਹਾਂ ਦਿਸ ਇਜ਼ ਅ ਵਨ ਕਾਈਂਡ ਆਫ ਰਾਈਟ ਪ੍ਰੋਫੈਸ਼ਨਲ ਐਡਵਾਈਸ ਟੂ ਅ ਸਟੂਡੈਂਟ. Basically, what is there in the career counseling? It comprises of many things. एक जगह पे बच्चा जेड़ा है वो अपने लिए aspire करता है कि I could get into a career that is best suited to me. क्योंकि career मैंने लगता है इतना बड़ा term है साडी life दे विच कि साडी life दी satisfaction, ਸਾਡੀ ਲਾਈਫ ਦਾ ਫਾਈਨੈਂਸ਼ੀਅਲ ਐਸਪੈਕਟ, ਸਾਡੀ ਲਾਈਫ ਦੀ ਕੰਟੈਂਟਮੈਂਟ, ਸਾਰੀਆਂ ਚੀਜ਼ਾਂ ਸਾਡੇ ਕੈਰੀਅਰ ਤੋਂ ਨਿਕਲ ਕੇ ਆਉਂਦੀਆਂ. ਅਗਰ ਅਸੀਂ ਆਪਣੀ ਪੂਰੀ ਲਾਈਫ ਵਿੱਚ ਦੇਖੀਏ ਤੇ ਜਿਸ ਵੀ ਕੈਰੀਅਰ, ਜਿਸ ਵੀ ਕਿੱਤੇ 'ਚ ਅਸੀਂ ਹੁੰਦੇ ਹਾਂ, ਉੱਥੋਂ ਜਿਹੜੀ ਸੈਟਿਸਫੈਕਸ਼ਨ ਸਾਨੂੰ ਮਿਲ ਰਹੀ ਹੁੰਦੀ ਹੈ, ਉਹ ਕੰਮ ਕਰਨ 'ਚ ਜਿਹੜਾ ਮਜ਼ਾ ਆ ਰਿਹਾ ਹੁੰਦਾ ਹੈ, ਉਹ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਕਿ ਮੇਰੀ ਫੈਮਿਲੀ ਲਾਈਫ ਸੈਟਿਸਫਾਈਡ ਹੈ, ਮੈਂ ਆਪਣੀ ਫੈਮਿਲੀ ਲਾਈਫ ਵਿੱਚ, ਮੈਂ ਆਪਣੀ ਲਾਈਫ ਵਿੱਚ ਖੁਸ਼ ਹਾਂ ਜਾਂ ਨਹੀਂ. ਤੇ ਜਿਹੜੀ ਹੈਪੀਨੈਸ ਦੀ ਗੱਲ ਹੈ, ਦੈਟ ਇਜ਼ ਦਾ ਮਤਲਬ ਇੱਕ ਇਹ ਚੀਜ਼ ਹੈ ਜਿਹੜੀ ਹਰ ਇਨਸਾਨ ਆਪਣੀ ਲਾਈਫ ਦੇ ਵਿੱਚ ਜਿਹੜਾ ਉਹ ਹੈਪੀ ਰਹਿਣਾ ਚਾਹੁੰਦਾ ਹੈ. ਦੈਟ ਹੀ ਵਾਂਟਸ ਟੂ ਬੀ into that sector ਕਿ ਜਿੱਥੇ that he feels that he is thoroughly contented and satisfied. ਤੇ ਜਦੋਂ ਉਹ ਕੈਰੀਅਰ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਕੈਰੀਅਰ ਕਾਉਂਸਲਿੰਗ ਦੇ ਐਸਪੈਕਟ ਦੀ ਗੱਲ ਕਰਦੇ ਹਾਂ, ਕੈਰੀਅਰ ਕਾਉਂਸਲਿੰਗ ਮੀਨਸ ਕਿ we as a career counselors want that you should come out with the best that is within you. ਜਿਹੜਾ ਤੁਹਾਡੇ ਵਿੱਚ ਬੈਸਟ ਪਾਰਟ ਹੈ ਉਹਨੂੰ ਅਸੀਂ ਦਿਖਾ ਸਕੀਏ, ਉਭਾਰ ਸਕੀਏ, ਔਰ to put you into the right course, right college, and to make yourself a very satisfied human being. This is the part of career counseling ਕਿ ਜਿੱਥੇ ਅਸੀਂ ਬੱਚੇ ਨੂੰ we try to derive out ki what he is made for, what he is designed for, and that is the part of it ki ਅਸੀਂ ਉਹਦੇ ਚੋਂ ਉਹਦਾ best part ਕੱਢ ਕੇ ਉਹਨੂੰ ਇੱਕ ਐਸੇ ਰਸਤੇ ਤੇ ਜਿਹੜਾ ਦਿਖਾ ਸਕੀਏ ਕਿ this is the one stream that is made for you. This is basically the career counseling. ਬੜਾ ਅੱਛਾ ਜੀ. ਤੇ ਇੱਕ ਗੱਲ ਜਿਹੜੀ ਕਹਿੰਦੀ ਵੀ ਰਾਈਟ ਕੈਰੀਅਰ, ਹਾਊ ਯੂ ਫਾਈਂਡ ਦੈਟ ਵਾਟ ਇਜ਼ ਰਾਈਟ ਫॉर whom? ਓਕੇ, ਅਸੀਂ ਜੇ ਗੱਲ ਕਰੀਏ ਕਿ ਕਿੰਦੇ ਵਾਸਤੇ ਕੀ ਰਾਈਟ ਹੈ, ਦੇਖिए जो मैं इस गल ਨੂੰ ਸਮਝਿਆ ਇੰਨੇ ਸਾਲਾਂ ਦੇ ਵਿੱਚ, ਜੋ ਮੇਰਾ ਐਕਸਪੀਰੀਅੰਸ ਰਿਹਾ, ਮੈਂ ਇਸ ਗੱਲ ਨੂੰ ਬੜਾ ਜਦੋਂ ਡੀਪਲੀ ਦੇਖਿਆ ਕਿ ਰਾਈਟ ਜਿਹੜਾ ਹੈ, ਅਸੀਂ ਜਿਵੇਂ ਕਹਿੰਦੇ ਹਾਂ ਕਿ ਕੈਰੀਅਰ ਕਾਉਂਸਲਿੰਗ ਇਜ਼ ਰਾਈਟ ਪ੍ਰੋਫੈਸ਼ਨਲ ਐਡਵਾਈਸ. then what is right for me, what is right for the person sitting next to me? if I'll observe कि ਜਿਹੜੇ ਆਪਸ ਵਿੱਚ ਜਿਵੇਂ ਸੱਕੇ ਭੈਣ ਭਰਾ ਵੀ ਨੇ, ਉਹਨਾਂ ਦਾ ਵੀ ਅਗਰ ਅਸੀਂ ਇੱਕ ਪਰਸਨੈਲਿਟੀ ਦੇਖੀਏ ਜਾਂ ਉਹਨਾਂ ਦਾ ਵੀ ਇੰਟਰਸਟ ਦੇਖੀਏ, then these are all different. like ਇੱਕ ਬੱਚਾ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਇੱਕ ਬੱਚਾ ਜਿਹੜਾ ਹੈ ਉਹ ਪੜ੍ਹਾਈ ਦੇ ਵਿੱਚ ਬਹੁਤ ਅੱਛਾ ਹੈ, ਅਕੈਡਮਿਕਸ ਉਹਦੇ ਬਹੁਤ ਸਟਰੋਂਗ ਨੇ, he has strong ਜਿਵੇਂ ਉਹਨਾਂ ਦੀ ਜਿਹੜੀਆਂ just the sense to like administer the things that is related to ਜਦੋਂ ਦੀ academics ਦੀ ਗੱਲ ਆਉਂਦੀ ਹੈ, that he is a strong analytical strength, strong mathematical skills. but along with ਅਗਰ ਅਸੀਂ ਦੂਸਰਾ ਬੱਚਾ ਦੇਖੀਏ ਤੇ ਉਹ ਸ਼ਾਇਦ ਜਿਹੜਾ ਹੈ ਉਹ ਇਤਨਾ ਮਤਲਬ academically ਇਤਨਾ strong ਨਹੀਂ ਹੈ, but ਉਹਦਾ creative ਜਾਂ aesthetic part ਬਹੁਤ strong ਹੈ, then ਦੋਨਾਂ ਵਾਸਤੇ ਜਿਹੜੀ right ਦੀ definition ਹੈ ਉਹ ਇੱਥੇ change ਹੋ ਜਾਂਦੀ ਹੈ. right means ਕਿ what according to person is right, like ਉਹਦੇ ਵਾਸਤੇ ਦੀ ਬੈਸਟ ਕੀ ਹੈ. ਅਗਰ ਇੱਥੇ ਮੈਂ ਛੋਟੀ ਜਿਹੀ ਇੱਕ ਗੱਲ ਕਰਾਂ ਕਿ ਜਿਵੇਂ ਅਸੀਂ ਪਰਮਾਤਮਾ ਨੇ ਸਾਨੂੰ ਸਾਡੀ ਬਣਤਰ ਬਣਾਈ, ਬਟ ਉਹਨੇ ਵੀ ਸਾਨੂੰ ਕੁਝ ਐਸੇ ਯੂਨੀਕ ਜਿਹੜੇ ਬਾਇਓਲੋਜੀਕਲ ਜਿਹੜੇ ਸਾਨੂੰ ਫੀਚਰਸ ਦਿੱਤੇ, ਜਿਹੜੇ ਕਿ ਇਹ ਦਰਸਾਉਂਦੇ ਨੇ ਕਿ ਮੈਂ ਜਿਹੜਾ ਹੈ ਇੱਕ ਇਨਸਾਨ ਜਿਹੜਾ ਹੈ ਉਹ ਦੂਸਰੇ ਤੋਂ ਬਿਲਕੁਲ ਹਟ ਕੇ ਇੱਕ ਬਿਲਕੁਲ ਯੂਨੀਕ ਪਰਸਨੈਲਿਟੀ ਕੈਰੀ ਕਰਦਾ ਹੈ. ਇਹਦਾ ਜੇ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇਵਾਂ ਤੇ ਹਰ ਇਨਸਾਨ ਦੇ ਜਿਹੜੇ ਫਿੰਗਰਪ੍ਰਿੰਟਸ ਨੇ ਉਹ ਡਿਫਰੈਂਟ ਨੇ, ਉਹ ਕਿਸੇ ਨਾਲ ਮੈਚ ਨਹੀਂ ਕਰਦੇ. ਕਿਉਂ ਨਹੀਂ ਮੈਚ ਕਰਦੇ? ਕਿਉਂਕਿ ਉਹ ਆਪਣੇ ਆਪ ਵਿੱਚ ਇੱਕ ਯੂਨੀਕਨੈਸ ਲੈ ਕੇ ਆਇਆ ਹੈ, ਉਹ ਆਪਣੇ ਆਪ ਵਿੱਚ ਇੱਕ ਐਸੀ ਕੁਆਲਿਟੀ ਲੈ ਕੇ ਆਇਆ ਹੈ ਜਿਹੜੀ ਦੂਸਰੇ ਨਾਲ ਮੈਚ ਨਹੀਂ ਕਰਦੀ. ਅਗਰ ਇਹੋ ਚੀਜ਼ ਅਸੀਂ ਦੇਖਦੇ ਹਾਂ ਕਿ ਉਹਦੀ ਇੱਕ ਯੂਨੀਕਨੈਸ ਜਿਹੜੀ ਹੈ ਉਹ ਸਾਰਿਆਂ ਨਾਲੋਂ ਵੱਖ ਹੈ, ਸਾਰਿਆਂ ਨਾਲੋਂ ਡਿਫਰੈਂਟ ਹੈ, ਤੇ ਯਾਨੀ ਕਿ ਉਹ ਇੱਕ ਐਸੇ ਕੈਰੀਅਰ ਲਈ ਡਿਜ਼ਾਈਨਡ ਹੈ ਜਿਹੜਾ ਕਿ ਸ਼ਾਇਦ ਕਿਸੇ ਹੋਰ ਨੇ ਸ਼ਾਇਦ ਕਿਸੇ ਹੋਰ ਦਾ ਹੈ ਜਾਂ ਨਹੀਂ, ਬਟ ਅਗਰ ਉਹ ਆਪਣਾ ਕੈਰੀਅਰ ਪਾਥ ਤੇ ਮਤਲਬ ਅਗਰ ਆਪਣੇ ਕੈਰੀਅਰ ਪਾਥ ਨੂੰ ਥੋੜਾ ਜਿਹਾ ਜ਼ਿਆਦਾ ਐਕਸਪਲੋਰ ਕਰੇ, then he could find out the right direction for himself. ਤੇ ਸਾਡੇ ਵਾਸਤੇ ਰਾਈਟ ਇਹ ਹੁੰਦਾ ਹੈ ਕਿ
ਜਿਹੜਾ ਵੀ ਬੱਚਾ ਸਾਡੇ ਕੋਲ ਕੈਰੀਅਰ ਕਾਉਂਸਲਿੰਗ ਵਾਸਤੇ ਆਂਦਾ ਹੈ, ਅਸੀਂ ਉਹਦਾ ਜਿਹੜਾ ਨਿਚ ਹੈ, ਬੇਸਿਕਲੀ the skill that he carries within, the quality that a person carries within, that ਅਸੀਂ ਜਿਹੜਾ ਹੈ ਐਕਸਪਲੋਰ ਕਰਨਾ ਹੈ, ਔਰ ਉਹਦੇ ਵਾਸਤੇ ਅਸੀਂ ਉਹਨੂੰ ਗਾਈਡ ਕਰਨਾ ਹੈ ਕਿ ਬੇਟਾ this is the right path for you, this is the right skill for you, because you are designed as such, you are designed for this career. So right ਦੀ definition ਜਿਹੜੀ ਹੈ ਹਰ ਇਨਸਾਨ ਵਾਸਤੇ ਇੱਥੇ ਬਦਲ ਜਾਂਦੀ ਹੈ, ਕਿਉਂਕਿ ਹਰ ਇਨਸਾਨ ਦੇ ਵਿੱਚ ਆਪਣੇ ਹੀ ਯੂਨੀਕ ਫੀਚਰਸ ਨੇ, ਹਰ ਇਨਸਾਨ ਦੇ ਵਿੱਚ ਆਪਣੀ ਹੀ ਯੂਨੀਕ ਕੁਆਲਿਟੀ ਹੈ, ਜਿਹੜੀ ਕਿ ਇੱਕ ਕੈਰੀਅਰ ਕਾਉਂਸਲਰ ਦੇ ਜਦੋਂ ਉਹ ਲਾਈਟ ਦੇ ਵਿੱਚ ਆਉਂਦਾ, ਉਹਦੀ ਜਦੋਂ ਕੈਰੀਅਰ ਕਾਉਂਸਲਰ ਉਹਨੂੰ ਐਕਸਪਲੋਰ ਕਰਦਾ ਹੈ ਔਰ ਉਹਨੂੰ ਪਤਾ ਹੁੰਦਾ ਹੈ ਕਿ ਐਜ਼ ਅ ਕਿ ਇਹਦੇ ਵਿੱਚ ਕਿਹੜੀ ਸਕਿੱਲ ਜਿਹੜੀ ਇਹਦੀ ਕਿਹੜੀ ਕਲਾ ਜਿਹੜੀ ਇਹਦੇ ਵਿੱਚ ਛੁਪੀ ਹੋਈ ਹੈ, ਜਿਹੜੀ ਕੱਢ ਕੇ ਉਹਨੂੰ ਉਹਦਾ ਪ੍ਰੋਫੈਸ਼ਨ ਵਿੱਚ ਕਨਵਰਟ ਕਰਨਾ ਹੈ, ਐਂਡ ਦਿਸ comes with the definition of right. ਬਹੁਤ ਵਧੀਆ ਜੀ। ਜਿਹੜੀ ਆਪਾਂ ਇੱਕ ਕੁਐਸਚਨ ਜਿਹੜਾ ਸਵਾਲ ਉੱਠਦਾ ਹੈ ਕਿ ਹਰ ਬੱਚੇ ਦੇ ਮਨ ਦੇ ਵਿਚਕਾਰ ਜਿਹੜਾ ਉਹਦੇ ਦਿਮਾਗ ਦੇ ਵਿਚਕਾਰ ਨਾ ਕੁਝ ਕਾਮਨ ਕੁਐਸਚਨਸ ਚੱਲਦੇ ਹੁੰਦੇ ਨੇ, ਜਿਹੜੇ ਕਿ ਉਹ ਪੁੱਛਣਾ ਚਾਹੁੰਦਾ ਹੈ, ਉਹ ਜਿਹੜਾ ਹੈ ਉਹਦੇ ਮਨ ਸਵਾਲ ਹੁੰਦੇ ਨੇ, ਆਪਣੇ ਬਾਰੇ ਗੱਲ ਕਰਨਾ ਚਾਹੁੰਦਾ ਹੈ। ਉਹ ਕਿਹੜੇ ਸਵਾਲ ਨੇ ਜਿਹੜੇ ਕਿ ਆਮ ਬੱਚੇ ਹਰ ਬੱਚੇ ਦੇ ਮਨ ਚ ਆਉਂਦੇ ਨੇ, ਉਹਦੇ ਬਾਰੇ ਥੋੜੀ ਜਿਹੀ ਗੱਲ ਜਿਹੜੀ ਆਪ ਜੀ ਕਰੋ ਸਾਂਝੀ। ਵੈਲ ਜੋ ਅਸੀਂ ਦੇਖਦੇ ਹਾਂ, ਲਾਈਕ ਜਿਹੜੇ ਮੋਸਟ ਆਫ ਦਾ ਸਟੂਡੈਂਟਸ ਸਾਡੇ ਕੋਲ ਆਉਂਦੇ ਨੇ ਕੈਰੀਅਰ ਕਾਉਂਸਲਿੰਗ ਵਾਸਤੇ, ਅਗਰ ਮੈਂ ਉਹਨਾਂ ਨੂੰ ਕੁਝ ਕੈਟੇਗਰਾਈਜ਼ਡ ਕਰਾਂ ਕਿ ਉਹਨਾਂ ਦੇ ਜਿਹੜੇ ਕੁਐਸਚਨਸ ਨੇ, ਜਿਵੇਂ ਮੋਸਟ ਆਫ ਦਾ ਸਟੂਡੈਂਟ ਸਾਡੇ ਤੋਂ ਕੀ ਚਾਹੁੰਦੇ ਨੇ ਕਿ ਸਭ ਤੋਂ ਪਹਿਲੇ ਤੇ ਕੋਰਸ ਲਾਈਕ ਜਾਂ ਸਟਰੀਮ, ਕੋਰਸ ਇਨ ਦ ਸੈਂਸ ਕਿ ਹੁਣ ਜਿਵੇਂ 10th ਵਿੱਚ ਬੱਚਾ ਹੈ ਔਰ ਉਹਨੇ ਸਟਰੀਮ ਚੂਜ਼ ਕਰਨੀ ਹੈ, ਤੇ ਉਹਨੂੰ ਸਭ ਤੋਂ ਵੱਡੀ ਕਨਫਿਊਜ਼ਨ ਇਹ ਹੁੰਦੀ ਹੈ ਕਿ ਮੈਂ ਮੈਡੀਕਲ ਚੂਜ਼ ਕਰਾਂ, ਨਾਨ ਮੈਡੀਕਲ ਲਵਾਂ, ਕਮਰਸ ਵਿੱਚ ਜਾਵਾਂ, ਹਿਊਮੈਨਿਟੀਜ਼ ਜਾਵਾਂ, ਮੇਰੇ ਲਈ ਵਧੀਆ ਕੀ ਰਹੇਗਾ। ਤੇ ਅਗਰ ਉਹ ਸਟਰੀਮ ਵੀ ਚੂਜ਼ ਕਰ ਲੈਂਦਾ ਔਰ ਉਸ ਤੋਂ ਬਾਅਦ ਵੀ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਅਗਰ ਸਪੋਜ਼ ਉਹਨੇ ਨਾਨ ਮੈਡ ਲੈ ਵੀ ਲਈ ਤੇ ਉਸ ਤੋਂ ਬਾਅਦ ਉਹਨੇ ਇੰਜੀਨੀਅਰਿੰਗ ਸਿਲੈਕਟ ਕਰਨੀ ਹੈ, ਤੇ ਇੰਜੀਨੀਅਰਿੰਗ ਵਿੱਚ ਵੀ there are n number of options that are available, ਤੇ ਉਹਦੇ ਵਿੱਚੋਂ ਉਹਦੇ ਵਾਸਤੇ ਬੈਸਟ ਸੂਟਡ ਕਿਹੜਾ ਹੈ, this defines with the course. And if I talk about ਇਹ ਇੱਕ ਮੇਜਰ ਕੁਐਸਚਨ ਹੁੰਦਾ ਹੈ ਬੱਚਿਆਂ ਦਾ ਕਿ ਕੋਰਸ ਅਸੀਂ ਕਿਹੜਾ ਸਟਰੀਮ ਕਿਹੜੀ ਲਈਏ ਔਰ ਉਹਦੇ ਵਿੱਚੋਂ ਕੀ ਸਪੈਸ਼ਲਾਈਜੇਸ਼ਨ ਚੂਜ਼ ਕਰੀਏ, ਤਾਂ ਕਿ ਅਸੀਂ ਰਾਈਟ ਫਰਮ ਦ ਵੈਰੀ ਬਿਗਨਿੰਗ ਆਪਣੀ ਸਪੈਸ਼ਲਾਈਜ਼ਡ ਫੀਲਡ ਦੇ ਵਿੱਚ ਐਕਸਪਰਟਾਈਜ਼ ਕਰਦੇ ਰਹੀਏ। ਦੂਸਰੀ ਚੀਜ਼ ਜਿਹੜੀ ਆਉਂਦੀ ਹੈ, ਜਿਹੜੇ ਬੱਚੇ ਯੂਜੂਅਲੀ ਪੁੱਛਦੇ ਨੇ, ਉਹ ਹੈ ਕਾਲਜ, ਲਾਈਕ ਕਿ ਵਿਚ ਕਾਲਜ ਇਜ਼ ਲਾਈਕ ਮੋਸਟ suited that where I can like explore, where I can like magnify the qualities or the skills I want to have. ਤੇ ਕਾਲਜ ਜਿਹੜਾ ਹੈ obviously ਇੱਕ ਲਾਈਫ ਵਿੱਚ ਬੱਚੇ ਦੀ ਲਾਈਫ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ, ਕਿਉਂਕਿ ਉਹ ਕਾਲਜ ਦੇ ਵਿੱਚ ਜੋ ਉਹਨੂੰ ਸਿਖਾਇਆ ਜਾਂਦਾ ਹੈ, ਜਿਸ ਤਰ੍ਹਾਂ ਦਾ ਉਹਨੂੰ এনवायरमेंट ਮਿਲਦਾ ਹੈ, ਉਹ ਉਹਦੀ ਪੂਰੀ ਲਾਈਫ ਨੂੰ ਸ਼ੇਪ ਅਪ ਕਰ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜਾ ਕਿ ਇੱਕ ਫੀ ਇਸ ਬਹੁਤ ਵੱਡਾ ਫੈਕਟਰ ਹੁੰਦਾ ਹੈ ਕਿ ਬੱਚੇ ਦੀ ਜਿਹੜੀ ਪਾਕਟ ਹੈ ਜਾਂ ਪੈਰੈਂਟਸ ਦਾ ਜਿਹੜਾ ਪਾਕਟ ਜਿਹੜਾ ਅਮਾਉਂਟ ਹੈ ਉਹ ਕਿੰਨਾ ਉਹ ਜਿਹੜਾ ਹੈ ਉਹ ਅਲਾਉ ਕਰਦਾ ਹੈ, ਉਸ ਹਿਸਾਬ ਨਾਲ ਅਸੀਂ ਉਹਨਾਂ ਵਾਸਤੇ ਕੋਰਸ ਔਰ ਕਾਲਜ ਜਿਹੜੇ ਨੇ ਉਹ ਲੱਭ ਸਕਦੇ ਹਾਂ। ਫਿਰ ਉਹਦੇ ਜਦੋਂ ਸਾਡੇ ਕੋਲ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟਸ ਵਾਲੇ ਸਟੂਡੈਂਟਸ ਆਉਂਦੇ ਨੇ, they want ਕਿ ਮੈਮ ਅਸੀਂ ਜੌਬ ਸਟਾਰਟ ਕਰੀਏ ਔਰ ਵੀ ਕੁਡ ਸਟਾਰਟ ਵਿਦ ਆਰ ਓਨ ਬਿਜ਼ਨਸ, ਸੋ ਇਹ ਵੀ ਇੱਕ ਐਸਪੈਕਟ ਹੁੰਦਾ ਹੈ। ਐਂਡ ਮੋਸਟ ਆਫ ਦਾ ਸਟੂਡੈਂਟ ਦੇ ਵਾਂਟਸ ਟੂ ਹੈਵ ਸਕਸੈਸ ਇਨ देयर ਲਾਈਫ, ਮਤਲਬ ਆਪਣੇ ਫਿਊਚਰ ਨੂੰ ਲੈ ਕੇ they are mostly uncertain or they have the questions in their mind ਕਿ ਮੇਰਾ ਫਿਊਚਰ ਜਿਹੜਾ ਹੈ ਉਹ ਕਿਹੋ ਜਿਹਾ ਹੋਏਗਾ, will I be into success plan, ਔਰ ਮੇਰਾ ਜਿਹੜਾ ਜੋ ਵੀ ਚੀਜ਼ ਮੈਂ ਚੂਜ਼ ਕਰ ਰਿਹਾ, ਇਹ ਇੱਕ ਮੈਨੂੰ ਲਾਸਟ ਦੇ ਵਿੱਚ ਇੱਕ ਜਿਹੜੀ ਅਸੀਂ ਕਹਿੰਦੇ ਆ ਕਿ ਹਾਂ ਯੈਸ ਆਈ ਐਮ ਗੈਟਿੰਗ ਦ ਜੌਬ ਦੈਟ ਇਜ਼ देयर ਫॉर ਮੀ, ਜਾਂ ਜਿਵੇਂ ਅਸੀਂ ਇੱਕ ਮੋਨਿਟਰੀ ਐਸਪੈਕਟ ਜਿਹੜਾ ਫਾਈਨੈਂਸ਼ੀਅਲ ਐਸਪੈਕਟ ਹੈ ਇਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਹਰ ਇਨਸਾਨ ਦੀ ਇੱਕ ਇਹ ਬੇਸਿਕ ਜਿਹੜੀ ਨੀਡ ਹੁੰਦੀ ਹੈ ਕਿ ਆਈ ਵਾਂਟ ਟੂ ਬੀ ਰਿਚ ਐਂਡ ਫੇਮਸ। ਅਗਰ ਅਸੀਂ ਇਹਨੂੰ ਇੱਕ ਲਾਈਨ 'ਚ ਡਿਫਾਈਨ ਕਰੀਏ ਤੇ ਉਹ ਸਾਨੂੰ ਆਪਣੇ ਕਰੀਅਰ ਐਸਪੈਕਟਸ ਤੋਂ ਡਿਫਾਈਨ ਕਰਨੀ ਹੁੰਦੀ ਹੈ, ਤੇ ਜਿਹੜਾ ਫਿਊਚਰ ਦਾ ਜਿਹੜਾ ਕੁਐਸਚਨ ਹੈ ਉਹ ਬਹੁਤ ਵੱਡਾ ਜਿਹੜਾ ਬੱਚਿਆਂ ਦੇ ਦਿਮਾਗ ਵਿੱਚ ਹੁੰਦਾ ਹੈ। ਤੇ ਅਗਰ ਅਸੀਂ ਇਹਨੂੰ ਕੈਟਾਗਰਾਈਜ਼ ਕਰੀਏ ਤੇ ਇਹ 4-5 ਚੀਜ਼ਾਂ ਨੇ ਜਿਹੜੀ ਹਰ ਬੱਚੇ ਦੇ ਵਿੱਚ ਦਿਮਾਗ ਦੇ ਵਿੱਚ ਹੁੰਦੀਆਂ ਨੇ, ਤੇ ਮੈਨੂੰ ਲੱਗਦਾ ਜਿੰਨੇ ਅੱਜ ਐਸਪਾਇਰੈਂਟ ਸਾਡੇ ਕੋਲ ਬੈਠੇ ਨੇ ਇਹਨਾਂ ਦੇ ਦਿਮਾਗ ਵਿੱਚ ਵੀ ਕਿਤੇ ਨਾ ਕਿਤੇ ਇਹ ਕੁਐਸਚਨਸ ਨੇ, ਤਾਂ ਕਿ ਉਹ ਜਿੰਦਾ ਇਹ ਸੋਲੂਸ਼ਨ ਲੱਭ ਰਹੇ ਨੇ ਇਸ ਵੈਬਿਨਾਰ 'ਚ, ਔਰ ਇਹ ਚਾਹ ਰਹੇ ਨੇ ਕਿ ਅਸੀਂ ਇਹਨਾਂ ਚੀਜ਼ਾਂ ਦਾ ਜਿਹੜਾ ਆਨਸਰ ਕਰੀਏ। ਤੇ ਆਉਣ ਵਾਲੇ ਜਿਹੜਾ ਅਸੀਂ ਵੈਬਿਨਾਰ ਲਿਆ, ਜਿਹੜਾ ਮੈਂ ਇਹਦਾ ਟੌਪਿਕ ਇਸੇ ਕਰਕੇ ਇਹੋ ਚੁਣਿਆ ਕਿ ਹਾਊ ਟੂ ਫਾਰਮੂਲੇਟ ਅ ਸਕਸੈਸਫੁਲ ਕਰੀਅਰ ਪਲਾਨ, ਤਾਂ ਕਿ ਜਿਹੜੇ ਤੁਹਾਡੇ ਮਨ 'ਚ ਇੰਨਾ
ਜਿਨ੍ਹਾਂ ਦੇ ਰਿਲੇਟਡ ਕੁਐਸਚਨਸ ਨੇ ਉਹਨਾਂ ਦਾ ਤੁਹਾਨੂੰ ਇੱਕ ਇੱਕ ਕਰਕੇ ਸਾਰਿਆਂ ਦਾ ਮੈਂ ਇੱਥੇ ਆਨਸਰ ਕਰ ਪਾਵਾਂ ਤੇ ਤੁਹਾਨੂੰ ਜਿਵੇਂ ਕਿ ਮੈਂ ਪ੍ਰੋਮਿਸ ਕੀਤਾ ਕਿ ਇਹਦੇ ਵਿੱਚ ਨਾਲ ਕੁਝ ਰਿਸਰਚ ਟੂਲਸ ਵੀ ਨਾਲ ਦੇ ਕੇ ਜਾਵਾਂ ਤਾਂ ਕਿ ਤੁਸੀਂ ਵੀ ਜਦੋਂ ਆਪਣੇ ਕਾਲਜ ਨੂੰ ਲੈ ਕੇ ਆਪਣੇ ਕੋਰਸ ਨੂੰ ਲੈ ਕੇ ਕਨਫਿਊਜ਼ ਹੋਵੋ ਤੇ ਉਹ ਰਿਸਰਚ ਟੂਲਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰ ਪਾਓ, ਆਪਣੇ ਆਪ ਦੀ ਜਿਹੜੀ ਤੁਹਾਡੇ ਬੇਸਿਕ ਕੁਐਸਚਨਸ ਨੇ ਇਹਨਾਂ ਨੂੰ ਤੁਸੀਂ ਆਨਸਰ ਕਰ ਪਾਓ। ਤੇ ਇਹ ਜਿਹੜੇ ਬੇਸਿਕ ਕੁਐਸਚਨਸ ਜਿਹੜੇ ਨੇ ਉਹ ਬੱਚਿਆਂ ਦੇ ਦਿਮਾਗ ਵਿੱਚ ਹਮੇਸ਼ਾ ਰਹਿੰਦੇ ਨੇ। ਬਹੁਤ ਵਧੀਆ ਜੀ, ਕਿਉਂਕਿ ਹਰ ਬੱਚੇ ਦੇ ਮਨ ਦੇ ਵਿਚਕਾਰ ਸਵਾਲ ਆਉਂਦੇ ਨੇ ਕਿ ਬਈ ਕੈਰੀਅਰ ਕਾਉਂਸਲਿੰਗ ਬਾਰੇ। ਇੱਕ ਜਿਹੜੀ ਮੈਂ ਗੱਲ ਤੁਹਾਡੇ ਤੋਂ ਜਿਹੜੀ ਸਵਾਲ ਕਰਨਾ ਚਾਹੁੰਦਾ ਹਾਂ ਕਿ ਵਾਈ ਡੂ ਵੀ ਨੀਡ ਕੈਰੀਅਰ ਕਾਉਂਸਲਿੰਗ। ਜਦੋਂ ਅਸੀਂ ਬੱਚਿਆਂ ਨਾਲ ਗੱਲ ਕਰਦੇ ਹਾਂ ਉਹ ਬੱਚੇ ਆਪਣੇ ਆਪ ਵੀ, ਬਹੁਤ ਸਾਰੇ ਬੱਚੇ ਨੇ ਉਹ ਕਿ ਯਾਰ ਮੈਂ ਤਾਂ ਜੀ ਇੰਜੀਨੀਅਰਿੰਗ ਹੀ ਕਰਨੀ ਹੈ, ਮੈਂ ਤਾਂ ਜਿਹੜੀ ਹੈ ਮੈਂ ਮੈਡੀਕਲ 'ਚ ਹੀ ਜਾਣਾ ਹੈ, ਜਾਂ ਮੈਨੂੰ ਮੇਰੇ ਪਾਪਾ ਨੇ ਗਾਈਡ ਕਰਤਾ ਹੈ, ਜਾਂ ਮੈਨੂੰ ਮੇਰੇ ਟੀਚਰ ਨੇ ਗਾਈਡ ਕਰਤਾ ਹੈ। ਬੜੇ ਬੱਚਿਆਂ ਦੇ ਮਨ 'ਚ ਨਹੀਂ ਹੁੰਦਾ ਸਵਾਲ, ਪਰ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿਚਕਾਰ ਸਵਾਲ ਹੈਗੇ ਨੇ ਕਿ ਮੈਨੂੰ ਤਾਂ ਲੋੜ ਹੀ ਨਹੀਂ ਕੈਰੀਅਰ ਕਾਉਂਸਲਿੰਗ ਦੀ, ਮੈਂ ਕਲੀਅਰ ਹੈਗਾ, ਜਾਂ ਮੈਨੂੰ ਮੇਰੇ ਪਾਪਾ ਨੇ ਕਹਿਤਾ ਹੈ, ਮੇਰੇ ਟੀਚਰ ਨੇ ਕਹਿਤਾ ਹੈ, ਜਾਂ ਮੇਰੇ ਬਚਪਨ ਦਾ ਹੀ ਸੁਪਨਾ ਮੈਂ ਸ਼ੁਰੂ ਤੋਂ ਹੀ ਡਾਕਟਰ ਬਣਨਾ ਚਾਹੁੰਦਾ। ਇੱਥੇ ਜਿਹੜਾ ਐਕਸਪਰਟ ਕੈਰੀਅਰ ਕਾਉਂਸਲਰ ਹੈ ਜਾਂ ਕੈਰੀਅਰ ਸਾਈਕੋਲੋਜਿਸਟ ਹੈ, ਉਹਦੀ ਲੋੜ ਕਿਉਂ ਹੈ, ਹਰ ਬੱਚੇ ਨੂੰ ਕਿਉਂ ਲੋੜ ਹੈ, ਇਹਦੇ ਬਾਰੇ ਥੋੜਾ ਜਿਹਾ ਡਿਸਕ੍ਰਾਈਬ ਕਰੋ ਜੀ। एक मिनट, शायद मेरी स्क्रीन नजर आ रही है साਰਿਆਂ ਨੂੰ? नहीं, स्क्रीन शेयर करो जी, ये नहीं आई। अच्छा, I thought कि it is already there. ਤੇ ਆਪਾਂ ਜਿਹੜੀ ਹੈ ਹੁਣੇ ਇੱਕ ਪੀਪੀਟੀ ਦੇ ਰਾਹੀਂ ਜਿਹੜੀ ਹੈ ਸਾਰੀ ਗੱਲ ਜਿਹੜੀ ਉੱਤੇ ਕਰਾਂਗੇ। ਮੈਡਮ ਗੁਰਮੀਤ ਕੌਰ ਦੀ ਸਕਰੀਨ ਤੁਹਾਨੂੰ ਜਿਹੜੀ ਹੈ ਇਹ ਸ਼ੇਅਰ ਹੋਏਗੀ ਤੇ ਜਿੱਥੇ ਆਪਾਂ ਕੈਰੀਅਰ ਕਾਉਂਸਲਿੰਗ ਦੀ ਗੱਲ ਜਿਹੜੀ ਹੈ Is it visible? Visible? Okay. हाँ जी मैम। Hanji, like as you were seeking कि I could answer the question that what's the need of career counseling and what an expert career counselor could do if a person is already decided upon the career as guided by the parent or as guided by the teacher. So in that case, if the student is already colored and knows what he wants to do, and he is like he is destined about that, what he has felt that it is almost that stream is there for him or that career is there for him. In that case, what has happened, like jida already glass filled hunda hai unde ch hor pani nahi paya ja sakta, but what we can do to make that very sure that कि जो बच्चा कह रहा है, no doubt कि शायद जो कह रहे हैं उन्हें सुनिया और अपने आप जिदा बच्चे करते ने कि साडे पेरेंट्स का डिजायर है कि मैं चार्टर्ड अकाउंटेंसी करा ते वो चार्टर्ड अकाउंटेंसी वाल चल पैंदे ने पूरा करना है। बट एक करियर काउंसलर एज अ पेरेंट ही ਹੁੰਦਾ ਹੈ, ਪਰ ਉਹਨੇ ਇਹ ਦੇਖਣਾ ਹੁੰਦਾ ਹੈ ਕਿ ਜਿਹੜਾ ਬੱਚਾ ਉਹਦੇ ਕੋਲ ਆਇਆ ਹੈ ਜਾਂ ਜਿਹੜੇ ਬੱਚੇ ਨੂੰ ਅਪਰੋਚ ਕੀਤਾ ਜਾ ਰਿਹਾ ਹੈ ਉਹ ਉਹਦੇ ਵਿੱਚ ਰਾਈਟ ਐਪਟੀਟਿਊਡ ਟੂ ਡੂ ਦਾ ਥਿੰਗ ਹੈ ਜਾਂ ਨਹੀਂ। ਮਤਲਬ ਤਿੰਨ ਚੀਜ਼ਾਂ ਹੁੰਦੀਆਂ ਜਦ ਅਸੀਂ ਕਰੀਅਰ ਜਿਹੜੇ ਬੱਚੇ ਨੂੰ ਕਾਉਂਸਲ ਕਰਦੇ ਹਾਂ। ਪਹਿਲੀ ਚੀਜ਼ ਹੁੰਦਾ ਇੰਟਰਸਟ, ਉਹ ਆਲਰੇਡੀ ਡਿਫਾਈਨ ਕਰਕੇ ਆਇਆ। ਦੂਜੀ ਚੀਜ਼ ਹੈ ਕਿ ਉਹਦਾ ਐਪਟੀਟਿਊਡ। Aptitude also plays a very vital role in defining whether you will be success story in that stream or not. Third thing is the personality. अगर सानू ए तीन चीज़ां दा एक perfect combo मिल जाता है बच्चे ते we just say कि okay बेटा this is the career that you have decided upon and this is the right thing for you. बट सपोज सानू उनदे विच उस बच्चे दे विच एप्टीट्यूड सपोज नहीं मिलता या उनका इंटरेस्ट ते है बट उनकी पर्सनैलिटी उस चीज नाल मैच नहीं करती, क्योंकि बीइंग अ सीए you are into a corporate world and if it defines that it requires a rigorous working of almost 12 to 14 hours that is required almost every day of your life if you have to compete to that in that corporate world.
ਤੇ ਅਗਰ ਉਹਦੇ ਚ ਉਹਦੀ ਪਰਸਨੈਲਿਟੀ ਵੀ ਐਸੀ ਹੈ ਕਿ ਹੀ ਇਜ਼ ਡਿਜ਼ਾਈਨਡ ਫॉर ਰਿਗਰਸ ਵਰਕਿੰਗ, ਹੀ ਇਜ਼ ਡਿਜ਼ਾਈਨਡ ਟੂ ਟੋਇਲ ਹਾਰਡ, then we can say yes beta, yes this is a career that is designed for you. Otherwise there are so many options that are there that a career counselor advises, that besides being going with the professional course that is there in the commerce stream, there are so many other courses that may suits you, that certifications in, like if you talk about financial accounting, in management accounting, in taxation, in banking, insurance, there are lot many options that are there if you want to continue with the field that is attached with the finance. It is not necessary that only CA will give you that impulse that you are searching for. So ਇੱਥੇ ਜਿਹੜਾ career counselor ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ at least ਅਗਰ ਤੁਸੀਂ ਆਪਣਾ career decide ਕਰ ਵੀ ਲਿਆ ਹੈ, then also you could cross check it, because once you enter into this field, then 4 years are there that you will be employing upon. और अगर ਅਸੀਂ graduation या post graduation general degree ਦੀ ਵੀ ਗੱਲ ਕਰੀਏ, you have entered into commerce या BCom honors, BCom general, and 5 years you have employed, and after that, after doing post graduate, you are still searching that what to do. That means कि किथे ना किथे कोई ना कोई प्रॉब्लम ਜਿਹੜੀ ਆ ਉਹ ਸਟਾਰਟ ਵਿੱਚ ਰਹਿ ਗਈ, ਜਾਂ ਇਹ ਚੀਜ਼ ਤੁਹਾਡੇ ਵਾਸਤੇ ਡਿਜ਼ਾਈਨ ਨਹੀਂ ਸੀ, ਜਾਂ ਤੁਸੀਂ ਇਹਦੇ ਵਾਸਤੇ ਡਿਜ਼ਾਈਨ ਨਹੀਂ ਸੀ। ਤੇ ਇਹ ਬਹੁਤ ਇੰਪੋਰਟੈਂਟ ਜਿਹੜਾ ਰੋਲ ਪਲੇ ਕਰ ਜਾਂਦਾ ਹੈ ਕਿ 5 ਸਾਲ ਬਾਅਦ ਰਿਅਲਾਈਜ਼ ਕਰ ਪਾਣਾ ਕਿ ਅਸੀਂ ਜੋ ਕੀਤਾ ਉਹ ਠੀਕ ਹੈ, ਜਾਂ 5 ਸਾਲ ਤੋਂ ਪਹਿਲੇ ਹੀ ਉਹਨੂੰ ਡਬਲ ਐਨਾਲਾਈਜ਼ ਕਰ ਲੈਣਾ, ਇੱਕ ਵਾਰੀ ਐਨਾਲਾਈਜ਼ ਕਰਕੇ ਉਹਨੂੰ ਚੈੱਕ ਕਰ ਲੈਣਾ ਕਿ whether this field is there for me or not, ਇਹਦੇ ਵਿੱਚ there is a C gap। और अगर आई एडवाइज ऑल द स्टूडेंट्स की जो भी तुसी अपने लिए डिसाइड किया, नो डाउट बहुत अच्छा डिसाइड किया होएगा, बट स्टिल आई एडवाइज यू कि जस्ट हैव अ क्रॉस चेक, क्योंकि वंस यू एंटर ते 5 इयर्स जेडे तुसी कंट्रीब्यूट करोगे, दे विल नेवर कम बैक इन योर लाइफ, दे विल नेवर कम बैक। ते टाइम बहुत प्रेशियस है, एनर्जी बहुत प्रेशियस है, मनी बहुत प्रेशियस है जेड़ा तुसी जेड़े इंप्लॉय करोगे, और उनदे नाल जो तुसी आउटपुट कटोगे, अगर वो मतलब ਤੁਹਾਨੂੰ ਮੈਚ ਨਹੀਂ ਕਰਦੀ ਜਾਂ ਤੁਹਾਨੂੰ ਡਿਜ਼ਾਇਰ ਰਿਜ਼ਲਟਸ ਨਹੀਂ ਦਿੰਦੀ, then my question to you is ਕਿ ਤੁਸੀਂ ਉਸ ਤੋਂ ਬਾਅਦ ਕੀ ਕਰੋਗੇ। ਮਤਲਬ that would be a certain ਕਿ ਅਗਰ ਅਸੀਂ ਐਸੀ ਟ੍ਰੇਨ ਤੇ ਸਵਾਰ ਹੋ ਗਏ ਤੇ ਜਿੱਥੇ ਜਿਹੜੀ ਕਿ ਸਾਨੂੰ 5 ਸਾਲ ਬਾਅਦ ਇੱਕ ਐਸੀ ਡੈਸਟੀਨੇਸ਼ਨ ਤੇ ਛੱਡ ਦੇ, ਔਰ ਜਿੱਥੇ ਅੱਗੇ ਲਿਖਿਆ ਹੋਇਆ ਡੈਡ ਐਂਡ, then what you will do? This is the question that we needs to ponder upon today, that we need to think upon today, ki today is the right day. If I am deciding upon a career, let me decide, let me evaluate, let me explore myself, let me see that what are the various options and which one is the best for me. So sir, this is the one advice, that there is a dire need for career counseling nowadays। अगर मैं कहूँ कि सब तो ज्यादा जरूरत ਜਿਹੜੀ ਹੈ काउंसलिंग ਦੀ ਅੱਜ ਹੈ, क्योंकि नंबर ऑफ फील्ड्स ਜਿਹੜੀਆਂ ਨੇ, अगर ਅਸੀਂ ऑप्शंस ਦੀ ਗੱਲ करिए, they are getting multiplied every day, they are getting multiplied, but ਕਿੰਦੇ ਵਾਸਤੇ ਕੀ ਹੈ, what is the right for me, as ਅਸੀਂ already discuss ਕੀਤਾ, word right ਜਿਹੜਾ ਉਹ ਬਹੁਤ important ਹੈ ਕਰੀਅਰ ਕਾਉਂਸਲਿੰਗ ਦੇ ਵਿੱਚ। ਤੇ ਜਿਹੜੇ ਅਸੀਂ ਜਦੋਂ ਇਸ ਚੀਜ਼ ਨੂੰ ਡਿਸਾਈਡ ਕਰ ਪਾਈਏ ਕਿ ਮੇਰੇ ਵਾਸਤੇ ਰਾਈਟ ਕੀ ਹੈ, that is the keen thing that I think that every student who is listening here should think upon ki what is the right thing for me। ਬਹੁਤ ਵਧੀਆ ਜੀ ਮੈਮ। ਜਿਹੜਾ ਹੈ ਇੱਕ ਐਕਸਪਰਟ ਐਡਵਾਈਸ ਜਿਹੜੀ ਹੈ ਉਹ ਜਿਹੜੀ ਹੈ ਲੋੜ ਹੈ ਐਕਸਪਰਟ ਐਡਵਾਈਸ ਦੀ, ਇਹਦੇ ਬਿਨਾ ਜਿਹੜੀ ਹੈ ਗੱਲ ਨਹੀਂ ਬਣਦੀ। ਜਿੱਦਾਂ ਆਪਾਂ ਕੋਈ ਬਿਮਾਰ ਹੁੰਦੇ ਆ, ਡਾਕਟਰ ਸਾਹਿਬ ਤੋਂ ਦਵਾਈ ਲੈਣ ਜਾਂਦੇ ਆ ਤੇ ਡਾਕਟਰ ਸਾਹਿਬ ਦਵਾਈ ਦਿੰਦੇ ਵੀ ਨੇ, ਜੇ 2-4 ਦਿਨ ਬੁਖਾਰ ਵਧਿਆ ਹੋਵੇ ਤੇ ਉਹ ਜ਼ਰੂਰ ਕਹਿੰਦੇ ਨੇ ਵੀ ਟੈਸਟ ਕਰਾਣਾ ਹੈ, ਵੀ ਮਲੇਰੀਆ ਦਾ ਟੈਸਟ ਕਰਾਣਾ ਹੈ, ਟਾਈਫਾਇਡ ਦਾ ਕਰਾਣਾ ਹੈ, ਕੋਈ ਹੋਰ ਟੈਸਟ ਕਰਾਣਾ ਹੈ। ਉਹ ਟੈਸਟ ਜ਼ਰੂਰ ਪ੍ਰੈਫਰ ਕਰਦੇ ਨੇ ਮਰੀਜ਼ ਨੂੰ ਕਿ ਬਈ ਇੱਕ ਵਾਰੀ ਉਹਦੀ ਜਿਹੜੀ ਹੈ ਜੜ ਤੱਕ ਪਹੁੰਚਿਆ ਜਾਏ ਬਿਮਾਰੀ ਦੀ, ਕਿ ਬਿਮਾਰੀ ਹੈ ਕੀ ਹੈ, ਬੁਖਾਰ ਉਹਨੂੰ ਕਿਹੜਾ ਹੈ, ਵਾਇਰਲ ਬੁਖਾਰ ਹੈ, ਕੋਈ ਡੇਂਗੂ ਹੋਇਆ ਉਹਨੂੰ, ਮਲੇਰੀਆ ਹੋਇਆ, ਚਿਕਨਗੁਨੀਆ ਹੋਇਆ ਜਾਂ ਟਾਈਫਾਇਡ ਹੈ। ਉਹ ਜਦ ਤੱਕ ਟੈਸਟ ਨਹੀਂ ਹੁੰਦਾ ਉਹ ਡਾਕਟਰ ਜਿਹੜੇ ਨੇ ਕਨਫਰਮ ਨਹੀਂ ਕਰਦੇ ਤੇ ਉਹਨੂੰ ਪ੍ਰਿਸਕ੍ਰਿਪਸ਼ਨ ਨਹੀਂ ਦੇ ਸਕਦੇ, ਉਹ ਦਵਾਈ ਨਹੀਂ ਦੇ ਸਕਦੇ ਪ੍ਰੋਪਰਲੀ। ਜੇ ਮਲੇਰੀਆ ਵਾਲੇ ਨੂੰ ਟਾਈਫਾਇਡ ਦੀ ਦਵਾਈ ਦੇਈ ਜਾਈਏ ਤੇ ਉਹਨੂੰ ਜਿਹੜੀ ਹੈ ਇਹ ਵੀ ਪ੍ਰੋਬਲਮ ਹੈ, ਤੇ ਜੇ ਬੰਦੇ ਨੂੰ ਟਾਈਫਾਇਡ ਹੋਇਆ ਹੋਵੇ ਉਹਨੂੰ ਖਾਲੀ ਆਪਾਂ ਮਲੇਰੀਆ ਦੀ ਦਵਾਈ ਦਿੰਦੇ ਰਹੀਏ ਤਾਂ ਵੀ ਜਿਹੜਾ ਹੈ ਉਹਦੀ ਗੱਲ ਨਹੀਂ ਬਣਨੀ, ਉਹਦੀ ਸਿਹਤ ਜਿਹੜੀ ਹੈ ਉਹ ਠੀਕ ਨਹੀਂ ਹੋਣੀ। ਤੇ ਇਸ ਕਰਕੇ ਜਿਹੜਾ ਹੈ ਅਸੀਂ ਜੇ ਡਿਸਾਈਡ ਕਰ ਵੀ ਲਿਆ ਹੈ ਫਿਰ ਵੀ ਸਾਨੂੰ ਇੱਕ ਜਿਹੜੀ ਹੈ ਐਕਸਪਰਟ ਐਡਵਾਈਸ ਜਿਹੜੀ ਹੈ ਉਹ ਲੈ ਲੈਣੀ ਚਾਹੀਦੀ ਹੈ। ਐਕਸਪਰਟ ਐਡਵਾਈਸ ਦੇ ਨਾਲ ਜਿਹੜਾ ਹੈ
ਸਾਨੂੰ ਜਿਹੜੀ ਲਾਈਫ ਜਿਹੜੀ ਅੱਗੇ ਆਉਣ ਵਾਲੀ ਜਿਹੜੀ ਸਾਡੀ ਜ਼ਿੰਦਗੀ ਬੱਚੀ ਹੈ, ਜਦੋਂ ਆਪਾਂ ਗੱਲ ਕਰ ਰਹੇ ਹਾਂ 10th 12th ਦੇ ਬੱਚੇ ਦੀ ਗੱਲ ਕਰ ਰਹੇ ਹਾਂ, ਐਕਸਪਰਟ ਐਡਵਾਈਸ ਚਾਹੀਦੀ ਹੈ। 10 12 ਦੇ ਬੱਚੇ ਦੀ ਉਮਰ ਕੀ ਹੈ? 16 ਤੋਂ 18 ਸਾਲ। ਜੇ ਅਸੀਂ ਐਵਰੇਜ ਏਜ 70 80 ਸਾਲ ਦੇ ਵੀ ਲੈਂਦੇ ਹਾਂ, ਇਟ ਮੀਨਸ ਅਗਲੇ 50 ਸਾਲਾਂ ਲਈ ਜਿਹੜੀ ਐਡਵਾਈਸ ਅੱਜ ਉਹਨੇ ਲੈਣੀ ਹੈ, ਉਸ ਐਡਵਾਈਸ ਦੇ ਬੇਸ ਤੇ ਡਿਸੀਜਨ ਲੈਣਾ ਉਹਨਾਂ ਨੇ, ਪੂਰੀ ਲਾਈਫ ਜਿਹੜੀ ਹੈ ਉਹਦੀ ਅੱਗੇ ਉਸ ਡਿਸੀਜਨ ਦੇ ਉੱਤੇ ਚੱਲਣੀ ਹੈ। ਤੇ ਜੇ ਆਪਾਂ ਇਸ ਟਾਈਮ ਤੇ ਜਦੋਂ ਇੱਕ ਜਿਹੜੀ ਐਕਸਪਰਟ ਐਡਵਾਈਸ ਬੜੀ ਜ਼ਰੂਰੀ ਹੈ ਉਹ ਨਾ ਲਈਏ ਤੇ ਬਾਅਦ ਚੋਂ ਜਾ ਕੇ ਸਾਨੂੰ ਲਾਈਫ 'ਚ ਰਿਗਰੈਟ ਹੋਏ, ਆਪਾਂ ਜਦੋਂ ਵੀ 25 30 ਸਾਲ 'ਚ ਪਹੁੰਚ ਜਾਈਏ ਕਿ ਨਹੀਂ ਹੈ ਤਾਂ ਮੈਂ ਗਲਤ ਕੈਰੀਅਰ ਚੂਜ਼ ਕਰ ਲਿਆ, ਮੇਰੇ ਲਈ ਤਾਂ ਇਹ ਬੈਟਰ ਸੀ, ਜਿਹੜਾ ਮੈਨੂੰ ਹੁਣ ਮਹਿਸੂਸ ਹੋ ਰਿਹਾ ਕਿ ਮੇਰੇ ਲਈ ਇਹ ਬੈਸਟ ਕੈਰੀਅਰ ਸੀਗਾ। ਤੇ ਫਿਰ ਜਿਹੜਾ ਹੈ ਇੱਕ ਬੈਕ ਗੇਅਰ ਲਾਣਾ ਜਿਹੜਾ ਲਾਈਫ ਦੇ ਵਿਚਕਾਰ, ਇਹ ਬੜਾ ਟਫ ਹੈ ਕਿ ਵੀ ਮੈਂ ਹੁਣ ਕਿੱਦਾਂ ਦੁਬਾਰਾ ਤੋਂ ਸਟੱਡੀ ਜਾਵਾਂ, ਕਿੱਦਾਂ ਮੈਂ ਜੌਬ ਐਕਸਪੀਰੀਅੰਸ ਜਿਹੜਾ ਮੇਰਾ ਇੰਨਾ ਸਾਲ ਜਿਹੜਾ ਵੇਸਟ ਹੋ ਗਿਆ। ਤੇ ਇੱਕ ਜਿਹੜੀ ਮੈਡਮ ਦਾ ਕਹਿਣਾ ਸੀਗਾ ਕਿ ਐਕਸਪਰਟ ਐਡਵਾਈਸ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਮਨ ਫਾਈਨਲ ਵੀ ਕਰ ਲਿਆ ਆਪਣਾ ਕਿ ਵੀ ਮੈਂ ਇਹ ਚੀਜ਼ ਕਰਨੀ ਹੈ, ਫਿਰ ਵੀ ਤੁਹਾਨੂੰ ਜਿਹੜਾ ਹੈ ਉਹ ਆਪਣੀ ਕੈਰੀਅਰ ਕਾਉਂਸਲਿੰਗ ਜਿਹੜੀ ਕਿਸੇ ਕੈਰੀਅਰ ਸਾਈਕੋਲੋਜਿਸਟ ਤੋਂ ਇੱਕ ਤੁਹਾਨੂੰ ਮੀਟ ਜਿਹੜੀ ਹੈ ਜ਼ਰੂਰ ਕਰ ਲੈਣੀ ਚਾਹੀਦੀ ਹੈ, ਇੱਕ ਐਕਸਪਰਟ ਐਡਵਾਈਸ ਜਿਹੜੀ ਹੈ ਜ਼ਰੂਰ ਕਰ ਲੈਣੀ ਚਾਹੀਦੀ ਹੈ। ਤੇ ਮੈਂ ਗੱਲ ਕਰਾਂਗਾ ਹੁਣ ਅਸੀਂ ਕਹਿ ਰਹੇ ਹਾਂ ਕਿ ਬੱਚੇ ਜਿਹੜੇ ਨੇ ਜਿਹਨੇ ਅਸੀਂ ਡਿਸਾਈਡ ਵੀ ਕਰ ਲਿਆ ਤੇ ਉਹ ਵੀ ਜਿਹੜਾ ਹੈ ਇੱਕ ਕਾਉਂਸਲਰ ਕੋਲ ਜਾਂ ਸਾਈਕੋਲੋਜਿਸਟ ਕੋਲ ਜਾ ਕੇ ਜਿਹੜਾ ਹੈ ਐਕਸਪਰਟ ਐਡਵਾਈਸ ਲਵੇ ਆਪਣੇ ਕੈਰੀਅਰ ਦੇ ਬਾਅਦ। ਤੇ ਤੁਸੀਂ ਬੱਚਿਆਂ ਨੂੰ ਕਿੱਦਾਂ ਜਿਹੜਾ ਹੈ ਗਾਈਡ ਕਰਦੇ ਹੋ? ਕੀ ਤੁਸੀਂ ਆਪਣੇ ਪਰਸਨਲ ਖਾਲੀ ਐਕਸਪੀਰੀਅੰਸ ਦੇ ਨਾਲ ਜਿਹੜਾ ਹੈ ਬੱਚੇ ਨੂੰ ਗਾਈਡ ਕਰਦੇ ਹੋ, ਜਾਂ ਤੁਹਾਡੇ ਕੋਲ ਕੋਈ ਸਪੈਸ਼ਲ ਟੂਲਸ ਨੇ ਜਿਨ੍ਹਾਂ ਦੇ ਥਰੂ ਜਿਹੜਾ ਹੈ ਤੁਸੀਂ ਬੱਚਿਆਂ ਨੂੰ ਜਿਹੜਾ ਹੈ ਉਹਦੀ ਅਸੈਸਮੈਂਟ ਕਰਕੇ ਦਿੰਦੇ ਹੋ, ਜਾਂ ਬੱਚੇ ਨੂੰ ਜਿਹੜਾ ਹੈ ਉਹਦਾ ਕੋਈ ਤੱਥ ਜਿਹੜਾ ਕੱਢ ਕੇ ਦਿੰਦੇ ਹੋ? ਵੈਲ ਅਗਰ ਅਸੀਂ ਮੈਂ ਗੱਲ ਕਰਾਂ ਟੂਲਸ ਦੀ, ਨੋ ਡਾਊਟ ਇੱਕ ਕਰੀਅਰ ਸਾਈਕੋਲੋਜਿਸਟ ਦਾ ਇੱਕ ਆਪਣਾ ਐਕਸਪੀਰੀਅੰਸ ਹੁੰਦਾ ਹੈ, ਇੱਕ ਆਪਣੀ ਟ੍ਰੇਟਸ ਹੁੰਦੇ ਨੇ, ਇੱਕ ਆਪਣਾ ਐਪਟੀਟਿਊਡ ਹੁੰਦਾ ਹੈ ਜਿਹਦੇ ਨਾਲ ਉਹ ਬੱਚੇ ਨੂੰ ਸਕੈਨ ਕਰਦਾ ਹੈ, ਬੱਚੇ ਦੀ ਪਰਸਨੈਲਿਟੀ ਨੂੰ ਸਕੈਨ ਕਰਦਾ ਹੈ, ਬੱਚੇ ਦੇ ਇੰਟਰਸਟ ਨੂੰ ਸਕੈਨ ਕਰਦਾ ਹੈ। there are not many questions that are being asked for interest, personality and other things. ਬਟ ਜਿੱਦਾਂ ਮਤਲਬ ਮੈਨੂੰ ਏਦਾਂ ਲੱਗਦਾ ਹੈ ਕਿ ਜਿਵੇਂ ਸਾਨੂੰ ਪਤਾ ਵੀ ਚੱਲ ਜਾਏ ਕਿ ਹਾਂ ਦਿਸ ਟਾਈਪ, ਜਿਵੇਂ ਤੁਸੀਂ ਬੁਖਾਰ ਦੀ ਗੱਲ ਕੀਤੀ ਵੀ ਹਾਂ ਸਾਨੂੰ ਟੈਸਟ ਕਰਾਉਣਾ ਪੈਂਦਾ ਹੈ ਕਿ ਕਿਸ ਤਰ੍ਹਾਂ ਦਾ ਸਾਨੂੰ ਫੀਵਰ ਹੈ। ਸਿਮਿਲਰਲੀ ਅਗਰ ਅਸੀਂ ਗੱਲ ਕਰੀਏ ਤੇ ਅਗਰ ਕਰੀਅਰ ਦੇ ਫੀਲਡ ਵਿੱਚ ਸਾਡੇ ਕੋਲ ਬਹੁਤ ਸਾਰੇ ਸਾਈਕੋਮੈਟ੍ਰਿਕ ਟੂਲਸ ਹੁੰਦੇ ਨੇ, ਜਿਹੜਾ ਕਿ ਮਤਲਬ these are scientific tools that are designed to find out that what is best for everyone. that is, ਅਗਰ ਅਸੀਂ ਮੈਂ ਟੂਲਸ ਦੀ ਗੱਲ ਕਰਾਂ ਤੇ ਇਹ ਜਿਹੜੇ ਟੂਲਸ ਨੇ ਇਹ ਇਤਨੇ ਕੈਪੇਬਲ ਹੁੰਦੇ ਨੇ ਕਿ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਕਿ ਹਰ ਸਟੂਡੈਂਟ ਦਾ ਇੱਕ ਇੰਟਰਸਟ, ਐਪਟੀਟਿਊਡ ਤੇ ਪਰਸਨੈਲਿਟੀ ਹੁੰਦਾ ਹੈ, ਜਿਹਨੂੰ ਮੈਚ ਕਰਕੇ ਇੱਕ ਹੁੰਦਾ ਇੱਕ ਸਟਰੀਮ ਡਿਸੀਜਨ ਹੁੰਦਾ ਹੈ ਕਿ what is best for it, ਇੱਕ ਕੋਰਸ ਡਿਸੀਜਨ ਹੁੰਦਾ ਹੈ ਕਿ ਇਸ ਬੱਚੇ ਵਾਸਤੇ ਬੈਸਟ ਕੀ ਹੈ। ਤੇ ਜਿਹੜੇ ਸਾਈਕੋਮੈਟ੍ਰਿਕ ਟੂਲਸ ਅਸੀਂ ਯੂਜ਼ ਕਰਦੇ ਹਾਂ ਉਹਦੇ ਚ ਅਗਰ ਮੈਂ ਕੁਝ ਨਾਮ ਲਵਾਂ ਤੇ ਸਾਡੇ ਕੋਲ ਕੁਝ ਟੂਲਸ ਨੇ, ਜਿਵੇਂ ਸਟਰੀਮ ਸਿਲੈਕਟਰ ਟੈਸਟ ਹੈ। this is for 10th class, ਜਿਵੇਂ 10th ਤੋਂ ਬਾਅਦ ਬੱਚੇ ਨੂੰ ਕਨਫਿਊਜ਼ਨ ਹੈ ਕਿ what should I pick up, ਕਿ ਕਿਹੜੀ ਸਟਰੀਮ is best for me, ਤੇ ਉਹਦੇ ਵਾਸਤੇ ਸਟਰੀਮ ਸਿਲੈਕਟਰ ਟੈਸਟ ਹੈ। that is ਕਿ ਅਗਰ ਅਸੀਂ ਇਹ ਸਟਰੀਮ ਸਿਲੈਕਟਰ ਟੈਸਟ ਲੈਂਦੇ ਆ, ਸਾਨੂੰ ਅਸੈਸ ਕਰਦਾ ਹੈ ਸਾਡੀ ਪਰਸਨੈਲਿਟੀ ਦੀ, ਸਾਡੇ ਇੰਟਰਸਟ ਦੀ, ਸਾਡੇ ਐਪਟੀਟਿਊਡ ਦੇ ਬਹੁਤ ਸਾਰੇ ਕੁਐਸਚਨਸ ਦਾ ਜਿਹੜਾ ਇੱਕ ਕੰਬੀਨੇਸ਼ਨ ਹੁੰਦਾ ਇਸ ਟੈਸਟ ਦੇ ਵਿੱਚ। ਔਰ ਉਹ ਜਿਹੜਾ ਟੈਸਟ ਜਦੋਂ ਅਸੀਂ ਉਹਦਾ ਰਿਜ਼ਲਟ ਦੇਖਦੇ ਹਾਂ ਵਿਦਿਨ 5 ਮਿੰਟ ਸਾਨੂੰ ਆਪਣੀ ਕੰਪਿਊਟਰ ਸਕਰੀਨ ਤੇ ਜਿੱਥੇ ਵੀ ਬੈਠ ਕੇ ਅਸੀਂ ਟੈਸਟ ਲੈਂਦੇ ਆ ਇਹਦੇ ਰਿਜ਼ਲਟਸ ਜਿਹੜੇ ਨੇ ਉਹ ਮਿਲ ਜਾਂਦੇ ਨੇ। ਐਂਡ ਉਹਦੇ ਵਿੱਚ ਸਾਡਾ ਇੱਕ ਕਰੀਅਰ ਜਿਹੜਾ ਸਟਰੀਮ ਇੰਡੀਕੇਸ਼ਨਸ ਹੁੰਦੇ ਨੇ ਕਿ ਕਿਹੜਾ ਸਪੋਜ਼ ਮੇਰੇ ਵਾਸਤੇ ਕਮਰਸ ਬੈਟਰ ਹੈ ਤੇ ਦੈਨ ਇਟ ਵਿਲ ਇੰਡੀਕੇਟ that commerce is best for you. Or agar suppose non-med is one of the stream that I am not designed for, that I am not made for, that is not right for me, then that case ki hai manu dikha dega ki this is not a stream, matlab jeda most jeda preferred stream hai aur jeda least preferred stream hai unde vich differentiate kar dega, then first to baad second keda aanda hai, third keda aanda hai. Similarly it would guide you the stream selector test ki tusi jeda hai ki apna stream choose karan de vich ਤੁਹਾਡੇ ਕੋਲ ਇੱਕ ਸਪੋਰਟ ਹੈ ਜਿਹੜੀ ਕਿ ਇਸ ਟੈਸਟ ਦੇ ਨਾਲ, ਇਸ ਟੂਲ ਦੇ ਨਾਲ ਤੁਹਾਨੂੰ ਮਿਲ ਜਾਂਦੀ ਹੈ। then if I talk about ideal career test, ideal career test is like for all age groups, ਜਿਵੇਂ ਸਟਰੀਮ ਸਿਲੈਕਟਰ ਜਿਹੜੇ 10th ਕਲਾਸ ਦੇ ਬੱਚੇ ਨੇ ਉਹ ਲੈ ਸਕਦੇ ਨੇ, ਐਵੇਂ ਆਈਡੀਅਲ ਕਰੀਅਰ ਜਿਹੜਾ ਕਿਸੇ ਵੀ ਏਜ ਦਾ ਬੱਚਾ ਹੈ, ਚਾਹੇ ਉਹ 9th ਦਾ ਹੈ, ਚਾਹੇ ਉਹ +1 ਦਾ ਹੈ, ਚਾਹੇ ਉਹ ਗ੍ਰੈਜੂਏਸ਼ਨ ਕਰਕੇ ਹਟਿਆ ਹੈ, ਚਾਹੇ ਉਹ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਆਪਣੇ ਆਪ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਜਿਹੜਾ ਆਈਡੀਅਲ ਕਰੀਅਰ ਟੈਸਟ ਹੈ that is there ਕਿ ਉਹ ਦੇਖ ਸਕਦਾ ਹੈ ਕਿ ਇਹਦੇ ਵਿੱਚ we'll guide him ਕਿ what are the 3 best ਜਿਹੜੇ ਆਪਸ਼ਨਸ ਨੇ ਉਹਦੇ ਵਾਸਤੇ ਕਿਹੜੇ ਨੇ,
ਕੀਪਿੰਗ ਇਨ ਮਾਈਂਡ ਕਿ ਉਹਦੇ ਕੀ ਮੋਟੀਵੇਟਰਸ ਕੀ ਨੇ, ਕੀਪਿੰਗ ਇਨ ਮਾਈਂਡ ਕਿ ਉਹਦਾ ਕੀ ਇੰਟਰਸਟ ਏਰੀਆ ਕੀ ਹੈ, ਉਹਦੇ ਵਿੱਚ ਜਿਹੜੇ ਕੁਐਸਚਨਸ ਨੇ ਉਹ ਇਸ ਤਰ੍ਹਾਂ ਸਾਇੰਟੀਫਿਕਲੀ ਡਿਜ਼ਾਈਨ ਨੇ ਕਿ ਦੇ ਵਿਲ ਐਕਸਪਲੋਰ ਕਿ ਵਾਟ ਕਾਈਂਡ ਆਫ ਪਰਸਨੈਲਿਟੀ ਡੂ ਯੂ ਕੈਰੀ, ਵਾਟ ਕਾਈਂਡ ਆਫ ਐਪਟੀਟਿਊਡ ਡੂ ਯੂ ਕੈਰੀ। ਤੇ ਇਹਦਾ ਜਿਹੜਾ ਕੰਬੀਨੇਸ਼ਨ ਜਿਹੜਾ ਰਿਪੋਰਟ ਹੈ ਇਨ ਅ ਡਾਟਾ ਫਾਰਮ, ਇਨ ਅ ਟੈਬੂਲਰ ਫਾਰਮ, ਉਹ ਤੁਹਾਨੂੰ ਆਪਣੀ ਸਕਰੀਨ ਤੇ ਮਿਲੇਗਾ ਐਂਡ ਦੈਟ ਵੁੱਡ ਇੰਡੀਕੇਟ ਕਿ ਤੁਹਾਡੇ ਜਿਹੜੇ 3 ਬੈਸਟ ਕਰੀਅਰਸ ਨੇ ਉਹ ਕਿਹੜੇ ਨੇ। ਪਰ ਅਗਰ ਸਪੈਸੀਫਿਕਲੀ ਹੋਰ ਟੂਲਸ ਦੀ ਗੱਲ ਕਰਾਂ ਤੇ ਸਾਡੇ ਕੋਲ ਮਲਟੀਪਲ ਇੰਟੈਲੀਜੈਂਸ ਟੈਸਟ ਹੁੰਦਾ ਹੈ, ਸਾਡੇ ਕੋਲ ਲਰਨਿੰਗ ਸਟਾਈਲ ਦਾ ਟੈਸਟ ਹੁੰਦਾ ਹੈ। ਜਿਵੇਂ ਬੱਚੇ ਨੂੰ ਹਰ ਇੱਕ ਪੈਰੈਂਟਸ ਦੀ ਮੋਸਟਲੀ ਕੰਪਲੇਂਟ ਹੁੰਦੀ ਹੈ ਕਿ ਮੇਰਾ ਬੱਚਾ ਸੈਲਫ ਮੋਟੀਵੇਟਡ ਨਹੀਂ ਹੈ, ਉਹ ਸਟੱਡੀਜ਼ ਦੇ ਵਿੱਚ ਬਹੁਤ ਜ਼ਿਆਦਾ ਕੰਸੈਂਟਰੇਟ ਨਹੀਂ ਕਰ ਪਾਉਂਦਾ। ਤੇ ਅਸੀਂ ਉੱਥੇ ਕੀ ਕਰਦੇ ਹਾਂ, ਅਸੀਂ ਲਰਨਿੰਗ ਸਟਾਈਲ ਟੂਲ ਜਿਹੜਾ ਹੈ ਉਹ ਅਪਲਾਈ ਕਰਦੇ ਹਾਂ ਕਿ ਬੱਚੇ ਦਾ ਜਿਹੜਾ ਸਟਾਈਲ ਹੈ ਲਰਨਿੰਗ ਦਾ, ਵਿਜ਼ੂਅਲ ਹੈ, ਆਡੀਓ ਹੈ, ਕਨਸਥੈਟਿਕ ਹੈ, ਇੰਟਰਪਰਸਨਲ ਹੈ, ਇੰਟਰਾਪਰਸਨਲ, ਮਤਲਬ ਵਾਟ ਕਾਈਂਡ ਆਫ ਲਰਨਿੰਗ ਸਟਾਈਲ ਦਾ ਪਰਸਨ ਇਜ਼ ਕੈਰਿੰਗ ਵਿਦਨ, ਸੋ ਦੈਟ ਕਿ ਅਸੀਂ ਉਹਨੂੰ ਉਹਦੇ ਉਸ ਲਰਨਿੰਗ ਸਟਾਈਲ ਦੇ ਅਕੋਰਡਿੰਗਲੀ ਜਿਹੜੀਆਂ ਐਕਟੀਵਿਟੀਜ਼ ਨੇ, ਐਕੈਡਮਿਕ ਐਕਟੀਵਿਟੀਜ਼, ਉਹਨੂੰ ਡਿਜ਼ਾਈਨ ਕਰੀਏ ਔਰ ਉਹ ਬੱਚਾ ਜਿਹੜਾ ਆਪਣੇ ਜਿਹੜੇ ਆਲਰੇਡੀ ਜਿਹੜੀ ਲੈਵਲ ਤੇ ਹੈ ਉਸ ਤੋਂ ਜ਼ਿਆਦਾ ਅੱਛੇ ਲੈਵਲ ਤੇ ਜਿਹੜਾ ਉਹ ਪਰਫਾਰਮ ਕਰ ਸਕੇ। ਔਰ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਪੈਸੀਫਿਕ ਟੂਲਸ ਵੀ ਹੁੰਦੇ ਨੇ। ਜਿਵੇਂ ਮੈਂ ਗੱਲ ਕੀਤੀ ਕਿ ਇੰਜੀਨੀਅਰਿੰਗ ਵਿੱਚ ਦੇयर ਆਰ ਲੋਟ ਨੰਬਰ ਆਫ ਆਪਸ਼ਨਸ, ਬਟ ਮੈਨੂੰ ਨਹੀਂ ਪਤਾ I am made for civil, I am made for mechanical, I am made for electronics, I am made for aeronautical, ਕਿਹੜੀ ਇੰਜੀਨੀਅਰਿੰਗ ਮੇਰੇ ਵਾਸਤੇ ਬੈਸਟ ਹੈ। ਤੇ ਵੀ ਹੈਵ ਇੰਜੀਨੀਅਰਿੰਗ ਬ੍ਰਾਂਚ ਸਿਲੈਕਟਰ ਟੂਲ। ਇਹ ਜਿਹੜਾ ਟੂਲ ਹੈ ਇਹ ਆਪਣੇ ਆਪ ਚ ਇਤਨਾ ਕੈਪੇਬਲ ਹੈ ਕਿ ਆਲ ਆਫ ਦਸ ਜਿਹੜੀਆਂ ਵੀ ਇਹਦੀਆਂ ਬ੍ਰਾਂਚਸ ਨੇ ਇੰਜੀਨੀਅਰਿੰਗ ਦੀਆਂ, ਇਟ ਵਿਲ ਟੈਲ ਯੂ ਕਿ ਜਿਹੜੀਆਂ ਤੁਹਾਡੇ ਵਾਸਤੇ ਬੈਸਟ ਬ੍ਰਾਂਚਸ ਨੇ ਅਕੋਰਡਿੰਗ ਟੂ ਯੋਰ ਓਨ, ਜਿਹੜੀਆਂ ਤੁਹਾਡੀਆਂ ਸਕਿੱਲਸ ਨੇ ਉਹਦੇ ਹਿਸਾਬ ਨਾਲ ਤੁਹਾਡੇ ਵਾਸਤੇ ਬੈਸਟ ਕਿਹੜਾ ਹੈ। ਐਵੇਂ ਜਿਵੇਂ ਇੰਜੀਨੀਅਰਿੰਗ ਬ੍ਰਾਂਚ ਸਿਲੈਕਟਰ ਹੈ, ਐਵੇਂ ਸਾਡੇ ਕੋਲ ਕਮਰਸ ਬ੍ਰਾਂਚ ਸਿਲੈਕਟਰ ਹੈ। ਜਿਵੇਂ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਕਮਰਸ ਬੜੀ ਇੱਕ ਵਾਈਡ ਫੀਲਡ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਖੁੱਲਦੀਆਂ ਹੈ। ਬਟ ਮੇਰੇ ਵਾਸਤੇ ਕੀ ਬੈਟਰ ਹੈ, ਬੀਕਾਮ ਵੀ ਅਗਰ ਅਸੀਂ ਦੇਖੀਏ ਤੇ ਅਗਰ ਅੱਜ ਅਸੀਂ ਦੇਖਦੇ ਹਾਂ ਕਿ ਬੀਕਾਮ ਹੀ ਤਕਰੀਬਨ 15 ਤੋਂ 16 ਟਾਈਪਸ ਦੀ ਬੀਕਾਮ ਹੀ ਅਵੇਲੇਬਲ ਹੈ, ਅਲੱਗ-ਅਲੱਗ ਤਰ੍ਹਾਂ ਦੀ। ਬੀਕਾਮ ਟੈਕਸੇਸ਼ਨ ਹੈ, ਬੀਕਾਮ ਬੈਂਕਿੰਗ ਐਂਡ ਅਕਾਊਂਟਸ ਹੈ, ਬੀਕਾਮ ਬੈਂਕਿੰਗ ਐਂਡ ਇੰਸ਼ੋਰੈਂਸ ਹੈ, ਬੀਕਾਮ ਪ੍ਰੋਫੈਸ਼ਨਲ ਅਕਾउंटेंसी है, बीकॉम टूर एंड ट्रैवल मैनेजमेंट है, मतलब देयर आर मेनी टाइप्स ऑफ बीकॉम। फिर बीबीए है, फिर उनदे इवेंट मैनेजमेंट है, पोर्टफोलियो मैनेजमेंट है, हॉस्पिटैलिटी मैनेजमेंट है, देयर आर एन नंबर ऑफ कोर्सेज दैट आर देयर इन द बीकॉम। ਤੁਹਾਡੇ ਵਾਸਤੇ ਬੈਸਟ ਕਿਹੜਾ ਹੈ, दैट इज कमर्स ब्रांच सिलेक्शन। फिर उस तो बाद आता है ह्यूमैनिटीज। ह्यूमैनिटीज ਵਿੱਚ ਮੇਰੇ ਵਾਸਤੇ ਬਹੁਤ ਵੱਡੀ ਸਟਰੀਮ ਹੈ, ਬਹੁਤ ਸਾਰੇ ਸਪੈਸ਼ਲਾਈਜ਼ਡ ਕੋਰसेज ਜਿਹੜੇ ਨੇ। ਅਗਰ ਸਪੈਸ਼ਲਾਈਜ਼ਡ ਅਸੀਂ ਕਰੀਅਰਸ ਦੀ ਗੱਲ ਕਰੀਏ दैट कम आउट ऑफ ह्यूमैनिटीज स्ट्रीम। ਤੇ ਤੁਹਾਡੇ ਵਾਸਤੇ ਹਿਊਮੈਨਿਟੀਜ਼ ਬੈਸਟ ਕੀ ਹੈ? ਅਗਰ ਅਸੀਂ ਆਰਟਸ ਦੀ ਗੱਲ ਕਰਦੇ ਹਾਂ, ਇੱਕ ਪਾਸੇ ਫਾਈਨ ਆਰਟਸ ਹੈ, ਇੱਕ ਪਾਸੇ ਪਰਫਾਰਮਿੰਗ ਆਰਟਸ ਹੈ, ਇੱਕ ਪਾਸੇ ਲਿਬਰਲ ਆਰਟਸ ਹੈ, ਤੇ ਵਿਚ ਇਜ਼ ਬੈਸਟ ਫॉर ਯੂ। ਤੇ ਹਿਊਮੈਨਿਟੀਜ਼ ਬ੍ਰਾਂਚ ਸਿਲੈਕਟਰ ਆਪਣੇ ਆਪ 'ਚ ਇੱਕ ਬਹੁਤ ਵੱਡਾ ਟੂਲ ਹੈ ਜਿਹਨੂੰ ਤੁਸੀਂ ਲੈ ਸਕਦੇ ਹੋ। ਔਰ ਉਹ ਮਤਲਬ ਇਹ ਵੀ ਨਹੀਂ ਹੈ ਕਿ ਯੂ ਹੈਵ ਟੂ ਵੇਟ ਫॉर द रिजल्ट्स, within 5 minutes the result would be available on your screen and you can check it out, and ਉਸ ਤੋਂ ਬਾਅਦ ਜਿਹੜੀਆਂ further discussions about the college and all that could proceed on। ਤੇ ਇਹ ਬਹੁਤ ਸਾਰੇ ਟੂਲਸ ਸਰ ਜਿਹੜੇ ਸਾਡੇ ਕੋਲ ਰਹਿੰਦੇ ਨੇ ਜਿਹਦੇ ਨਾਲ ਅਸੀਂ ਬੱਚੇ ਨੂੰ ਥੋਰਲੀ ਅਸੈਸ ਕਰ ਪਾਉਂਦੇ ਆ ਤੇ ਉਹਨੂੰ ਜਿਹੜਾ ਇੱਕ ਰਾਈਟ ਗਾਈਡੈਂਸ ਜਿਹੜੀ ਉਹ ਦੇ ਪਾਉਂਦੇ ਆ। ਠੀਕ ਹੈ ਮੈਡਮ। ਤੇ ਇਹਦੇ ਜਿਹੜੀ ਮੈਂ ਗੱਲ ਜਿਹੜਾ ਹੈ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਇੱਕ ਤਾਂ ਬੇਸਿਕ ਜਿਹੜਾ ਹੈ 10th 12th ਦੇ ਬੱਚਿਆਂ ਲਈ ਤੁਸੀਂ ਗੱਲ ਕਰਤੀ ਸਟਰੀਮ ਸੈਕਟਰ ਟੈਸਟ ਦੀ ਜਾਂ ਆਈਡੀਅਲ ਕੈਰੀਅਰ ਟੈਸਟ ਦੀ ਗੱਲ ਕਰਤੀ ਕਿ ਬੱਚਾ ਕਿੱਦਾਂ 10th ਤੋਂ 12th ਤੋਂ ਬਾਅਦ ਇੱਕ ਆਪਣਾ ਫੋਕਸ ਜਿਹੜਾ ਰਾਈਟ ਕੈਰੀਅਰ ਉਹ ਚੂਜ਼ ਕਰ ਸਕਦਾ ਹੈ ਕਿ ਵੀ ਮੇਰੇ ਲਈ ਕਿਹੜਾ ਕੈਰੀਅਰ ਹੈ। ਉਹਨੂੰ ਐਕਸਪਰਟ ਜਿਹੜਾ ਕੱਢ ਕੇ ਦੇ ਦਿੰਦੇ ਸਾਹਮਣੇ ਵੀ ਤੇਰੇ ਲਈ ਜੇ ਇੰਜੀਨੀਅਰਿੰਗ ਜਾਂ ਆਈਟੀ ਜਾਣਾ ਹੈਗਾ ਤੇ ਕਿਹੜੀਆਂ ਫੀਲਡਸ ਅਵੇਲੇਬਲ ਨੇ। ਜੇ ਲਾਅ ਦੇ ਵਿਚਕਾਰ ਜਾਣਾ ਹੈ, ਜੱਜ ਬਣ ਸਕਦੇ ਹੋ, ਤੁਸੀਂ ਵਕੀਲ ਬਣ ਸਕਦੇ ਹੋ, ਜਾਂ ਕਿਸ ਫੀਲਡ ਵਿੱਚ ਐਡਮਿਨਿਸਟ੍ਰੇਸ਼ਨ ਦੀ ਜਾ ਸਕਦੇ ਹੋ। ਜੇ ਸਾਨੂੰ ਕੋਈ ਮੈਨੇਜਮੈਂਟ ਦਾ ਆ ਸਕਦਾ ਹੈ ਤੇ ਮੈਨੇਜਮੈਂਟ ਲਈ ਕਿਹੜਾ ਡਿਪਲੋਮਾ ਚਾਹੀਦਾ ਹੈ, ਕੋਈ ਡਿਗਰੀ ਚਾਹੀਦੀ ਹੈ, MBA ਕਰਨਾ ਹੈ। ਇੱਦਾਂ ਜਿਹੜਾ ਟੂਲਸ ਦੇ ਥਰੂ ਜਿਹੜਾ ਹੈ ਕੈਰੀਅਰ ਸਾਈਕੋਲੋਜੀ ਜਿਹੜਾ ਹੈ ਬੱਚੇ ਨੂੰ ਇੱਕ ਪਰਫੈਕਟਲੀ ਗਾਈਡ ਕਰ ਦਿੰਦੇ ਨੇ। ਜਿੱਦਾਂ ਇੱਕ ਡਾਕਟਰ ਰਾਈਟ ਪ੍ਰਸਕ੍ਰਿਪਸ਼ਨ ਲਿਖਦਾ ਹੈਗਾ ਬਈ ਢਿੱਡ ਦਰਦ ਦੀ ਦਵਾਈ ਇਹ ਲਈ ਹੈ ਤੇ ਉਹ ਢਿੱਡ ਦਰਦ ਦੀ ਦਵਾਈ ਲਿਖ ਦਿੰਦਾ ਹੈ। ਜੇ ਉਹ ਸਿਰ ਦਰਦ ਦੀ ਹੁੰਦੀ ਹੈ ਸਿਰ ਦਰਦ ਦੀ ਲਿਖਦਾ ਹੈ। ਇੱਕ ਜਿਹੜੀ ਹੈ ਐਗਜ਼ੈਕਟ ਜਿਹੜੀ ਹੈ ਦਵਾਈ ਜਿਹੜੀ ਬੱਚੇ ਨੂੰ ਜਿਹੜੀ ਹੈ ਮਿਲ ਜਾਂਦੀ ਹੈ ਆਪਣੀ, ਤੇ ਜਿਹਦੇ ਨਾਲ ਜਿਹੜਾ ਹੈ ਉਹ ਆਪਣਾ ਲਾਈਫ ਜਿਹੜੀ ਹੈ ਸਾਰੀ ਉਹ ਸੈੱਟ ਕਰ ਸਕਦਾ ਹੈ। ਉਹਦੇ ਨਾਲ ਨਾਲ ਜਿਹੜੇ ਤੁਸੀਂ ਬੜੇ ਵਧੀਆ 2 ਟੈਸਟ ਜਿਹੜੇ ਨਵੇਂ ਦੱਸੇ ਜਿਹੜੇ ਕਿ ਆਮ ਜਿਹੜਾ ਇਹ ਵੀ ਬਿਲਕੁਲ ਤੇ ਇਹਨਾਂ ਨੂੰ ਪਤਾ ਹੀ ਨਹੀਂ ਕੈਰੀਅਰ ਟੈਸਟ ਬਾਰੇ ਕੁਝ ਪਤਾ ਹੁੰਦਾ ਹੈ। ਪਰ ਜਿਹੜਾ ਅਸੀਂ ਇੰਜੀਨੀਅਰਿੰਗ ਬ੍ਰਾਂਚ ਟੈਸਟ ਦੀ ਗੱਲ ਕੀਤੀ ਜਾਂ ਸਕਿੱਲ ਬੇਸਡ ਟੈਸਟ ਦੀ ਕੀਤੀ ਵੀ ਕਾਮਰਸ ਦੇ ਬੱਚੇ ਨੂੰ ਇੱਕ ਇੰਜੀਨੀਅਰ ਨੂੰ ਬੱਚੇ ਨੇ ਤਾਂ ਮਨ ਬਣਾ ਲਿਆ ਵੀ ਮੈਂ ਬੀਟੈਕ ਕਰਨੀ ਹੈ, ਮੈਨੂੰ ਕੰਪਿਊਟਰ ਵਧੀਆ ਲੱਗਦੀ, ਮੈਂ ਕੰਪਿਊਟਰ ਇੰਜੀਨੀਅਰਿੰਗ ਕਰਨੀ ਹੈ। ਪਰ ਕੀ ਬੱਚੇ ਦੇ ਵਿੱਚ ਕੰਪਿਊਟਰ ਇੰਜੀਨੀਅਰ ਦੀ ਬਣਨ ਦੀ ਐਬਿਲਿਟੀ ਵੀ ਹੈ ਕਿ ਨਹੀਂ ਹੈ?
ਇਹ ਉਹਦੇ ਟੈਸਟ ਦੇ ਥਰੂ ਜਿਹੜੀ ਹੈ ਉਹ ਡਰਾਈਵ ਜਿਹੜੀ ਹੈ ਇਹ ਹੁੰਦੀ ਹੈ। ਹੁਣ ਕਾਮਰਸ ਦੀ ਤਾਂ ਤੁਸੀਂ ਗੱਲ ਕਰ ਰਹੇ ਸੀ ਵੀ 15-16 ਬ੍ਰਾਂਚਿਸ ਨੇ, ਫੀਲਡਸ ਨੇ ਅਲੱਗ-ਅਲੱਗ ਦੇ ਵਿਚਕਾਰ। ਉਹ ਹੁਣ ਮੈਂ ਕਿਹੜੀ ਫੀਲਡ ਲਵਾਂ? ਮੈਂ ਬੀਕਾਮ ਇੰਸ਼ੋਰੈਂਸ ਜਾਣਾ ਹੈ, ਜਰਨਲ ਜਾਣਾ ਹੈ, ਮੈਂ ਬੀਕਾਮ ਜਿਹੜੀ ਹੈ ਟੂਰਿਜ਼ਮ ਜਾਣਾ ਹੈ। ਅੱਜ ਕੱਲ ਬੜੀਆਂ ਸਾਰੀਆਂ ਫੀਲਡਸ ਨੇ, ਸਪੈਸ਼ਲਾਈਜ਼ਡ ਫੀਲਡਸ ਨੇ, ਟੈਕਨੀਕਲ ਫੀਲਡਸ ਹੈਗੀਆਂ ਨੇ, ਤੇ ਬੱਚੇ ਨੂੰ ਬੀਕਾਮ ਚ ਕਿਹੜੀ ਲੈਣੀ ਹੈ ਤੇ ਉਹਦਾ ਇੱਕ ਸਪੈਸ਼ਲਾਈਜ਼ਡ ਟੈਸਟ ਹੈ। ਬੱਚਾ ਉਹ ਟੈਸਟ ਦੇ ਕੇ ਜਿਹੜਾ ਹੈ ਉਹ ਪਤਾ ਕਰ ਸਕਦਾ ਹੈ ਕਿ ਮੇਰੇ ਲਈ ਜਿਹੜੀ ਹੈ ਉਹ ਹੈ। ਜਿੱਦਾਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ, ਇੱਦਾਂ ਜਿਹੜੀਆਂ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਮਿਲ ਰਹੀਆਂ ਨੇ। ਇੱਕ ਮੈਡਮ ਮੈਂ ਜਿਹੜੀ ਗੱਲ ਕਰਨਾ ਚਾਹਾਂਗਾ ਇੱਕ ਹੈ ਵਰਚੁਅਲ ਇੰਟਰਨਸ਼ਿਪ ਪ੍ਰੋਗਰਾਮ ਜਿਹੜਾ ਹੈ ਉਹ ਕਰ ਰਹੇ ਸੀਗੇ। ਜਿੱਦਾਂ ਬੱਚੇ ਸਾਡੇ ਇੰਟਰਨਸ਼ਿਪ ਕਰਨ ਲਈ ਜਾਂਦੇ ਨੇ, ਜੌਬਸ ਤੋਂ ਬਾਅਦ ਵੀ ਜਾਂਦੇ ਨੇ ਜਾਂ ਕੋਰਸ ਕਰਨ ਤੋਂ ਬਾਅਦ ਜਾਂਦੇ ਨੇ, ਜਾਂ ਕੁਝ ਬੱਚੇ ਜਿਹੜੇ ਨੇ ਆਪਣਾ ਕਰੀਅਰ ਸਿਲੈਕਟ ਕਰਨ ਤੋਂ ਪਹਿਲਾਂ ਉਸ ਬਾਰੇ ਜਾਣਨਾ ਚਾਹੁੰਦੇ ਨੇ ਕਿ ਵੀ ਐਕਚੁਅਲ ਉੱਥੇ ਮੈਨੂੰ ਕੰਮ ਕੀ ਕਰਨਾ ਪਏਗਾ। ਜੇ ਬੰਦਾ ਆਰਕੀਟੈਕਟ ਬਣਨਾ ਚਾਹੁੰਦਾ ਹੈ ਤੇ ਜੇ ਇੱਕ ਇੰਟਰਨਸ਼ਿਪ ਤੇ ਹੁੰਦੀ, ਬੱਚਾ ਜਦੋਂ 4 ਸਾਲ ਦੀ ਆਰਕੀਟੈਕਟ ਦੀ ਡਿਗਰੀ ਕਰ ਲੇਗਾ, 3 ਸਾਲ ਡਿਪਲੋਮਾ ਕਰ ਲੇਗਾ, ਉਸ ਤੋਂ ਬਾਅਦ ਉਹ ਕਿਸੇ ਕੰਪਨੀ ਜਾ ਕੇ ਆਪਣੀ ਇੰਟਰਨਸ਼ਿਪ ਕਰੇਗਾ ਤੇ ਉੱਥੇ ਜਾ ਕੇ ਫਿਰ ਕਹਿੰਦਾ ਵੀ ਇਹ ਤੇ ਕੰਮ ਯਾਰ ਮੇਰੇ ਮਤਲਬ ਦਾ ਹੈ ਹੀ ਨਹੀਂ ਸੀਗਾ, ਜਿੱਥੇ ਮੈਂ ਲੈ ਲਿਆ ਮੈਂ ਕਰ ਲਿਆ। ਕੀ ਕੁਝ ਇਹੋ ਜਿਹੀਆਂ ਇੰਟਰਨਸ਼ਿਪਸ ਅਵੇਲੇਬਲ ਨੇ ਜਿਹੜੀਆਂ ਨੇ ਕੁਝ ਜਿਨ੍ਹਾਂ 'ਚ ਬੱਚਾ ਐਡਮਿਸ਼ਨ ਲੈਣ ਤੋਂ ਪਹਿਲਾਂ ਉਹਦੀ ਕੋਈ ਇੰਟਰਨਸ਼ਿਪ ਕਰ ਲਵੇ ਤੇ ਜਿੱਥੋਂ ਉਹਨੂੰ ਪਤਾ ਲੱਗ ਜਾਵੇ, ਉੱਥੋਂ ਸਮਝ ਲੱਗ ਜਾਵੇ ਕਿ ਵੀ ਇਹ ਚੀਜ਼ ਮੇਰੇ ਲਈ ਬਣੀ ਵੀ ਹੈ ਕਿ ਨਹੀਂ ਬਣੀ ਹੈ। ਬਹੁਤ ਸਹੀ ਕੁਐਸਚਨ ਪੁੱਛਿਆ ਸਰ ਤੁਸੀਂ। ਬੇਸਿਕਲੀ ਅਗਰ ਮੈਂ ਗੱਲ ਕਰਾਂ ਤੇ ਇਹ ਬਹੁਤ ਐਡਵਾਂਸ ਟੂਲ ਹੈ ਸਾਡੇ ਕੋਲ। ਇੱਕ ਜੇ ਮੈਂ ਗੱਲ ਕਰਦੀ ਹਾਂ ਦੈਟ ਇਜ਼ ਕਿ ਵਰਚੁਅਲ ਇੰਟਰਨਸ਼ਿਪ ਵਾਟ ਇਟ ਇਜ਼। ਵਰਚੁਅਲ ਇੰਟਰਨਸ਼ਿਪ ਕੀ ਹੁੰਦੀ ਹੈ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ ਜਿਵੇਂ ਇੱਕਦਮ ਜਾਂ ਕਰੋਨਾ ਹੈ, ਬਾਹਰ ਅਸੀਂ ਨਹੀਂ ਨਿਕਲ ਸਕਦੇ, ਲਾਕਡਾਊਨ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਚਾਹ ਕੇ ਵੀ ਐਕਸਪਲੋਰ ਨਹੀਂ ਕਰ ਪਾ ਰਹੇ। ਬਟ ਜਿਹੜਾ ਵਰਚੁਅਲ ਇੰਟਰਨਸ਼ਿਪ ਵਿੱਚ ਹੈ ਇਹ ਆਪਣੇ ਆਪ ਵਿੱਚ ਬਹੁਤ ਇੱਕ ਸਾਇੰਟੀਫਿਕ ਟੂਲ ਹੈ, ਬਹੁਤ ਹੀ ਰਿਸਰਚ ਓਰੀਐਂਟਡ ਟੂਲ ਹੈ ਕਿ ਜਿੱਥੇ ਕਿ ਇੱਕ ਬੱਚੇ ਨੇ ਸਪੋਜ਼ ਮਨ ਬਣਾਇਆ ਹੈ ਕਿ ਉਹਨੂੰ ਜਿਵੇਂ ਅਸੀਂ ਗਾਈਡ ਕੀਤਾ ਆਈਡੀਅਲ ਕਰੀਅਰ ਤੋਂ ਕਿ ਤੇਰੇ ਵਾਸਤੇ ਆ 3 ਜਿਹੜੇ ਕਰੀਅਰਸ ਨੇ, ਸਪੋਜ਼ ਲਾਅ ਇਜ਼ ਬੈਸਟ ਫॉर ਯੂ ਜਾਂ ਮੈਨੇਜਮੈਂਟ ਇਜ਼ ਬੈਸਟ ਫॉर ਯੂ ਔਰ ਲਾਈਕ ਇਵਨ ਯੂ ਕੁਡ ਲੁੱਕ ਫॉर द ਬੀਟੈਕ। ਸੋ ਅਗਰ ਇਹ 3 ਚੀਜ਼ਾਂ ਉਹਦੇ ਵਾਸਤੇ ਨਿਕਲ ਕੇ ਆਈਆਂ, ਹੁਣ ਉਹਨੂੰ ਇੱਕ ਚੀਜ਼ ਜਿਹੜੀ ਹੈ ਉਹ ਉਹਦੇ ਤੇ ਆਪਣੇ ਜਿਹੜਾ ਰਿਜ਼ਲਟ ਹੈ ਉਹਦੇ ਤੇ ਪਹੁੰਚਣਾ ਹੈ। ਤੇ ਵਾਟ ਵਿਲ ਗਾਈਡ ਟੂ ਦ ਸਟੂਡੈਂਟ ਕਿ ਜਿਹੜਾ ਵਰਚੁਅਲ ਇੰਟਰਨਸ਼ਿਪ ਹੈ ਇਹਦੇ ਚ ਉਹਨੂੰ ਕਿੱਥੇ, ਜਿਵੇਂ ਉਹਨੂੰ ਗ੍ਰੈਜੂਏਸ਼ਨ ਨਹੀਂ ਕੀਤੀ ਉਹਨੇ ਹਲੇ, ਉਹ ਸਿਰਫ +2 ਚ ਹੈ ਐਂਡ ਹੀ ਵਾਂਟਸ ਟੂ ਐਕਸਪਲੋਰ ਦ ਸੈਲਫ, ਤੇ ਉਹਦੇ ਚ ਕੀ ਹੈ ਕਿ ਅਸੀਂ ਉਹਨੂੰ ਇਹ ਟੂਲ ਦੇਵਾਂਗੇ। ਇਹਦੇ ਵਿੱਚ ਉਹਨੇ ਕਿੱਥੇ ਜਾਣਾ ਨਹੀਂ ਹੈ, ਬਟ ਇਟ ਇਜ਼ ਲਾਈਕ ਕਿ ਹੀ ਵਿਲ ਬੀ ਥਰੂ ਦਿਸ ਟੂਲ he will be entering into the career that is ਕਿ ਅਗਰ ਉਹ ਇਸ ਕਰੀਅਰ ਦੇ ਵਿੱਚ ਸਪੋਜ਼ ਉਹ ਇੱਕ ਸਾਈਕੋਲੋਜਿਸਟ ਬਣ ਜਾਂਦਾ ਹੈ ਤੇ ਇੱਕ ਸਾਈਕੋਲੋਜਿਸਟ ਦੀ ਲਾਈਫ ਕੀ ਹੁੰਦੀ ਹੈ, ਸਾਈਕੋਲੋਜਿਸਟ ਕਿਹੋ ਜਿਹੇ ਕੰਮ ਕਰਦਾ ਹੈ, ਸਾਈਕੋਲੋਜਿਸਟ ਦਾ ਜਿਹੜਾ ਡੇ ਪ੍ਰੋਫਾਈਲ ਹੈ ਉਹ ਉਹਦੇ ਚ ਕਿਹੜੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ ਕਿ ਉਹਦੇ ਵਿੱਚ ਉਹਨੂੰ ਮਤਲਬ ਜਿਹੜਾ ਉਹਦਾ ਕੰਮ ਹੁੰਦਾ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਤੇ ਇਹ ਚੀਜ਼ਾਂ ਉਹ ਕਿਵੇਂ ਐਕਸਪਲੋਰ ਕਰੇਗਾ ਆਪਣੇ ਕੰਪਿਊਟਰ ਸਕਰੀਨ ਦੇ ਸਾਹਮਣੇ ਬੈਠਾ ਹੋਇਆ। ਉਹ ਜਦੋਂ ਵਰਚੁਅਲ ਇੰਟਰਨਸ਼ਿਪ ਦੇ ਵਿੱਚ ਜਾਏਗਾ ਤੇ ਉੱਥੇ ਉਹ ਪੂਰਾ ਸਾਈਕੋਲੋਜਿਸਟ ਜਿਹੜਾ ਹੈ ਉਹਦੀ ਲਾਈਫ ਨੂੰ ਐਕਸਪਲੋਰ ਕਰੇਗਾ, ਉਹਦੀ ਲਾਈਫ ਨੂੰ ਸਮਝੇਗਾ। ਔਰ ਕੁਝ ਜਿਹੜੇ ਪ੍ਰੋਗਰਾਮਸ ਨੇ ਉਹ ਇਹਦੇ ਵਿੱਚ ਇੰਬੈਡਡ ਨੇ ਇਸ ਟੂਲ ਦੇ ਵਿੱਚ, ਜਿੱਥੇ ਉਹਨੂੰ ਇੱਕ ਪ੍ਰੋਜੈਕਟ ਵੀ ਮਿਲੇਗਾ ਕਿ ਅਗਰ ਉਹ ਸਾਈਕੋਲੋਜਿਸਟ ਹੁੰਦਾ ਹੈ ਤੇ ਅਗਰ ਸਪੋਜ਼ ਉਹਨੂੰ ਇੱਕ ਕਲਾਇੰਟ ਦਾ ਇਸ ਐਸਪੈਕਟ ਨੂੰ, ਮੈਂਟਲ ਹੈਲਥ ਨੂੰ ਐਡਰੈਸ ਕਰਨਾ ਪੈਂਦਾ ਹੈ ਤੇ ਉਹ ਉਸ ਐਸਪੈਕਟ ਨੂੰ ਕਿੱਦਾਂ ਡੀਲ ਕਰੇਗਾ। ਔਰ ਸਭ ਤੋਂ ਜਿਹੜੀ ਖਾਸ ਬਾਤ ਹੈ ਇਸ ਵਰਚੁਅਲ ਇੰਟਰਨਸ਼ਿਪ ਦੀ ਕਿ ਲਾਸਟ ਵਿੱਚ ਜਦੋਂ ਉਹ ਆਪਣੇ 15 ਮੋਡਿਊਲਸ ਜਿਹੜੇ ਨੇ ਇਹਦੇ ਚੋਂ ਪੂਰੇ ਕਰ ਲੇਗਾ ਤੇ ਲਾਸਟ ਦੇ ਵਿੱਚ ਉਹਨੂੰ ਇੱਕ ਜਿਹੜਾ ਵਰਚੁਅਲ ਸਰਟੀਫਿਕੇਸ਼ਨ ਵੀ ਜਿਹੜਾ ਹੈ ਉਹ ਵਰਚੁਅਲ ਇੰਟਰਨਸ਼ਿਪ ਦਾ ਮਿਲੇਗਾ, ਜਿਹੜਾ ਕਿ ਉਹਨੂੰ ਕਾਲਜ ਐਂਟਰੈਂਸ ਵੇਲੇ ਇਟ ਵੁੱਡ ਆਲਸੋ ਬੀ ਅ ਬੈਨੀਫਿਟਡ ਕਿ ਉਹਦਾ ਇੱਕ ਐਡੀਸ਼ਨਲ ਡਾਕੂਮੈਂਟ ਹੈ ਜਿਹੜੀ ਕਿ ਉਹਨੂੰ ਐਜ ਦੇਗਾ ਫਰਮ ਡਿਫਰੈਂਟ ਸਟੂਡੈਂਟ। ਐਂਡ ਇਫ ਹੀ ਵਾਂਟਸ that he wants to take admission in best of the colleges, then this certification could add up as a value tool for him ਕਿ ਜਿਹੜਾ ਉਹਨੂੰ ਇੱਕ ਜਿਹੜਾ ਆਪਣੀ ਉਹਨੂੰ ਕਾਲਜ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਇਹ ਦਿਖਾ ਸਕਦਾ ਹੈ ਕਿ I have like made myself, I have explored myself and I feel ki I am best suited for this kind of course, so I should be given admission to this। ਤੇ virtual internship ਜਿਹੜਾ ਉਹ ਆਪਣੇ ਆਪ ਚ ਬਹੁਤ ਵੱਡੀ ਇੱਕ ਚੀਜ਼ ਹੈ ਕਿ ਤੁਸੀਂ ਆਪਣੀ ਸਕਰੀਨ ਤੇ ਬੈਠੇ ਬੈਠੇ, ਚਾਹੇ ਤੁਸੀਂ ਆਰਕੀਟੈਕਟ ਦੀ ਲਾਈਫ ਦੇਖ ਲਓ, ਚਾਹੇ ਤੁਸੀਂ ਫੰਡ ਮੈਨੇਜਮੈਂਟ ਦੇਖ ਲਓ, ਚਾਹੇ ਤੁਸੀਂ ਆਪਣਾ ਫੈਮਿਲੀ ਬਿਜ਼ਨਸ ਅਗਰ ਐਕਸਪਲੋਰ ਕਰਨਾ ਚਾਹੁੰਦੇ ਹੋ। ਇਹਦੇ ਵਿੱਚ ਮੈਂ ਦੱਸਦੀ ਹਾਂ ਸਾਡੇ ਕੋਲ 18 ਤਰ੍ਹਾਂ ਦੇ ਜਿਹੜੇ ਨੇ ਕਰੀਅਰਸ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਹੈ ਕਿ ਵੀਡੀਓ ਫਾਰਮ ਦੇ ਵਿੱਚ, ਮੋਡਿਊਲਸ ਫਾਰਮ ਦੇ ਵਿੱਚ
ਜਿਹੜਾ ਬੱਚਿਆਂ ਨੂੰ ਦੇ ਸਕਦੇ ਹਾਂ, ਜਿੰਦੇ ਚ ਅਗਰ ਮੈਂ ਨੇਮ ਕਰਾਂ ਜਿਵੇਂ ਹਸਪਿਟੈਲਿਟੀ ਹੈ, ਚਾਰਟਰਡ ਅਕਾਊਂਟੈਂਸੀ ਹੈ, ਫੰਡ ਮੈਨੇਜਮੈਂਟ है, लॉ है, कंप्यूटर इंजीनियरिंग है, फिल्म मेकिंग है, साइकोलॉजी है, डेंटिस्ट्री है, फैमिली बिजनेस है, आर्किटेक्चर है, मैकेनिकल इंजीनियरिंग है, मेडिसिन है, मार्केटिंग है, टीचिंग है, फैशन डिजाइनिंग है, सिविल सर्विसेज ने, एथिकल हैकिंग है या फैशन ਜਿਹੜਾ ਹੈ ਗ੍ਰਾਫਿਕ ਡਿਜ਼ਾਈਨਿੰਗ ਹੈ। ਦਿਸ ਇਜ਼ ਆਲ ਪਾਰਟ ਕਿ ਤੁਸੀਂ ਕਿਸੇ ਵੀ ਕਰੀਅਰ ਨੂੰ ਐਕਸਪਲੋਰ ਕਰ ਸਕਦੇ ਹੋ ਕਿ ਅਗਰ ਸਪੋਜ਼ ਆਈ ਵਾਂਟ ਟੂ ਬੀ ਇਨਟੂ ਦਾ ਮਾਰਕੀਟਿੰਗ ਟੀਮ ਤੇ ਮੈਂ ਮਾਰਕੀਟਿੰਗ ਨੂੰ ਇੱਥੇ ਬੈਠੇ ਬੈਠੇ ਦੇਖ ਸਕਦੀ ਆ ਕਿ ਆਉਣ ਵਾਲੇ ਜਦੋਂ 5 ਸਾਲਾਂ ਤੋਂ ਬਾਅਦ ਮੈਂ ਆਪਣੀ ਡਿਗਰੀ ਕਰਕੇ ਨਿਕਲਾਂਗੀ ਤੇ ਉਸ ਵੇਲੇ ਮਾਰਕੀਟਿੰਗ ਦੇ ਵਿੱਚ ਜਦੋਂ ਐਂਟਰ ਕਰਾਂਗੀ ਤੇ ਮੇਰੀ ਲਾਈਫ ਕੀ ਹੋ ਜੀ ਹੋਏਗੀ, ਜਾਂ ਮੈਨੂੰ ਇੱਕ ਮਾਰਕੀਟਿੰਗ ਦਾ ਇੱਕ ਪ੍ਰੋਜੈਕਟ ਜਿਹੜਾ ਉਸ ਵੇਲੇ ਮੈਂ ਕਰਾਂਗੀ ਅਗਰ ਮੈਂ ਵਰਚੁਅਲੀ ਅੱਜ ਆਪਣੇ ਕੰਪਿਊਟਰ ਤੇ ਉਹਨੂੰ ਰਿਜ਼ੋਰਟ ਕਰ ਲੈਂਦੀ ਆ। that means ਕਿ I am linking myself to that field, I am linking myself to my life ਤੇ ਇਹ ਇੱਕ ਬਹੁਤ ਵੱਡਾ ਜਿਹੜਾ ਇੱਕ ਵਰਚੁਅਲ ਟੂਲ ਸਾਡੇ ਕੋਲ ਅਵੇਲੇਬਲ ਹੈ ਜਿਹੜੇ ਕਿ ਸਟੂਡੈਂਟਸ ਇਸ ਨੂੰ ਐਕਸਪਲੋਰ ਕਰ ਸਕਦੇ ਨੇ ਤੇ ਦੇਖ ਸਕਦੇ ਨੇ ਕਿ ਉਹਨਾਂ ਦੀ ਜਿਹੜੀ ਲਾਈਕੇਬਿਲਿਟੀ ਹੈ ਉਹ ਉਹਨਾਂ ਨੂੰ ਰਾਈਟ ਡਾਇਰੈਕਸ਼ਨ ਵੱਲ ਜਿਹੜੀ ਹੈ ਉਹ ਗਾਈਡ ਕਰ ਰਹੀ ਹੈ ਜਾਂ ਫਿਰ ਉਹਨਾਂ ਨੂੰ ਕਿਸੇ ਹੋਰ ਤਰ੍ਹਾਂ ਨਾਲ ਸੋਚਣਾ ਚਾਹੀਦਾ ਹੈ। ਬਹੁਤ ਵਧੀਆ ਜੀ। ਇਹ ਦੇਖੋ ਇੱਕ ਨਵੀਂ ਚੀਜ਼ ਸੀ, ਜਦੋਂ ਬੱਚਾ ਇੰਟਰਨਸ਼ਿਪ ਕਰਦਾ ਸੀਗਾ ਉਹਨੂੰ ਆਪਣੇ ਘਰ ਤੋਂ 200 400 500 ਕਿਲੋਮੀਟਰ ਦੂਰ ਜਾਣਾ ਪੈਂਦਾ ਸੀਗਾ, ਜਿੱਥੇ ਜਾ ਕੇ ਉਹ ਪੈਸੇ ਵੀ ਖਰਚ ਕੇ ਜਾਂਦਾ ਸੀ, ਟਾਈਮ ਵੀ ਲਗਾਉਂਦਾ ਸੀਗਾ, ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਜਿਹੜਾ ਬੈਠਦਾ ਵੀ ਸੀਗਾ ਤੇ ਉੱਥੋਂ ਬੜਾ ਸਾਰਾ ਟਾਈਮ ਲਗਾ ਕੇ ਜਿਹੜਾ ਹੈ ਸਿੱਖਣਾ ਪੈਂਦਾ ਸੀਗਾ। ਹੁਣ ਜਿਹੜੀ ਚੀਜ਼ ਬੱਚੇ ਨੂੰ ਮਿਲ ਰਹੀ ਹੈ ਉਹ ਘਰ ਬੈਠੇ ਹੀ ਆਪਣੇ ਬੈਡਰੂਮ ਦੇ ਵਿਚਕਾਰ ਬੈਠੇ ਹੀ ਉਹ ਸਾਰੀਆਂ ਇੰਟਰਨਸ਼ਿਪਸ ਜਿਹੜੀਆਂ ਹੈ ਉਹ ਘਰ ਬੈਠੇ ਕਰ ਸਕਦਾ ਹੈ, ਨਾ ਉਹਨੂੰ ਘਰੋਂ ਬਾਹਰ ਜਾਣ ਦੀ ਲੋੜ ਹੈ, ਨਾ ਕਈ ਮਹੀਨੇ ਲਗਾਉਣ ਦੀ ਲੋੜ ਹੈ। ਉਹਨੂੰ ਜਿਹੜੀ ਐਕਸਪਰਟਸ ਦੇ ਥਰੂ ਜਿਹੜੀ ਹੈ ਉਹ ਸਾਰੀ ਗਾਈਡੈਂਸ, ਉਹ ਸਾਰੀ ਨੌਲੇਜ ਜਿਹੜੀ ਹੈ ਘਰ ਮਿਲ ਸਕਦੀ ਹੈ। ਮੈਂ ਸਮਝਦਾ ਕਿ ਵੀ ਇਹੋ ਜਿਹੀ ਇਨਫੋਰਮੇਸ਼ਨ ਜਿਹੜੀ ਅੱਜ ਤੁਸੀਂ ਸਾਂਝੀ ਕੀਤੀ ਹੈ ਬੱਚਿਆਂ ਦੇ ਨਾਲ, ਇਹ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਇਹੋ ਜਿਹੇ ਟੂਲਸ ਅਵੇਲੇਬਲ ਨੇ। ਮੈਂ ਕਹਿੰਦਾ ਟੂਲ ਜਿਹੜਾ ਵਰਚੁਅਲ ਇੰਟਰਨਸ਼ਿਪ ਦਾ ਅਸੀਂ ਵੀ ਨਹੀਂ ਪਹਿਲੇ ਸੁਣਿਆ, ਇਹ ਲੇਟੈਸਟ ਟੂਲ ਹੈ ਕੋਈ ਜਿਹੜਾ ਹੈ ਸਾਰੇ ਬੱਚਿਆਂ ਦੇ ਸਾਹਮਣੇ ਆਇਆ ਜੀ। ਤੇ ਜਿਹੜੀ ਮੈਂ ਅੱਗੇ ਸਮਾਂ ਜਿਹੜਾ ਸਾਡਾ ਬੀਤਦਾ ਜਾ ਰਿਹਾ, ਬੱਚਿਆਂ ਦੇ ਅੱਗੇ ਜਾ ਕੇ ਸਵਾਲ ਵੀ ਲੈਣੇ ਨੇ ਆਪਾਂ, ਤੇ ਉਹਦੇ ਜਿਹੜਾ ਮੈਂ ਚੀਜ਼ ਪੁੱਛਣਾ ਚਾਹੁੰਦਾ ਸੀਗਾ ਕਿ ਮੈਂ ਬੱਚਿਆਂ ਨੂੰ ਵੀ ਕਹਾਂਗਾ ਵੀ ਜੇ ਕਾਪੀ ਪੈਨ ਤੁਹਾਡੇ ਕੋਲ ਹੈ ਤੇ ਕਾਪੀ ਪੈਨ ਤੁਸੀਂ ਰੱਖ ਲਓ ਤੇ ਮੈਡਮ ਤੁਹਾਨੂੰ ਦੱਸਣ ਕਿ ਕੀ ਸਟੈਪਸ ਨੇ ਜਿਨ੍ਹਾਂ ਦੇ ਥਰੂ ਬੱਚਾ ਆਪਣਾ ਕੈਰੀਅਰ ਪਲਾਨ ਬਣਾ ਸਕਦਾ ਹੈ। ਇੱਕ ਸਟੈਪ ਪੌੜੀ ਬਾਈ ਪੌੜੀ ਚੜ ਕੇ ਕਿੱਦਾਂ ਜਿਹੜਾ ਆਪਣਾ ਕੈਰੀਅਰ ਸਟੈਪ ਜਿਹੜਾ ਕੈਰੀਅਰ ਫਾਰਮੂਲੇਟ ਕਰ ਸਕਦਾ ਹੈ, ਉਹ ਕੀ ਸਟੈਪਸ ਨੇ, ਇੱਕ ਵਾਰੀ ਉਹ ਜ਼ਰੂਰ ਤੁਸੀਂ ਡਿਸਕਸ ਕਰੋ ਬੱਚਿਆਂ ਦੇ ਨਾਲ। ਵਾਈ ਨਾਟ ਸਰ, ਕਿ ਇਹੀ ਤਾਂ ਸਾਡਾ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਕਿ ਸਾਡਾ ਜਿਹੜਾ ਸਕਸੈਸ ਫਾਰਮੂਲੇਟਡ ਪਲਾਨ ਹੈ ਉਹ ਕੀ ਹੋਣਾ ਚਾਹੀਦਾ ਹੈ ਤੇ ਬੱਚੇ ਉਹਨੂੰ ਕਿੱਦਾਂ ਬਣਾ ਸਕਦੇ ਨੇ। ਤੇ ਮੈਂ ਜਦੋਂ ਕੁਐਸਚਨਸ ਪੜ੍ਹ ਰਹੀ ਸੀ ਜਿਹੜੇ ਬੱਚਿਆਂ ਨੇ ਜਿਹੜਾ ਆਪਣੇ ਫਾਰਮ ਦੇ ਵਿੱਚ ਜਦੋਂ ਸਾਨੂੰ ਭੇਜੇ ਤੇ ਮੈਂ ਆਪਣਾ ਸਾਰਾ ਜਿਹੜਾ ਅੱਜ ਦਾ ਜਿਹੜਾ ਆਪਣਾ ਵੈਬਿਨਾਰ ਸੀ ਉਸ ਹਿਸਾਬ ਨਾਲ ਡਿਜ਼ਾਈਨ ਕੀਤਾ ਕਿ ਤਾਂ ਕਿ ਉਹਨਾਂ ਨੂੰ ਆਪਣੇ ਕੁਐਸਚਨਸ ਦੇ ਜਿਹੜੇ ਆਨਸਰਸ ਨੇ ਉਹ ਉਹਦੇ 'ਚ ਵੀ ਮਿਲ ਜਾਣ। ਤੇ ਜਿਹੜੀ ਇਹ ਫਾਰਮੂਲੇਟਡ ਪਲਾਨ ਦੀ ਗੱਲ ਹੈ ਜਿਹੜੀ ਕਿ ਬੱਚੇ ਨੂੰ ਕਿੱਦਾਂ ਆਪਣੇ ਆਪ ਨੂੰ ਐਕਸਪਲੋਰ ਕਰਨਾ ਹੈ, ਤੇ ਸਭ ਤੋਂ ਪਹਿਲੇ ਤੇ ਬੱਚੇ ਆਈ ਵਿਲ ਬੀ ਐਡਵਾਈਜ਼ਿੰਗ ਯੂ ਕਿ ਫਰਸਟ ਫਾਈਂਡ ਆਊਟ ਯੋਰ ਓਨ ਨਿਚ। ਮਤਲਬ ਕਿ ਜਿਵੇਂ ਮੈਂ ਗੱਲ ਕੀਤੀ ਕਿ ਤੁਸੀਂ ਸਾਰੇ ਹੀ ਯੂਨੀਕ ਹੋ, ਤੁਸੀਂ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਐਸੀ ਕੁਆਲਿਟੀ ਹੈ ਜਿਹੜੀ ਕਿ ਤੁਹਾਨੂੰ ਦੂਸਰਿਆਂ ਨਾਲੋਂ ਬਿਲਕੁਲ ਅਲੱਗ ਬਣਾਉਂਦੀ ਹੈ, ਤੁਹਾਡੇ ਵਿੱਚ ਕੁਝ ਖਾਸੀਅਤ ਹੈ। ਤੁਸੀਂ ਅਗਰ ਆਪਣੀ ਉਸ ਖਾਸੀਅਤ ਨੂੰ ਸਮਝ ਪਾਓ ਕਿ ਅਗਰ ਇਹਨੂੰ ਆਪਣੇ ਇੰਟਰਸਟ ਨੂੰ ਥੋੜਾ ਜਿਹਾ ਐਕਸਪਲੋਰ ਕਰ ਪਾਓ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕਿਹੜੀਆਂ ਚੀਜ਼ਾਂ ਦੇ ਵਿੱਚ ਜ਼ਿਆਦਾ ਇੰਟਰਸਟ ਆਇਆ ਹੈ, ਕਿਹੋ ਜਿਹੀਆਂ ਮੂਵੀਜ਼ ਨੇ ਤੁਹਾਨੂੰ ਅਟਰੈਕਟ ਕੀਤਾ ਹੈ, ਕਿਹੋ ਜਿਹੀਆਂ ਬੁੱਕਸ ਨੇ ਤੁਹਾਨੂੰ ਅਟਰੈਕਟ ਕੀਤਾ ਹੈ, ਕਿਹੋ ਜਿਹੇ ਲੋਕ ਤੁਹਾਨੂੰ ਪਸੰਦ ਆਏ ਨੇ, ਜਾਂ ਆਪਣੇ ਸਕੂਲ ਦੇ ਵਿੱਚ ਤੁਹਾਡੀ ਜਿਹੜੀ ਆਪਣੀ ਇੱਕ ਇਮੇਜ ਹੈ ਉਹ ਕਿਸ ਤਰ੍ਹਾਂ ਦੀ ਹੈ, ਜਾਂ ਯੂਜੂਅਲੀ ਜਦੋਂ ਤੁਹਾਨੂੰ ਕੋਈ ਵੀ ਕੰਪਲੀਮੈਂਟ ਦਿੰਦਾ ਹੈ, ਤੁਹਾਡੇ ਟੀਚਰਸ ਦਿੰਦੇ ਆ, ਤੁਹਾਡੇ ਫਰੈਂਡਸ ਦਿੰਦੇ ਨੇ, ਉਹ ਕੰਪਲੀਮੈਂਟ ਕਿਸ ਤਰ੍ਹਾਂ ਦੇ ਹੁੰਦੇ ਨੇ। ਔਰ ਅਗਰ ਤੁਸੀਂ ਉਹਨਾਂ ਨੂੰ ਫਿਗਰ ਆਊਟ ਕਰ ਸਕੋ ਤੇ ਯੂ ਕੁਡ ਕਮ ਟੂ ਵਨ ਆਫ ਦਾ ਕਨਕਲੂਜਨਸ ਕਿ ਤੁਹਾਡਾ ਕੁਝ ਸਪੈਸ਼ਲ ਜਿਹੜਾ ਪਾਰਟ ਹੈ ਉਹ ਨਿਕਲ ਕੇ ਤੁਹਾਨੂੰ ਸਾਹਮਣੇ ਦਿਖੇਗਾ ਕਿ that is your niche, that is your excellence, that is your uniqueness. And once you find out that uniqueness of you, then you start searching out the right institute and location. मतलब institute ਦਾ ਵੀ ਜਿੱਥੇ ਬਹੁਤ ਵੱਡਾ ਰੋਲ ਰਹਿੰਦਾ ਹੈ ਉੱਥੇ location is also that matters a lot ਕਿ ਤੁਹਾਨੂੰ ਸਬ ਅਰਬਨ ਪਸੰਦ ਹੈ, ਅਰਬਨ ਪਸੰਦ ਹੈ, ਰੂਰਲ ਪਸੰਦ ਹੈ, ਤੁਹਾਨੂੰ ਕਰਾਊਡਡ ਸਿਟੀ ਚਾਹੀਦੀ ਹੈ, ਜਾਂ ਤੁਹਾਨੂੰ ਇੱਕ ਇਹੋ ਜਿਹੀ ਲੋਕੇਸ਼ਨ ਚਾਹੀਦੀ ਹੈ ਜਿੱਥੇ ਸਿਰੈਨਿਟੀ ਜ਼ਿਆਦਾ ਹੋਵੇ, ਜਿੱਥੇ ਨੇਚਰ ਜ਼ਿਆਦਾ ਹੋਏ। ਅਗਰ ਤੁਸੀਂ ਆਪਣਾ ਰਾਈਟ ਇੰਸਟੀਚਿਊਟ ਜਿਹੜਾ ਹੈ ਉਹ ਫਿਗਰ ਆਊਟ ਕਰਦੇ ਹੋ, ਆਪਣੀ ਲੋਕੇਸ਼ਨ ਨੂੰ ਦੇਖਦੇ ਹੋ, then you put it in the best of your efforts to like ਜਿਹੜੇ ਮੈਨੂੰ ਲੱਗਦਾ ਹੈ ਕਿ
ਜਿਹੜੇ ਕਾਲਜ ਦੇ ਜਿਹੜੇ 3-4 ਸਾਲ ਹੁੰਦੇ ਨੇ ਅਸੀਂ ਉਸ ਟਾਈਮ ਤੇ ਅਗਰ ਅਸੀਂ ਆਪਣੇ ਆਪ ਨੂੰ ਬਹੁਤ ਅੱਛੀ ਤਰ੍ਹਾਂ ਨਾਲ ਆਪਣੇ ਬੈਸਟ ਐਫਰਟਸ ਜਿਹੜੇ ਨੇ ਅਗਰ ਆਪਣੇ ਕੋਰਸ ਦੇ ਵਿੱਚ ਵੈਂਚਰ ਕਰ ਸਕੀਏ। ਦੇਖੋ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਬਹੁਤ ਸਾਨੂੰ ਸਮਝਣਾ ਪਏਗਾ ਬਰੀਕੀ ਦੇ ਨਾਲ। ਅਗਰ ਤੁਸੀਂ ਸੁਣ ਰਹੇ ਹੋ ਤਾਂ ਥੋੜਾ ਧਿਆਨ ਲਗਾ ਕੇ ਇੱਥੇ ਸੁਣਨਾ ਕਿ ਦੇਖੋ ਐਫਰਟਸ ਤੇ ਹਰ ਇੱਕ ਨੂੰ ਕਰਨੇ ਨੇ। ਇੱਕ ਸਟੂਡੈਂਟ ਹੈ ਜਿਹੜਾ ਸਕੂਲ ਕਾਲਜ ਦੇ ਵਿੱਚ ਐਫਰਟ ਕਰ ਲੈਂਦਾ ਹੈ ਔਰ ਉਹ ਜਿਹੜਾ ਹੈ ਕਿ ਉਹ ਰਾਈਟ ਜਗ੍ਹਾ ਤੇ ਪਲੇਸ ਹੋ ਜਾਂਦਾ ਹੈ, ਰਾਈਟ ਉਹਨੂੰ ਇੰਸਟੀਚਿਊਟ ਵੀ ਮਿਲ ਜਾਂਦਾ ਹੈ, ਟੌਪ ਮੋਸਟ ਇੰਸਟੀਚਿਊਟਸ ਵੀ ਮਿਲ ਜਾਂਦੇ ਨੇ ਔਰ ਲੋਕੇਸ਼ਨ ਵੀ ਆਪਣੇ ਹਿਸਾਬ ਨਾਲ ਮਿਲ ਜਾਂਦੀ ਹੈ ਔਰ ਕੋਰਸ ਵੀ ਆਪਣੇ ਹਿਸਾਬ ਨਾਲ ਮਿਲ ਜਾਂਦਾ ਹੈ। ਪਰ ਕੁਝ ਸਟੂਡੈਂਟਸ ਨੇ ਜਿਨ੍ਹਾਂ ਦਾ ਸਟਾਰਟਿੰਗ ਦੇ ਵਿੱਚ ਜਿਹੜਾ ਐਕੈਡਮਿਕਸ ਵੱਲ ਇੰਟਰਸਟ ਨਹੀਂ ਹੁੰਦਾ। ਮੈਂ ਨਹੀਂ ਕਹਿੰਦੀ ਕਿ ਉਹ ਕੁਝ ਨਹੀਂ ਕਰ ਸਕਦੇ, ਬਹੁਤ ਕੁਝ ਉਹਨਾਂ ਵਾਸਤੇ ਹੀ ਬਣਿਆ ਹੈ ਕਿ ਅਗਰ ਅਸੀਂ ਦੇਖੀਏ ਕਿ ਉਹਨਾਂ ਦੀ ਕ੍ਰੀਏਟੀਵਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਕਿ ਸ਼ਾਇਦ ਉਹ ਡਿਜ਼ਾਈਨ ਕੀਤੇ ਜਾਂਦੇ ਨੇ ਕਿ ਉਹ ਇੱਕ ਆਥਰ ਵੀ ਹੋ ਸਕਦੇ ਨੇ, ਉਹ ਇੱਕ ਫਿਲਮ ਡਿਜ਼ਾਈਨਿੰਗ ਵਿੱਚ ਵੀ ਜਾ ਸਕਦੇ ਨੇ, ਉਹ ਇੱਕ ਡਾਇਰੈਕਟਰ ਵੀ ਬਣ ਸਕਦੇ ਨੇ। ਜਦੋਂ ਉਹ ਆਪਣੇ ਆਪ ਨੂੰ ਸਮਝਦੇ ਨੇ ਜਾਂ ਸਪੋਜ਼ ਜੌਬ ਸ਼ੁਰੂ ਕਰਦੇ ਨੇ ਜਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਨੇ, ਉਹ ਉਸ ਵੇਲੇ ਐਫਰਟਸ ਲਗਾਉਣੇ ਸ਼ੁਰੂ ਕਰਦੇ ਨੇ ਤੇ ਆਪਣੇ ਐਫਰਟਸ ਦੇ ਬੇਸਿਸ ਦੇ ਉੱਤੇ ਉਹ ਇੱਕ ਟੌਪ ਰੈਂਕਿੰਗ ਆਪਣੇ ਆਪ ਨੂੰ ਜਿਹੜਾ ਹੈ ਟੌਪ ਰੈਂਕਸ ਦੇ ਵਿੱਚ ਲੈ ਜਾਂਦੇ ਨੇ। ਮਤਲਬ ਐਫਰਟ ਜਿਹੜਾ ਹੈ ਉਹ ਸਕੂਲ ਵੇਲੇ ਵੀ ਲਗਾਉਣਾ ਹੈ, ਕਾਲਜ ਵੇਲੇ ਵੀ ਲਗਾਉਣਾ ਹੈ, ਜਾਂ ਫਿਰ ਸਾਡੀ ਮਰਜ਼ੀ ਹੈ ਕਿ ਅਸੀਂ ਉਹ ਆਪਣੀ ਜੌਬ ਜਾਂ ਆਪਣੇ ਬਿਜ਼ਨਸ ਤੇ ਲਗਾਉਣਾ ਹੈ। ਬਿਨਾਂ ਐਫਰਟਸ ਤੋਂ ਸਕਸੈਸ ਨਹੀਂ ਮਿਲਦੀ, ਇਹ ਸਾਨੂੰ ਸਮਝਣਾ ਪਏਗਾ। ਔਰ ਉਹ ਸਾਡੀ ਮਰਜ਼ੀ ਹੁੰਦੀ ਹੈ ਕਿ ਅਸੀਂ ਆਪਣਾ ਜਦੋਂ ਨਿਚ ਫਾਈਂਡ ਆਊਟ ਕੀਤਾ, ਸਪੋਜ਼ ਆਈ ਐਮ ਡਿਜ਼ਾਈਨ ਟੂ ਬੀ ਅ ਕੰਟੈਂਟ ਰਾਈਟਰ, ਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਕੰਟੈਂਟ ਰਾਈਟਰ ਆ ਤੇ ਮੈਂ ਆਪਣੇ ਆਪ ਨੂੰ ਉਹੋ ਜਿਹੇ ਕੋਰਸਿਸ ਨਾਲ ਅਲਾਈਨਡ ਕਰਤਾ, ਆਪਣੇ ਆਪ ਨੂੰ ਉਹੋ ਜੀ ਇੱਕ ਵਿਸਿਨਿਟੀ ਦੇ ਵਿੱਚ ਅਲਾਈਨਡ ਕਰ ਦਿੱਤਾ ਔਰ ਆਪਣੇ ਆਪ ਨੂੰ ਰਾਈਟ ਗਾਈਡੈਂਸ ਦੇ ਵਿੱਚ ਪਾ ਕੇ ਰਾਈਟ ਐਂਬੀਐਂਸ ਪ੍ਰੋਵਾਈਡ ਕਰਤੀ ਔਰ ਆਪਣੇ ਬੈਸਟ ਐਫਰਟਸ ਪਾਣੇ ਸ਼ੁਰੂ ਕਰਤੇ, ਤੇ obviously in the coming 4-5 years I'll be on to the top grade। मतलब मैं उस फील्ड कंटेंट राइटिंग ਦੇ ਵਿੱਚ ਸਭ ਤੋਂ ਅਗਰ ਕਹਾਂ ਕਿ I'll be on to the top level। अगर पर मैं सपोज मैं एफर्ट्स इस वेले नहीं पाए और लेटर लाइफ विच मैनू रियलाइज होया कि यार समथिंग इज मिसिंग, बट मैं उस वेले एफर्ट्स पाने शुरू किए, एफर्ट्स तो फिर भी पाने पे। दैट मीनस कि सानू एफर्ट्स ते पाने ही पैणगे, चाहे असी अज पा लीए ते चाहे कल पा लीए, ये साडे उत्ते डिपेंड करता है। बट राइट एफर्ट एट द right place, right effort into the right stream, right effort into the right course, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। that comes with exploring self। ਫਿਰ ਜਿਵੇਂ ਅਸੀਂ ਖੁਦ ਨੂੰ ਐਕਸਪਲੋਰ ਕੀਤਾ, ਜਿਵੇਂ ਕੰਟੈਂਟ ਰਾਈਟਿੰਗ ਦੇ ਵਿੱਚ ਆਈ ਕੈਨ ਲਾਈਕ ਗੋ ਵਿਦ ਇੰਟਰਨਸ਼ਿਪਸ ਜਾਂ ਵਰਚੁਅਲ ਇੰਟਰਨਸ਼ਿਪਸ ਮੈਂ ਲੈ ਸਕਦੀ ਹਾਂ। ਫਿਰ ਆਈ ਕੈਨ ਜੌਬ ਸ਼ੈਡੋਇੰਗ ਅ ਪਰਸਨ। ਜੌਬ ਸ਼ੈਡੋਇੰਗ ਹੁੰਦੀ ਹੈ ਕਿ ਜਿਹੜੇ ਆਲਰੇਡੀ ਸਪੋਜ਼ ਐਸਟੈਬਲਿਸ਼ ਕੰਟੈਂਟ ਰਾਈਟਰ ਨੇ, ਮੈਂ ਉਹਨਾਂ ਦੇ ਨੀਚੇ ਜਿਵੇਂ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਸਮਝਾਂ ਕਿ ਇਹ ਕਿਹੋ ਜਿਹਾ ਕੰਮ ਕਰਦੇ ਨੇ ਜਾਂ ਇਹਨਾਂ ਦਾ ਐਕਸੀਲੈਂਸ ਏਰੀਆ ਕੀ ਹੈ। ਦਿਸ ਇਜ਼ ਕਾਲਡ ਜੌਬ ਸ਼ੈਡੋਇੰਗ। then I can choose up कि मैं एक जॉब करना है, कि मैं अपना एज एन एंटरप्रेन्योर काम करना है। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਔਰ ਆਪਣੇ ਆਪ ਨੂੰ ਐਕਸਪਲੋਰ ਕਰਦੇ ਜਾਣਾ, ਆਪਣੇ ਆਪ ਨੂੰ ਬੈਸਟ ਜਿਹੜਾ ਉਹਦੇ ਚੋਂ ਨਿਕਾਲੀ ਜਾਣਾ ਐਫਰਟਸ ਪਾ ਕੇ, ਔਰ ਆਪਣੀ ਜਿਹੜੀ ਪੋਜੀਸ਼ਨ ਹੈ, ਜਿਹੜੀ ਮੇਰੀ ਸਕਸੈਸ ਮੈਨੂੰ ਚਾਹੀਦੀ ਹੈ ਜਾਂ ਜਿਸ ਪੈਸ਼ਨ ਵਾਸਤੇ ਮੈਂ ਡਿਜ਼ਾਈਨ ਹੋਇਆ ਉਹਨੂੰ ਐਕਸਪਲੋਰ ਕਰਕੇ ਮੈਂ ਇੱਕ ਇਸ ਲੈਵਲ ਤੇ ਪਹੁੰਚਣਾ ਹੈ ਕਿ ਹਾਂ this is what I called success, this is what I called passion। और ਜਿਹੜਾ ਲਾਸਟ ਪਾਰਟ ਮੈਂ ਲਿਖਿਆ ਇੱਥੇ ਗਿਵਿੰਗ ਬੈਕ ਟੂ ਦ ਸੋਸਾਇਟੀ, ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਦੋਂ ਅਸੀਂ ਇੱਕ ਲੈਵਲ ਨੂੰ ਅਚੀਵ ਕਰ ਜਾਈਏ, ਜਦੋਂ ਅਸੀਂ ਸਕਸੈਸ ਤੇ ਅਚੀਵ ਕਰ ਜਾਈਏ, ਫਿਰ ਜੋ ਕੁਝ ਸਾਡੇ ਕੋਲ ਹੈ ਅਸੀਂ ਉਹ ਸੋਸਾਇਟੀ ਨੂੰ ਜਿਹੜਾ ਹੈ ਉਹ ਵਾਪਸ ਦੇਣ ਦੀ ਜਿਹੜੀ ਹੈ ਉਹ ਇੱਕ ਮਤਲਬ ਸੈਲਫਲੈਸਲੀ ਅਸੀਂ ਸੋਸਾਇਟੀ ਨੂੰ ਡਿਵੋਟ ਕਰੀਏ, ਜਿਹਦੇ ਨਾਲ ਜਿਹੜਾ ਸਾਡਾ ਜਿਹੜਾ ਪ੍ਰਿੰਸੀਪਲ ਸਾਨੂੰ ਗੁਰੂ ਨਾਨਕ ਦੇਵ ਜੀ ਸਿਖਾਉਂਦੇ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਜਿਹੜਾ ਵੰਡ ਛਕੋ ਹੈ ਉਹ ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਵੀ ਲੈ ਕੇ ਆਈਏ ਕਿ ਅਸੀਂ ਸਿਰਫ ਮਾਇਆ ਹੀ ਨਹੀਂ, ਸੇਵਾ ਹੀ ਨਹੀਂ, ਸਿਰਫ ਜੋ ਸਾਡੀ ਸਕਿੱਲਸ ਨੇ ਜਾਂ ਜੋ ਅਸੀਂ ਆਪਣੀ ਨੌਲੇਜ ਗੇਨ ਕੀਤੀ ਹੈ, ਇਹ ਵੀ ਅਸੀਂ ਸੁਸਾਇਟੀ ਨੂੰ ਵਾਪਸ ਜਿਹੜੀ ਹੈ ਫ੍ਰੀ ਆਫ ਕਾਸਟ ਦੇ ਪਾਈਏ। ਤੇ ਇਹ ਜਿਹੜਾ ਇੱਕ ਪਲਾਨ ਹੈ, ਅਗਰ ਸਟੂਡੈਂਟ ਆਪਣੀ ਲਾਈਫ ਵਿੱਚ ਫੋਲੋ ਕਰਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੀ ਲਾਈਫ ਵਿੱਚ ਕਿੱਥੇ ਵੀ ਪਿੱਛੇ ਰਹਿ ਜਾਏਗਾ ਜਾਂ ਫਿਰ ਉਹਨੂੰ ਜਿਹੜੀ ਸਕਸੈਸ ਉਹ ਡਿਜ਼ਾਇਰ ਕਰ ਰਿਹਾ ਉਹ ਨਹੀਂ ਮਿਲੇਗੀ, ਜਾਂ ਜਿਹੜੇ ਪੈਸ਼ਨ ਨੂੰ ਅਚੀਵ ਕਰਨਾ ਚਾਹ ਰਿਹਾ ਉਹ ਉਹਨੂੰ ਨਹੀਂ ਮਿਲੇਗਾ। 100% ਸ਼ੋਰ ਹੈ ਕਿ ਅਗਰ ਉਹ ਇਹਨਾਂ ਪੁਆਇੰਟਸ ਨੂੰ ਫੋਲੋ ਕਰਦਾ ਹੈ ਤੇ ਹੀ ਵਿਲ ਗੈਟ ਦ ਥਿੰਗਸ that he is aspiring for, he'll get the thing that he demands for, he'll get the thing that he is designed for।
ਤੇ ਮੈਨੂੰ ਲੱਗਦਾ ਹੈ ਕਿ ਇਹ ਪਲਾਨ ਜਿਹੜਾ ਹੈ ਹਰ ਸਟੂਡੈਂਟ ਨੂੰ ਆਪਣੀ ਲਾਈਫ ਵਿੱਚ ਅਪਲਾਈ ਕਰ ਲੈਣਾ ਚਾਹੀਦਾ ਹੈ, ਤਾਂ ਕਿ ਉਹ ਲਾਸਟ ਦੇ ਵਿੱਚ ਜਦੋਂ ਆਪਣੇ ਆਪ ਨੂੰ, ਜਦੋਂ ਇਹ ਵਾਲੇ ਟਾਈਮ ਆਉਂਦਾ ਹੈ ਜਦੋਂ ਅਸੀਂ 40s 50s ਦੇ ਵਿੱਚ ਪਹੁੰਚਦੇ ਹਾਂ, ਉਸ ਵੇਲੇ ਹੀ ਸ਼ੁੱਡ ਨਾਟ ਲੁੱਕ ਐਟ ਕਿ ਹੁਣ ਮੈਂ ਕੀ ਕਰਾਂ, ਆਈ ਐਮ ਨਾਓ ਇਨਟੂ ਦ ਟ੍ਰੈਪ, ਕਿ ਨਾ ਮੇਰੇ ਕੋਲ ਲਾਈਫ ਟਾਈਮ ਦੇ ਰਹੀ ਹੈ, ਔਰ ਜਿਹੜੇ ਮਤਲਬ ਜਿਹੜੀ ਮੇਰੀ सोसाइटी या मेरी फैमिली है इस वेले मेरे तो चाह रही है कि हाँ मैं उन्होंने सपोर्ट करा, और मैं राइट सपोर्ट with plenty of money around ਉਹ ਤਾਂ ਦੇ ਸਕਦਾ ਕਿ ਅਗਰ ਮੈਂ ਇਹ ਫਾਰਮੂਲੇਟਡ ਈਅਰਸ ਜਿਹੜੇ ਨੇ ਆਪਣੇ ਜਿਹੜੇ ਈਅਰਸ ਨੂੰ ਅੱਛੀ ਤਰ੍ਹਾਂ ਨਾਲ ਐਕਸਪਲੋਰ ਕਰਕੇ, ਅੱਛੀ ਤਰ੍ਹਾਂ ਨਾਲ ਇਹਨੂੰ ਬੈਸਟ ਐਫਰਟਸ ਦੇ ਕੇ, ਔਰ ਪ੍ਰੋਪਰ ਇੱਕ ਆਪਣੀ એનર્ਜੀ ਜਿਹੜਾ ਹੈ ਉਹ ਰਾਈਟ ਡਾਇਰੈਕਸ਼ਨ ਦੇ ਵਿੱਚ ਲਗਾਵਾਂ, ਔਰ ਤਾਂ ਕਿ ਜਿਹੜਾ ਲਾਸਟ ਦੇ ਵਿੱਚ ਆਈ ਕੁਡ ਸੀ ਟੂ ਮਾਈ ਸੈਲਫ ਕਿ ਆਈ ਐਮ ਇਨਟੂ ਦ ਪੋਜੀਸ਼ਨ ਆਫ ਗਿਵਿੰਗ ਬੈਕ। ਮੈਂ ਤਾਂ ਹੀ ਦੇ ਸਕਦਾ ਜੇ ਮੇਰੇ ਕੋਲ ਕੁਝ ਮੇਰੇ ਭਾਂਡੇ ਵਿੱਚ ਹੋਵੇ। ਉਹ ਹੋਏਗਾ ਤਾਂ ਜੇ ਅਸੀਂ ਉਹਨਾਂ ਨੂੰ ਪ੍ਰੋਪਰ ਟਾਈਮ ਤੇ ਰਿਸੋਰਸਸ ਨਾਲ ਫਿਲ ਕੀਤਾ ਹੋਏਗਾ। ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਪਲਾਨ ਹੈ ਦੈਟ ਇਜ਼ देयर ਫॉर एवरी ਸਟੂਡੈਂਟ, ਉਹ ਚਾਹੇ ਮਤਲਬ ਜਿਸ ਵੀ ਅੱਜ ਜਿਹੜੀ ਵੀ ਕਲਾਸ ਵਿੱਚ ਹੈ, ਅੱਜ ਜਿਹੜਾ ਵੀ ਕੋਰਸ ਕਰ ਰਿਹਾ ਹੈ, ਬਟ ਇਹ ਪਲਾਨ ਜਿਹੜਾ ਆਪਣੀ ਲਾਈਫ ਦੇ ਵਿੱਚ ਫੋਲੋ ਕਰੇਗਾ ਤੇ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਲਾਈਫ ਦੇ ਵਿੱਚ ਜਿਹੜਾ ਉਹ ਸਕਸੈਸ ਡਿਜ਼ਾਇਰ ਕਰ ਰਿਹਾ ਉਹਦੇ ਤੇ ਜ਼ਰੂਰ ਪਹੁੰਚ ਜਾਏਗਾ। ਬਹੁਤ ਵਧੀਆ ਮੈਮ, ਮੈਂ ਉਮੀਦ ਕਰਦਾ ਕਿ ਬਹੁਤ ਸਾਰੇ ਬੱਚਿਆਂ ਨੂੰ ਇਹ ਚੋਂ ਹੈਲਪ ਮਿਲੇਗੀ। ਪਰ ਮੈਂ ਥੋੜਾ ਜਿਹਾ ਇਸ ਤੋਂ ਅੱਗੇ ਜਿਹੜਾ ਹੋਰ ਜਾਣਾ ਚਾਹੁੰਦਾ ਹਾਂ ਕਿ ਮੈਂ ਦੇਖ ਰਿਹਾ ਕਿ ਇਸ ਵੈਬੀਨਾਰ ਦੇ ਵਿਚਕਾਰ ਬਹੁਤ ਸਾਰੇ ਸਟੂਡੈਂਟਸ ਨੇ, ਮੈਕਸਿਮਮ ਜਿਹੜੇ ਸਾਡੇ ਐਨਰੋਲਮੈਂਟ ਵੀ ਆਈਆਂ ਸੀਗੀਆਂ, ਤੇ ਬਹੁਤ ਸਾਰੇ ਦੇ ਪੇਰੈਂਟਸ ਵੀ ਮੈਨੂੰ ਬੈਠੇ ਨਜ਼ਰ ਆ ਰਹੇ ਨੇ ਕਿ ਬੱਚਿਆਂ ਨਾਲ ਪੇਰੈਂਟਸ ਵੀ ਬੈਠੇ ਸੁਣ ਰਹੇ ਨੇ, ਕਿਉਂਕਿ ਉਹ ਚਿੰਤਤ ਨੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੀ ਉਹਨਾਂ ਦਾ ਭਵਿੱਖ ਕਿੱਦਾਂ ਵਧੀਆ ਬਣਾਈਏ। ਹੁਣ ਵੈਬੀਨਾਰ ਤੇ ਤੁਹਾਡਾ ਸੁਣ ਰਹੇ ਨੇ, ਤੁਹਾਡੀ ਮੋਟੀਵੇਸ਼ਨਲ ਸਪੀਚ ਜਿਹੜੀ ਸੁਣ ਰਹੇ ਨੇ, ਬੱਚਿਆਂ ਦੇ ਬੜੇ ਸਾਰੇ ਕਮੈਂਟਸ ਵੀ ਆ ਰਹੇ ਨੇ, ਉਹ ਤੁਹਾਨੂੰ ਥੈਂਕਸ ਵੀ ਕਰ ਰਹੇ ਨੇ ਕਿ ਬੜਾ ਵਧੀਆ ਮੋਟੀਵੇਟ ਹੈ, ਜਿਹੜੀ ਇਨਫੋਰਮੇਸ਼ਨ ਸਾਨੂੰ ਦਿੱਤੀ ਜਾ ਰਹੀ ਹੈ ਉਹ ਜਿਹੜੀ ਬੜੀ ਰਾਈਟ ਇਨਫੋਰਮੇਸ਼ਨ ਹੈ, ਇਨਫੋਰਮੇਟਿਵ ਹੈ, ਜਿਹੜੀ ਉਹਨਾਂ ਨੂੰ ਕਹਿਣ ਨੂੰ ਹੈਲਪ ਕਰ ਸਕਦੀ ਹੈ। ਪਰ ਮੈਂ ਇਸ ਤੋਂ ਅੱਗੇ ਜਿਹੜਾ ਹੈ ਜਾਣਾ ਚਾਹਾਂਗਾ ਪਲੰਗ ਕਿ ਜਿਹੜੇ ਬੱਚੇ ਸਾਡੇ ਅੱਜ ਇੱਥੇ ਬੈਠੇ ਨੇ ਵੈਬੀਨਾਰ ਸੁਣਨ ਵਾਸਤੇ, ਜਾਂ ਉਹਨਾਂ ਦੇ ਪੇਰੈਂਟਸ ਬੈਠੇ ਨੇ, ਤੁਸੀਂ ਉਹਨਾਂ ਨੂੰ ਕਿੱਦਾਂ ਹੈਲਪ ਕਰ ਸਕਦੇ ਹੋ? ਹਾਊ, ਕਿਉਂਕਿ ਦੂਰ ਦਰਾਡੇ ਬੈਠੇ ਨੇ, ਪਰ ਤੁਸੀਂ ਹੈਲਪ ਉਹਨਾਂ ਨੂੰ ਕਿੱਦਾਂ ਕਰ ਸਕਦੇ ਹੋ ਤਾਂ ਕਿ ਜਿਹੜਾ ਹੈ ਉਹ ਲਾਭ ਲੈ ਸਕਣ ਇਸ ਤੋਂ? ਜੀ ਦੇਖੋ, ਹੈਲਪ ਤੇ ਜਿਵੇਂ ਮਤਲਬ ਅਗਰ ਅਸੀਂ ਕਹੀਏ ਕਿ ਇੱਕ ਸਿੱਖ ਦੀ ਜਿਹੜੀ ਬੇਸਿਕ ਜਿਹੜੀ ਉਹਦੇ ਵਿੱਚ ਜਿਹੜਾ ਇਨਸਟਿੰਕਟ ਹੁੰਦਾ ਹੈ ਉਹ ਹੈਲਪ ਕਰਨ ਦਾ ਹੀ ਹੁੰਦਾ, ਸਪੋਰਟ ਕਰਨ ਦਾ ਹੀ ਹੁੰਦਾ ਹੈ। ਤੇ ਜਿੱਥੇ ਵੀ ਮੈਨੂੰ ਲੱਗਦਾ ਦੁਨੀਆ ਤੇ ਸਿੱਖ ਬੈਠਾ ਹੈ, ਅੱਜ ਅਸੀਂ ਦੇਖ ਹੀ ਰਹੇ ਹਾਂ ਚਾਹੇ ਕਰੋਨਾ ਦੇ ਵਿੱਚ ਕੁਝ ਵੀ ਹੋਇਆ ਤੇ ਸਿੱਖ ਕਿੱਦਾਂ ਹੈਲਪ ਕਰ ਰਹੇ ਨੇ। ਤੇ ਜੇ ਤੁਸੀਂ ਹੈਲਥ ਦੀ ਗੱਲ ਕਰਦੇ ਹੋ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਮੈਂ ਅੱਜ ਜਿਹੜੇ ਪਾਰਟਿਸਿਪੈਂਟਸ ਨੇ ਉਹਨਾਂ ਨੂੰ ਦੇਣਾ ਚਾਹੁੰਦੀ ਹਾਂ, ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਜਿੱਥੇ ਵੀ ਬੈਠੇ ਨੇ, ਚਾਹੇ ਉਹ ਸਾਡੇ ਤੱਕ ਅਪਰੋਚ ਕਰ ਪਾਉਂਦੇ ਨੇ ਜਾਂ ਨਹੀਂ, ਬਟ ਜ਼ਰੂਰ ਮਤਲਬ ਉਹ ਕਿਤੇ ਨਾ ਕਿਤੇ ਕਰੀਅਰ ਐਡਵਾਈਸ ਜਿਹੜੀ ਆ ਉਹ ਲੈ ਸਕਦੇ ਨੇ। ਪਰ ਜਿਹੜਾ ਇੱਕ ਬਹੁਤ ਇੰਪੋਰਟੈਂਟ ਟੂਲ ਜਿਹੜਾ ਮੈਂ ਬੱਚਿਆਂ ਨੂੰ ਦੇਣਾ ਚਾਹਾਂਗੀ, ਅਗਰ ਤੁਸੀਂ ਮੈਨੂੰ 2 ਮਿੰਟ ਦਿਓ ਤੇ ਮੈਂ ਤੁਹਾਨੂੰ ਆਪਣੀ ਇੱਕ ਵੈਬਸਾਈਟ ਦੇ ਉੱਤੇ ਜਿਹੜਾ ਉਹ ਲਿਜਾਣਾ ਚਾਹਾਂਗੀ, ਜਿਹੜੀ ਕਿ ਮੈਂ ਫਾਰਮੂਲੇਟ ਹੀ ਇਸ ਚੀਜ਼ ਲਈ ਕੀਤੀ ਹੈ ਕਿ ਜਿਹੜੇ ਐਡਵਾਂਸ ਟੂਲਸ ਦੀ ਮੈਂ ਗੱਲ ਕੀਤੀ, ਸਾਈਕੋਮੈਟ੍ਰਿਕ ਟੂਲਸ ਦੀ ਗੱਲ ਕੀਤੀ, ਜਾਂ ਜਿਹੜੇ 26 ਰਿਸਰਚ ਟੂਲਸ ਨੇ ਉਹ ਜਿਹੜੇ ਬੱਚੇ ਨੇ ਉਹ ਕਿਵੇਂ ਐਕਸਪਲੋਰ ਕਰ ਸਕਦੇ ਨੇ ਆਪਣੇ ਵਾਸਤੇ ਜਿਹੜਾ ਰਾਈਟ ਕਰੀਅਰ, ਰਾਈਟ ਕਾਲਜ, ਉਹ ਚਾਹੇ ਕਿਸੇ ਵੀ ਕੰਟਰੀ ਦਾ ਹੈ, ਚਾਹੇ ਅਸੀਂ ਕੈਨੇਡਾ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਗੱਲ ਕਰੀਏ, ਦੁਬਈ ਦੀ ਗੱਲ ਕਰੀਏ, ਜਰਮਨੀ ਦੀ ਗੱਲ ਕਰੀਏ, ਤੇ ਉਹ ਉੱਥੇ ਬੈਠੇ ਜਿਹੜੇ ਨੇ ਉਹ ਰਾਈਟ ਜਿਹੜਾ ਆਪਣੇ ਵਾਸਤੇ ਕੋਰਸ ਔਰ ਰਾਈਟ ਕਾਲਜ ਕਿੱਦਾਂ ਚੂਜ਼ ਕਰ ਸਕਦੇ ਨੇ। ਤੇ ਇਹ ਇੱਕ ਜਿਹੜਾ ਟੂਲ ਹੈ ਇਹ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਐਕਸਪਲੋਰ ਕਰਕੇ ਦਿਖਾਣੀ ਆ, ਜਿਹੜਾ ਕਿ ਤੁਸੀਂ ਆਪਣੇ ਕੰਪਿਊਟਰਸ ਦੇ ਨਾਲ ਜਿਹੜਾ ਉਹ ਫਾਰਮੂਲੇਟ ਕਰ ਸਕਦੇ ਹੋ। ਜਸਟ ਅ ਮਿੰਟ। ਬਹੁਤ ਵਧੀਆ ਜੀ। ਜਿੱਦਾਂ ਕਿ ਆਪਾਂ ਜੋ ਪੰਫਲੇਟ ਦਿੱਤਾ ਸੀਗਾ ਸਾਰਿਆਂ ਨੂੰ, ਤੇ ਉਹਦੇ ਵਿਚਕਾਰ ਜਿਹੜਾ ਆਪਾਂ ਲਿਖਿਆ ਸੀਗਾ ਕਿ ਜਿਹੜੇ ਬੱਚੇ ਇਸ ਵੈਬੀਨਾਰ ਨੂੰ ਅਟੈਂਡ ਕਰਨਗੇ ਉਹਨਾਂ ਨੂੰ ਜਿਹੜਾ ਹੈ ਆਪਾਂ ਕੁਝ ਟੂਲ ਜਿਹੜੇ ਨੇ ਫ੍ਰੀ ਆਫ ਕਾਸਟ ਜਿਹੜਾ ਦਿੱਤੇ ਜਾਣਗੇ, ਤਾਂ ਕਿ ਉਹ ਸਮੇਂ-ਸਮੇਂ ਤੇ ਜਿਹੜਾ ਟੂਲਸ ਨੂੰ ਯੂਜ਼ ਕਰਕੇ ਆਪਣੇ ਵਧੀਆ ਕੈਰੀਅਰ ਦਾ ਜਿਹੜਾ ਹੈ ਉਹ ਭਵਿੱਖ ਜਿਹੜਾ ਹੈ ਉਹ ਬਣਾ ਲੈਣ। ਤੇ ਮੈਂ ਸਾਰੇ ਬੱਚਿਆਂ ਨੂੰ ਰਿਕੁਐਸਟ ਕਰਾਂਗਾ ਕਿ ਇਹਨੂੰ ਬੜੇ ਧਿਆਨ ਨਾਲ ਦੇਖਿਓ ਜੇ। ਤੇ ਇਹ ਟੂਲ ਜੇ ਤੁਸੀਂ ਯੂਜ਼ ਕਰਨੇ ਨੇ ਤੇ ਘੱਟੋ ਘੱਟ 5000 ਰੁਪਇਆ ਜਿਹੜਾ ਹੈ ਖਰਚ ਕਰਨਾ ਪੈਂਦਾ, ਘੱਟੋ ਘੱਟ। ਵੱਧ ਦੀ ਗੱਲ ਨਹੀਂ ਮੈਂ ਕਰ ਰਿਹਾ ਵੀ ਕਿੰਨੇ ਕਿਸ ਚੀਜ਼ ਦੇ ਅੱਗੇ ਖਰਚਣੇ ਪੈਂਦੇ ਨੇ, ਪਰ ਘੱਟੋ ਘੱਟ ਇਹਦਾ ਅਸੈਸ ਵੀ ਜੇ ਲੈਣਾ ਹੈ ਤੇ ਇੰਨੀ ਕੋਸਟਿੰਗ ਇਹਦੀ ਹੈਗੀ ਹੈ, ਜਿਹੜੀ ਅੱਜ ਤੁਹਾਨੂੰ ਫ੍ਰੀ ਜਿਹੜੀ ਹੈ ਅੱਜ ਮਿਲ ਰਹੀ ਹੈ। ਤੇ ਮੈਡਮ ਹੁਣੇ ਤੁਹਾਨੂੰ ਦੱਸਣਗੇ ਵੀ ਕਿਹੜੀ ਸਾਈਟ ਤੋਂ ਕਿੱਦਾਂ ਤੁਸੀਂ ਜਿਹੜਾ ਹੈ ਤੁਸੀਂ ਟੂਲਸ ਨੂੰ ਯੂਜ਼ ਕਰ ਸਕਦੇ ਹੋ। ਤੇ ਜਿਹੜੀ ਮੈਡਮ ਨਾਲ ਮੇਰੀ ਗੱਲ ਹੋ ਰਹੀ ਸੀ ਹੁਣੇ ਪਹਿਲੇ, ਕਹਿੰਦੇ ਕਿ ਵੀ ਜਿਹੜੇ ਟੂਲਸ ਨੇ ਸਿਰਫ
ਇਨੀਸ਼ੀਅਲ ਲੈਵਲ ਤੇ ਇੱਕ ਹਫਤੇ ਲਈ ਓਪਨ ਕਰਾਂਗੇ, ਜਿਹੜੇ ਇੱਕ ਹਫਤੇ ਰਜਿਸਟਰ ਕਰ ਲੈਣਗੇ ਬੱਚਿਆਂ ਦੇ ਵਿਚਕਾਰ, ਉਹ ਟੂਲ ਜਿਹੜੇ ਨੇ ਨੂੰ ਜਿਹੜਾ ਆਪਾਂ ਉਹਨਾਂ ਨੂੰ ਯੂਜ਼ ਕਰਨ ਲਈ ਅਗਲੇ ਟਾਈਮ ਦੇ ਵਿਚਕਾਰ ਆਪਾਂ ਫ੍ਰੀ ਦਿੰਦੇ ਰਾਂਗੇ। ਹਾਂਜੀ ਮੈਮ ਦੱਸੋ ਵੀ ਕਿੱਦਾਂ ਬੱਚਿਆਂ ਨੂੰ, ਬੱਚੇ ਉਤਾਵਲੇ ਨੇ ਬੜੇ ਸਾਰੇ ਕਿ ਵੀ ਕਿੱਦਾਂ ਉਹਨਾਂ ਨੂੰ ਆਪਣੇ ਹੱਥਾਂ ਦੇ ਵਿਚਕਾਰ ਉਹ ਟੂਲਸ ਮਿਲ ਜਾਣਗੇ ਜਿਨ੍ਹਾਂ ਦੇ ਥਰੂ ਉਹ ਸਾਰਾ ਜਿਹੜਾ ਹੈ ਆਪਣਾ ਕੈਰੀਅਰ ਪਲਾਨ ਕਰ ਸਕਦੇ ਨੇ ਜੀ। ਦੇਖੋ ਬੜਾ ਈਜ਼ੀ ਹੈ, ਅਗਰ ਅਸੀਂ ਗੂਗਲ ਖੋਲਦੇ ਹਾਂ ਤੇ ਉੱਥੇ ਅਸੀਂ ਟਾਈਪ ਕਰਨਾ ਹੈ careermpkp.com। ਜਦੋਂ ਇਹਨੂੰ ਅਸੀਂ ਐਕਸੈਸ ਕਰਾਂਗੇ ਤੇ ਵੀਲ ਗੈਟ ਅ ਵੈਬਸਾਈਟ। ਜਿਹੜੀ ਵੈਬਸਾਈਟ ਹੈ ਉਹ ਮੰਮੀ ਪਾਪਾ ਕੀ ਪਾਠਸ਼ਾਲਾ ਹੈ। ਇਹ ਵੈਬਸਾਈਟ ਜਿਹੜੀ ਹੈ ਮੈਂ ਸਪੈਸ਼ਲੀ ਡਿਜ਼ਾਈਨ ਕੀਤੀ ਹੈ ਫॉर ऑल द 3 ਜਿਹੜੇ ਸਾਡੇ ਕੋਲ ਪਾਰਟਸ ਨੇ। ਬੇਸਿਕਲੀ ਅਗਰ ਅਸੀਂ ਗੱਲ ਕਰੀਏ ਟੀਚਰਸ, ਸਟੂਡੈਂਟਸ ਐਜ਼ ਵੈਲ ਐਜ਼ ਪੈਰੈਂਟਸ, ਤੇ ਇਹਦੇ ਚ ਜਿਹੜਾ ਅਸੀਂ ਕਰੀਅਰ ਦੀ ਗੱਲ ਕਰਦੇ ਹਾਂ, ਜਿਹੜਾ ਕਰੀਅਰ ਕਾਉਂਸਲਿੰਗ ਦਾ ਤੁਸੀਂ ਪਾਰਟ ਦੇਖ ਰਹੇ ਹੋ, ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਨੇ। ਔਰ ਜਦੋਂ ਅਸੀਂ ਸਾਈਕੋਮੈਟ੍ਰਿਕ ਟੈਸਟ ਦੀ ਗੱਲ ਕਰਦੇ ਹਾਂ ਤੇ ਜਿਹੜੇ ਟੈਸਟ ਦੀ ਮੈਂ ਗੱਲ ਕੀਤੀ ਇਹਦੇ ਕੋਲ ਤੁਹਾਡੇ ਕੋਲ ਪੂਰੀ ਲਿਸਟ ਆ ਜਾਂਦੀ ਹੈ। ਬਟ ਤੁਸੀਂ ਇਹਦੇ ਇਹ ਜਿਹੜੇ ਟੈਸਟ ਨੇ ਉਹ ਕਿਵੇਂ ਐਕਸੈਸ ਕਰਨੇ ਨੇ, ਇੱਕ ਵਾਰੀ ਮੈਂ ਤੁਹਾਨੂੰ ਵੈਬਸਾਈਟ ਜਿਹੜੀ ਹੈ ਉਹ ਪੂਰੀ ਦਿਖਾ ਵੀ ਦਿੰਨੀ ਆ। अगर तुसी बटन स्क्रॉल करोगे नीचे, दैट मीन्स यू विल गेट कि एमपीकेपी की है और मिशन की है, विजन की है, अनाउंसमेंट्स की ने, या जेडे लेटेस्ट आर्टिकल्स की ने, या जेड़ियां जेडे साडे क्लाइंट्स ने वो केड़े-केड़े ने। अलॉन्ग विद दैट अगर तुसी टॉप ते जांदे हो तो एक बटन मिलता है तुहानू रेड कलर दा, नो अबाउट योर करियर। तुसी इस बटन नू क्लिक करना है और इस बटन नू क्लिक करदे सार तुहाडे कोल ए स्क्रीन होएगी ओपन। ਇੱਥੇ ਤੁਸੀਂ ਆਪਣੀ ਈਮੇਲ ਜਨਰੇਟ ਜਿਹੜੀ ਕੀਤੀ ਹੋਈ ਹੈ ਉਹ ਜਿਹੜੀ ਹੈ ਤੁਸੀਂ ਇੱਥੇ ਪਾਣੀ ਹੈ। ਸਪੋਜ਼ ਮੈਂ ਇੱਥੇ ਜਪਕਿਰਤ ਦੀ ਇੱਕ ਈਮੇਲ ਪਾ ਰਹੀ ਹਾਂ। ਇੱਥੇ ਤੁਸੀਂ ਆਪਣਾ ਪਾਸਵਰਡ ਜਿਹੜਾ ਜਨਰੇਟ ਕਰਨਾ ਹੈ ਔਰ ਇੱਥੇ ਇੱਕ ਇਹਨੂੰ ਪਾਸਵਰਡ ਦੇਤਾ, ਫਿਰ ਤੁਸੀਂ ਇੱਥੋਂ ਲੌਗਇਨ ਕਰਨਾ ਹੈ। ਜੀਮੇਲ ਦੇ ਸਪੈਲਿੰਗ ਠੀਕ ਕਰੋ। ਓਕੇ ਸੌਰੀ। ਹਾਂਜੀ ਇੱਕ ਜਿਹੜਾ ਹੈ ਸਵਾਲ ਆ ਰਿਹਾ ਮੈਂ ਕਰ ਦਵਾਂ। ਹੋ ਸਕਦਾ ਕਈ ਬੱਚੇ ਜਿਹੜੇ ਮੋਬਾਈਲ 'ਚ ਯੂਜ਼ ਕਰ ਰਹੇ ਨੇ ਉਹਨਾਂ ਨੂੰ ਵੈਬਸਾਈਟ ਦੇ ਉੱਪਰ ਜਿਹੜਾ ਹੈ ਜਿਹੜੀ ਵੈਬਸਾਈਟ ਹੈ ਉਹਦੇ 'ਚ ਨੋ ਅਬਾਊਟ ਯੂਰ ਕੈਰੀਅਰ ਨਜ਼ਰ ਨਾ ਆਉਂਦਾ ਹੋਏ। ਜੇ ਵੈਬਸਾਈਟ ਨੀਚੇ ਸਕਰੋਲ ਕਰਨਗੇ ਤਾਂ ਉਹਨਾਂ ਨੂੰ 2-3 ਜਿਹੜੇ ਉੱਤੇ ਪੋਸਟਰਸ ਮਿਲਣਗੇ ਜਿਹਦੇ 'ਚ ਕਿ ਆਈਡੀਅਲ ਕੈਰੀਅਰ ਟੈਸਟ ਹੈ ਜਾਂ ਸਟਰੀਮ ਸੈਕਟਰ ਟੈਸਟ ਹੈ ਜਾਂ ਨੋ ਅਬਾਊਟ ਅਬਰੋਡ ਕਾਲਜਿਸ, ਸਕੂਲਸ ਐਂਡ ਕਾਲਜਿਸ ਉਹ ਮਿਲਣਗੇ। ਉੱਥੇ ਕਲਿੱਕ ਕਰਨਗੇ ਤਾਂ ਵੀ ਤੁਸੀਂ ਸਾਈਨ ਅਪ ਫਾਰਮ ਤੇ ਜਿਹੜਾ ਹੈ ਪਹੁੰਚ ਸਕਦੇ ਹੋ। ਇਹ ਸਾਈਨ ਅਪ ਟੋਟਲੀ ਫ੍ਰੀ ਹੈ। ਤੁਸੀਂ ਜਿਹੜੀ ਤੁਹਾਡੀ ਲੌਗਇਨ ਆਈਡੀ ਬਣੀ ਹੋਈ ਹੈ ਉਹਦੇ ਵਿਚਕਾਰ ਉਹਦੇ ਥਰੂ ਜਿਹੜਾ ਹੈ ਉਹ ਤੁਸੀਂ ਇਹਦੇ ਵਿਚਕਾਰ ਲੌਗਇਨ ਕਰ ਸਕਦੇ ਹੋ। ਲੱਗਦਾ ਕੋਈ ਟੈਕਨੀਕਲ ਪਾਰਟ ਦੇ ਉੱਤੇ ਕੋਈ ਪ੍ਰੋਬਲਮ ਆ ਰਹੀ ਹੈ। ਜਸਟ ਅ ਮਿੰਟ। ਹਾਂਜੀ ਸਾਈਟ ਬਾਰੇ ਜਿਹੜਾ ਹੈ ਪੁੱਛਿਆ ਜਾ ਰਿਹਾ, ਮੈਨੂੰ ਮੈਸੇਜ ਆ ਰਹੇ ਨੇ। ਸਾਈਟ ਹੈਗੀ ਹੈ www.careermpkp.com, career with CAREER.com। ਠੀਕ ਹੈ ਜੀ। ਇੱਥੇ ਤੁਸੀਂ ਜਾਓਗੇ, ਜੇ ਤੁਸੀਂ ਲੈਪਟਾਪ ਯੂਜ਼ ਕਰ ਰਹੇ ਹੋ ਤੁਹਾਨੂੰ ਤੇ ਰੈੱਡ ਕਲਰ ਦਾ ਰਾਈਟ ਹੈਂਡ ਟੌਪ ਕਾਰਨਰ ਤੇ ਬਟਨ ਨਜ਼ਰ ਆ ਰਿਹਾ ਹੋਏਗਾ ਨੋ ਅਬਾਊਟ ਯੂਰ ਕੈਰੀਅਰ। ਜੇ ਤੁਸੀਂ ਇਹਨੂੰ ਮੋਬਾਈਲ ਵਿੱਚ ਯੂਜ਼ ਕਰ ਰਹੇ ਹੋ ਤੇ ਤੁਸੀਂ ਨੀਚੇ ਸਕਰੋਲ ਡਾਊਨ ਕਰੋ ਥੋੜੀ ਜਿਹੀ ਆਪਣੀ ਵੈਬਸਾਈਟ ਨੂੰ ਤੇ ਨੀਚੇ ਜਾ ਕੇ ਤੁਹਾਨੂੰ ਆਈਡੀਅਲ ਕੈਰੀਅਰ ਟੈਸਟ, ਸਟਰੀਮ ਸੈਕਟਰ ਟੈਸਟ ਆਏਗਾ ਜਾਂ ਜਿਹੜਾ ਹੈ ਅਬਾਊਟ ਕਾਲਜਿਸ ਇਨ ਇੰਡੀਆ ਐਂਡ ਅਬਰੋਡ ਆਏਗਾ। ਕਿਸੇ ਤੇ ਵੀ ਕਲਿੱਕ ਕਰੋਗੇ ਤੁਹਾਨੂੰ ਸਾਈਨ ਅਪ ਫਾਰਮ ਦੇ ਉੱਤੇ ਲੈ ਜਾਏਗਾ। ਸਾਈਨ ਅਪ ਫਾਰਮ ਦੇ ਵਿਚਕਾਰ ਤੁਸੀਂ ਆਪਣੀ ਜਿਹੜੀ ਪ੍ਰੈਜ਼ੈਂਟ ਤੁਹਾਡੀ ਈਮੇਲ ਆਈਡੀ ਹੈ ਤੇ ਇੱਕ ਪਾਸਵਰਡ ਜਿਹੜਾ ਹੈ ਆਪਣਾ ਉਹਦੇ ਤੁਸੀਂ ਪਾਓਗੇ ਤਾਂ ਇਹ ਜਿਹੜਾ ਹੈ ਫਾਰਮ ਜਿਹੜਾ ਹੈ ਬੇਸਿਕ ਫਾਰਮ ਤੁਹਾਡਾ ਖੁੱਲ ਜਾਏਗਾ ਜੀ। ਹਾਂਜੀ ਮੈਮ। ਤੇ ਜਦੋਂ ਅਸੀਂ ਵੈਬਸਾਈਟ ਔਰ ਆਪਣਾ ਪਾਸਵਰਡ ਪਾਇਆ ਤੇ ਸਾਡੇ ਕੋਲ ਇਹ ਜਿਹੜਾ ਪੇਜ ਜਿਹੜਾ ਸਾਡੇ ਸਕਰੀਨ ਦੇ ਉੱਤੇ ਆ ਜਾਏਗਾ। ਇਹਦੇ ਚ ਅਗਰ ਤੁਸੀਂ ਧਿਆਨ ਨਾਲ ਦੇਖੋ ਤੇ ਲੈਫਟ ਸਾਈਡ ਦੇ ਉੱਤੇ ਰਿਸਰਚ ਹੈ। ਹੁਣ ਰਿਸਰਚ ਕਿਸ ਤਰ੍ਹਾਂ ਦੀ ਕਰਨੀ ਹੈ? ਸਭ ਤੋਂ ਪਹਿਲੇ ਜਿਵੇਂ ਮੈਂ ਕਿਹਾ ਕੋਰਸਸ, ਕਰੀਅਰਸ ਔਰ ਕਾਲਜਿਸ। ਜਿਵੇਂ ਸਪੋਜ਼ ਹੁਣ ਬੱਚੇ ਨੇ ਕਰੀਅਰ ਚੂਜ਼ ਕਰਨਾ ਹੈ ਐਂਡ ਹੀ ਗੋਜ਼ ਟੂ दैट ਕਰੀਅਰ ਕਿ he wants to go with
ਦੀ ਗੱਲ ਕਰਦੇ ਹਾਂ, ਕਰੀਅਰ ਵਾਲਾ ਜਿਹੜਾ ਸਟੇ ਹੋ ਰਿਹਾ ਪਾ ਰਿਹਾ ਟੌਪ ਕਾਲਜ ਦੇ ਵਿੱਚ, ਜਿਵੇਂ ਹੁਣ ਬੱਚਾ ਕਿਹੜੀ ਕੰਟਰੀ ਦੇ ਕਾਲਜ ਜਿਹੜਾ ਐਕਸਪਲੋਰ ਕਰਨਾ ਚਾਹ ਰਿਹਾ ਹੈ, USA ਦੇ, UK ਦੇ, ਆਸਟ੍ਰੇਲੀਆ ਦੇ, ਸਿੰਗਾਪੁਰ ਦੇ, ਕੈਨੇਡਾ ਦੇ, ਨਿਊਜ਼ੀਲੈਂਡ ਦੇ, UAE ਦੇ, ਸਾਊਥ ਅਫਰੀਕਾ ਜਾਂ ਇਟਲੀ ਜਾਂ ਇੰਡੀਆ। ਤੇ ਸਪੋਜ਼ ਬੱਚੇ ਨੇ ਕੈਨੇਡਾ ਦਾ ਕਾਲਜ ਜਿਹੜਾ ਹੈ ਉਹ ਐਕਸਪਲੋਰ ਕਰਨੇ ਨੇ। ਹੁਣ ਇੱਥੇ ਉਹ ਕਿਸ ਤਰ੍ਹਾਂ ਕਿਹੜੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਕੈਨੇਡਾ ਦੇ ਕਾਲਜ ਐਕਸਪਲੋਰ ਕਰਨਾ ਚਾਹ ਰਿਹਾ ਹੈ। ਸਪੋਜ਼ ਦਾ ਸਟੂਡੈਂਟ ਵਾਂਟਸ ਟੂ ਗੋ ਵਿਦ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਤੇ ਇਹਦੇ ਚ ਉਹ ਜਦੋਂ ਇੱਥੇ ਸ਼ੋ ਟੌਪ ਕਾਲਜਸ ਦਾ ਬਟਨ ਜਿਹੜਾ ਉਹ ਪ੍ਰੈਸ ਕਰੇਗਾ ਤੇ ਹੀ ਵਿਲ ਬੀ ਲਾਈਕ ਗੈਟਿੰਗ ਰਿਕਮੈਂਡਡ ਜਿਹੜੇ ਕਾਲਜਸ, ਆਲਮੋਸਟ 49 ਕਾਲਜਸ ਜਿਹੜੇ ਉਹਦੀ ਸਕਰੀਨ ਦੇ ਉੱਤੇ ਜਿਹੜੇ ਕੈਨੇਡਾ ਦੇ, ਕਿ ਕਿਹੜੇ ਟੌਪ ਮੋਸਟ ਕਾਲਜ ਨੇ ਜਿਹੜੇ ਉਹਨੂੰ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿੱਚ ਉੱਥੇ ਕੈਨੇਡਾ 'ਚ ਮਿਲ ਜਾਣਗੇ। ਇਹ ਜਿਹੜੇ ਤੁਸੀਂ ਉਹ ਆਪਣੀ ਸਕਰੀਨ ਤੇ ਦੇਖ ਪਾਓਗੇ। ਜਿਵੇਂ ਯੂਨੀਵਰਸਿਟੀ ਆਫ ਤੁਸੀਂ ਦੇਖਿਆ ਟੋਰਾਂਟੋ ਹੈ, ਯੂਨੀਵਰਸਿਟੀ ਆਫ ਐਲਬਰਟਾ ਹੈ, ਚਾਰਲਟਨ ਯੂਨੀਵਰਸਿਟੀ ਹੈ, ਲਾਈਕ these are all the universities that are there and that could offer you the degree in ਇੰਜੀਨੀਅਰਿੰਗ ਐਂਡ ਟੈਕਨੋਲੋਜੀ। ਇਹਨੂੰ ਤੁਸੀਂ ਫਰਦਰ ਵੀ ਜਿਹੜੀ ਹੈ ਬਹੁਤ ਇੰਪੋਰਟੈਂਟ ਜਿਹੜਾ ਇਹਦਾ ਟੂਲ ਦਾ ਇੱਕ ਬਹੁਤ ਯੂਨੀਕ ਫੀਚਰ ਹੈ ਕਿ ਅਗਰ ਤੁਸੀਂ ਆਪਣੀ ਮੇਰੀ ਸਕਰੀਨ ਤੇ ਲੈਫਟ ਸਾਈਡ ਤੇ ਦੇਖ ਪਾ ਰਹੇ ਹੋ, ਤੇ ਇਹ ਜਿਹੜਾ ਸਰਚ ਦਾ ਬਟਨ ਹੈ ਜਿਹਦੇ ਜਿਹੜਾ ਕਿ ਉਹ ਆਪਣੇ ਅਕੋਰਡਿੰਗਲੀ ਜਿਹੜਾ ਬੱਚਾ ਜਿਹੜਾ ਜਿਸ ਤਰ੍ਹਾਂ ਦਾ ਕੋਰਸ ਚਾਹ ਰਿਹਾ ਹੈ ਉਹ ਉੱਦਾਂ ਦੇ ਕੋਰਸ ਦੇ ਉੱਤੇ, ਜਿਵੇਂ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੂੰ ਮੈਂ ਪਿਕ ਕੀਤਾ ਸੀ, ਉਹ ਇੱਥੇ ਇਹਨੂੰ ਕਰ ਸਕਦਾ ਹੈ ਪੁਆਇੰਟ ਕਿ ਮੈਂ ਜਿਹੜਾ ਹੈ ਸਿਲੈਕਟ ਕਰ ਸਕਦਾ ਹੈ ਕਿ ਮੈਂ ਕੋਰਸ ਦੇ ਵਿੱਚ ਜਾਣਾ ਚਾਹੁੰਦਾ। ਸਪੈਸ਼ਲੀ ਅਗਰ ਉਹਨੇ ਆਪਣਾ ਇੰਜੀਨੀਅਰਿੰਗ ਸਟਰੀਮ ਜਿਹੜਾ ਹੈ ਇੰਜੀਨੀਅਰਿੰਗ ਬ੍ਰਾਂਚ ਸਿਲੈਕਟਡ ਟੈਸਟ ਦਿੱਤਾ ਹੋਇਆ ਹੈ ਐਂਡ ਹੀ ਵਾਂਟਸ ਟੂ ਬੀ ਇਨਟੂ ਦਾ ਪਾਰਟ ਆਫ ਸਪੋਜ਼ software engineering, then he can click this and Canada ਉਹਨੇ already click ਕੀਤਾ ਹੋਇਆ ਹੈ। and then ਅਗਰ ਉਹ further ਹੋਰ filter ਕਰਨਾ ਚਾਹ ਰਿਹਾ ਹੈ then he can filter it with the even ਜਿਹੜੀ state search ਹੈ ਕਿ ਉਹ ਕੈਨੇਡਾ ਦੇ ਕਿਹੜੇ ਪਾਰਟ ਦੇ ਵਿੱਚ ਸੈਟਲ ਹੋਣਾ ਚਾਹ ਰਿਹਾ ਹੈ। ਅਕੋਰਡਿੰਗਲੀ ਸਪੋਜ਼ ਉਹ ਕਿਸੇ ਵੀ ਇੱਕ ਨੂੰ ਚੂਜ਼ ਕਰਕੇ ਹੀ ਕੈਨ ਗੋ ਵਿਦ ਕਿ ontario ਦੇ ਵਿੱਚ ਜਿਵੇਂ ਉਹ ਸਰਚ ਕਰਨਾ ਚਾਹੁੰਦਾ ਹੈ ਤੇ ਉਹ ontario ਦੇ ਹਿਸਾਬ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਅਕੋਰਡਿੰਗਲੀ ਜਿਹੜਾ ਹੈ ਜਿਹੜੇ ਤੁਹਾਨੂੰ ਕਾਲਜਸ ਨੇ ਉਹ ਸਰਚ ਕਰਕੇ ਜਸਟ ਅ ਮਿੰਟ ਸ਼ਾਇਦ ਉਹ ਪ੍ਰੋਪਰਲੀ ਕਲਿੱਕ ਨਹੀਂ ਸੀ ਹੋਇਆ। ਦੇ ਕਾਲਜਸ ਜਿਹੜੇ ਨੇ ਉਸ ਲੋਕੈਲਿਟੀ ਦੇ ਉਸ ਸਟੇਟ ਦੇ ਵਿੱਚ ਕਿਹੜੇ ਨੇ ਦੈਨ ਇਟ ਕੁਡ ਗਿਵ ਯੂ ਦਾ ਫਿਲਟਰਡ ਰਿਜ਼ਲਟਸ। ਤੇ ਇਹ ਬੜਾ ਯੂਨੀਕ ਫੀਚਰ ਹੈ ਜਿਹੜਾ ਮੇਰੀ ਆਪਣੀ ਵੈਬਸਾਈਟ ਤੇ ਮੈਂ ਤੁਹਾਨੂੰ ਸਟੂਡੈਂਟਸ ਨੂੰ ਦੇਣਾ ਚਾਹ ਰਹੀ ਹਾਂ। ਤੇ ਇਹਦੇ ਵਿੱਚ ਅਲੋਂਗ ਵਿਦ ਕਿ ਈਵਨ ਇੰਨਾ ਹੀ ਨਹੀਂ, ਇੱਕ ਬਹੁਤ ਇੰਪੋਰਟੈਂਟ ਹੁੰਦੀ ਹੈ ਕਿ ਅਗਰ ਸਪੋਜ਼ ਮੈਂ ਕੋਈ ਕਾਲਜਸ ਨੂੰ ਸ਼ਾਰਟਲਿਸਟ ਕੀਤਾ, ਯੂਨੀਵਰਸਿਟੀਜ਼ ਨੂੰ ਸ਼ਾਰਟਲਿਸਟ ਕੀਤਾ ਹੈ ਤੇ ਉਹ ਯੂਨੀਵਰਸਿਟੀਜ਼ ਨੂੰ ਮੈਂ ਕੰਪੇਅਰ ਵੀ ਕਰਨਾ ਚਾਹ ਰਹੀ ਹਾਂ ਕਿ ਇਹ ਜਿਹੜੀਆਂ ਯੂਨੀਵਰਸਿਟੀਜ਼ ਨੇ ਮੇਰੇ ਵਾਸਤੇ ਦੀ ਬੈਸਟ ਕਿਹੜੀ ਹੈ। ਈਵਨ ਜਦੋਂ ਤੁਸੀਂ ਯੂਨੀਵਰਸਿਟੀ ਦੀ ਜਿਹੜੀ ਤੁਹਾਡੀ ਪ੍ਰੋਫਾਈਲ ਤੁਹਾਡੇ ਸਾਹਮਣੇ ਪੇਜ ਤੇ ਖੁੱਲੀ ਹੈ ਇਹਦੇ 'ਚ ਈਵਨ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਯੂਨੀਵਰਸਿਟੀ ਦੀ ਜਿਹੜੀ ਫੀ ਹੈ ਉਹ ਕਿੰਨੀ ਹੈ, ਜਿਹੜੀ ਈਅਰਲੀ ਫੀ ਹੈ, ਫੁੱਲ ਟਾਈਮ, ਕਿਹੜੀਆਂ ਸਕੋਲਰਸ਼ਿਪਸ ਨੇ ਇਹ ਵੀ ਕਿਹੜੀਆਂ ਨੇ, ਤੇ ਅਗਰ ਇਹ ਯੂਨੀਵਰਸਿਟੀ ਤੁਸੀਂ ਐਂਟਰ ਕਰਨਾ ਹੈ ਤੇ ਕਿਹੜਾ ਐਗਜ਼ਾਮ ਜਿਹੜਾ ਤੁਸੀਂ ਉਹ ਲੈਣਾ ਚਾਹੋਗੇ ਉਹ ਯੂਨੀਵਰਸਿਟੀ ਐਕਸੈਪਟ ਕਰੇਗੀ। ਦੈਟ ਇਜ਼ ਐਸ ਯੂਨੀਵਰਸਿਟੀ ਆਫ ਟੋਰਾਂਟੋ ਜਿਹੜੀ ਹੈ ਉਹ ਆਇਲਸ ਨੂੰ ਐਕਸੈਪਟ ਕਰਦੀ ਹੈ। ਦੈਨ ਯੂ ਕੁਡ ਸਰਚ ਇਟ ਆਊਟ। ਈਵਨ ਇੰਨਾ ਹੀ ਨਹੀਂ, ਜਦੋਂ ਤੁਸੀਂ ਇਹ ਬਲੂ ਬਟਨ ਨੂੰ ਪ੍ਰੈਸ ਕਰੋਗੇ ਦੇਰ ਆਰ 17 ਕੋਰਸਿਸ ਜਿਹੜੇ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਰਿਲੇਟਡ ਨੇ। ਤੁਸੀਂ ਇਹ ਸਾਰੀਆਂ ਡਿਟੇਲਸ ਜਿਹੜੀਆਂ ਉਹ ਇੱਥੇ ਐਕਸਪਲੋਰ ਕਰ ਸਕਦੇ ਹੋ। ਤੁਸੀਂ ਉੱਥੇ ਥੱਲੇ ਕਲਿੱਕ ਕੀਤਾ then you get a complete profile of University of Toronto when it is established। ਉਹਨਾਂ ਦੀ ਰੈਂਕਿੰਗਸ ਜਿਹੜੀਆਂ ਨੇ ਤੁਹਾਨੂੰ ਪਤਾ ਹੈ ਕਿ ਵਰਲਡ ਯੂਨੀਵਰਸਿਟੀਜ਼ ਦੀ ਜਿਹੜੀਆਂ ਉਹ ਟਾਈਮ ਤੇ ਰੈਂਕਿੰਗਸ ਹੁੰਦੀਆਂ ਰਹਿੰਦੀਆਂ। QS ਸਰਵੇ ਹੈ, ਟਾਈਮਸ ਹਾਇਰ ਹੈ, QS then the survey that is there with the that is varied with the years। ਤੇ ਇਹ ਜਿਹੜੀਆਂ ਅਗਰ ਅਸੀਂ QS ਸਰਵੇਜ਼ ਦੇ ਵਿੱਚ ਦੇਖੀਏ ਤੇ this is 2020 ਦੇ ਵਿੱਚ ਇਹ ਜਿਹੜੀ ਯੂਨੀਵਰਸਿਟੀ ਹੈ that is on to the 29th rank। and the admission criteria ਕੀ ਹੈ ਇਹਦੇ ਵਿੱਚ ਇੰਟਰਨੈਸ਼ਨਲ ਬੈਚਲਰੇਟ ਜਿਹੜਾ ਹੈ ਉਹ ਕਿਹੋ ਜਿਹਾ ਸਟੈਂਡਰਡ ਹੈ, ਆਇਲਸ ਦਾ ਕਿਹੜਾ ਜਿਹੜਾ ਤੁਹਾਨੂੰ ਕੀ ਬੈਂਡ ਸਕੋਰ ਅਸੈਪਟ ਕਰਦੀ ਹੈ, ਕਿਹੜੇ ਕੋਰਸਿਸ ਜਿਹੜੀ ਹੈ ਉਹ ਯੂਨੀਵਰਸਿਟੀ ਤੁਹਾਨੂੰ ਆਫਰ ਕਰ ਰਹੀ ਹੈ। ਜਿਹੜੇ 17 ਕੋਰਸਿਸ ਤੁਸੀਂ ਇੰਜੀਨੀਅਰਿੰਗ ਜਿਹੜਾ ਪਿਕ ਕੀਤਾ ਸੀਗਾ ਉਹਦੇ ਵਿੱਚ ਜਿਹੜੇ 17 ਕੋਰਸਿਸ ਜਿਹੜੀ ਹੈ ਯੂਨੀਵਰਸਿਟੀ ਤੁਹਾਨੂੰ ਦੇ ਰਹੀ ਹੈ ਅਲੋਂਗ ਵਿਦ ਦ ਫੀਸ, ਅਲੋਂਗ ਵਿਦ ਦ ਡਿਊਰੇਸ਼ਨ that is open on your screen। ਫਿਰ ਤੁਸੀਂ ਹਿਊਮੈਨਿਟੀਜ਼ ਦੇ ਵਿੱਚ ਜਾਣਾ ਚਾਹ ਰਹੇ ਹੋ, ਯੂਨੀਵਰਸਿਟੀ 'ਚ ਲਾਅ 'ਚ ਜਾਣਾ ਚਾਹ ਰਹੇ ਹੋ, ਮੈਥਮੈਟਿਕਸ ਐਂਡ ਸਟੈਟਿਸਟਿਕਸ 'ਚ ਜਾਣਾ ਚਾਹ ਰਹੇ ਹੋ, ਸਾਈਕੋਲੋਜੀ 'ਚ ਜਾਣਾ ਚਾਹ ਰਹੇ ਹੋ, ਤੇ ਇਹਦੇ ਵੀ ਜਿੰਨੇ ਕੋਰਸਿਸ ਨੇ ਉਸ ਯੂਨੀਵਰਸਿਟੀ ਦੇ ਉਹ ਤੁਸੀਂ ਇੱਥੇ ਐਕਸਪਲੋਰ ਕਰ ਸਕਦੇ ਹੋ। ਮੋਰ ਐਵਰ ਤੁਸੀਂ ਥੱਲੇ ਦੇਖ ਸਕਦੇ ਹੋ ਕਿ ਜਿਹੜਾ ਕਿੰਨੇ ਸਿਟੀਜ਼ ਤੋਂ ਐਪਲੀਕੈਂਟਸ ਜਿਹੜੇ ਨੇ ਇਸ ਯੂਨੀਵਰਸਿਟੀ ਦੇ ਵਿੱਚ ਆਉਂਦੇ ਨੇ,
ਕੌਣ ਕਿੰਨੀ ਮਤਲਬ ਲੁਧਿਆਣਾ ਦੇ ਤੁਸੀਂ ਦੇਖੋ ਜਿਵੇਂ 3% ਐਪਲੀਕੈਂਟਸ ਨੇ ਜਿਹੜੇ ਯੂਨੀਵਰਸਿਟੀ ਆਫ ਟੋਰਾਂਟੋ ਚ ਜਾਂਦੇ ਨੇ ਮਤਲਬ ਯੂ ਵਿਲ ਫਾਈਂਡ ਦ ਪੀਪਲ ਹੂ ਆਰ देयर in ਯੂਨੀਵਰਸਿਟੀ ਆਫ ਟੋਰਾਂਟੋ ਫਰੋਮ ਲੁਧਿਆਣਾ ਤੇ ਗੁੜਗਾਉਂ ਤੋਂ ਪਟਿਆਲਾ ਤੋਂ ਅੰਮ੍ਰਿਤਸਰ ਤੋਂ ਹੈਦਰਾਬਾਦ ਤੋਂ ਦਿੱਲੀ ਤੋਂ ਐਵੇਂ ਤੁਸੀਂ you could find it out and like I feel it is very interesting for the students enjoy ਕਰ ਰਹੇ ਹੋਣਗੇ ਇਸ ਚੀਜ਼ ਨੂੰ ਕਿ ਮੈਂ ਪਹਿਲੇ ਹੀ ਦੇਖ ਸਕਦਾ ਕਿ ਉੱਥੇ ਜਾ ਕੇ ਜਿਹੜੇ ਮੇਰੇ ਕੋ ਕਲੀਗਸ ਨੇ ਮੇਰੇ ਜਿਹੜੇ ਕੋ ਸਟੂਡੈਂਟਸ ਨੇ ਉਹ ਕਿਹੋ ਜਿਹੇ ਨੇ ਕਿਸ ਲੋਕੈਲਿਟੀ ਤੋਂ ਨੇ ਔਰ ਸਭ ਤੋਂ ਇੰਪੋਰਟੈਂਟ ਗੱਲ ਕਿ ਯੂਨੀਵਰਸਿਟੀ ਦੇ ਵਿੱਚ ਸਕਾਲਰਸ਼ਿਪ ਜਿਹੜਾ ਕਿ ਯੂਜੂਅਲੀ ਬਹੁਤ ਰਿਸਰਚ ਦਾ ਇੱਕ ਮੈਟਰ ਹੁੰਦਾ ਹੈ ਕਿ ਅਸੀਂ ਵੀ ਜਦੋਂ ਰਿਸਰਚ ਕਰਨ ਬੈਠਦੇ ਹਾਂ ਕਿ ਕਿਹੜੀ ਯੂਨੀਵਰਸਿਟੀ ਕਿਹੜੀ ਸਕਾਲਰਸ਼ਿਪ ਦੇ ਰਹੀ ਹੈ ਕਿੰਨਾ ਅਮਾਉਂਟ ਦੇ ਰਹੀ ਹੈ ਉਹਦੀ ਡੈਡਲਾਈਨਸ ਕੀ ਨੇ ਉਹਦੇ ਚ ਕੀ ਕ੍ਰਾਈਟੇਰੀਆ ਕੀ ਹੈ ਐਂਡ ਉਹ ਸਾਰਾ ਦਾ ਸਾਰਾ ਟੂਲ ਜਿਹੜਾ ਇਸ ਵੈਬਸਾਈਟ ਦੇ ਉੱਤੇ ਇੰਬੈਡਡ ਹੈ ਜਿਹੜੇ ਕਿ ਬੱਚੇ ਜਿਹੜੇ ਇਹਨੂੰ ਇੰਜੋਏ ਕਰ ਸਕਦੇ ਨੇ ਐਕਸਪਲੋਰ ਕਰ ਸਕਦੇ ਨੇ ਬਹੁਤ ਵੱਡਾ ਇੰਟਰਸਟ ਏਰੀਆ ਹੈ ਬੱਚਿਆਂ ਦਾ ਤੇ ਜਿਹੜੇ ਸਟੂਡੈਂਟ ਨੂੰ ਸ਼ਾਰਟਲਿਸਟਡ ਦਿਸ ਕਾਲਜ ਆਲਸੋ ਸ਼ਾਰਟਲਿਸਟਡ ਇਵਨ ਜਿਵੇਂ ਅਸੀਂ ਕਹਿੰਦੇ ਕਿ ਜਿਹੜੇ ਐਸ ਯੂਨੀਵਰਸਿਟੀ ਵਿੱਚ ਜਾਂਦੇ ਨੇ ਉਹ ਇਸ ਕਾਲਜਸ ਨਾਲ ਵੀ ਆਪਣੇ ਆਪ ਨੂੰ ਐਸ ਯੂਨੀਵਰਸਿਟੀਜ਼ ਨਾਲ ਵੀ ਕੰਪੇਅਰ ਕਰਦੇ ਨੇ ਤੇ ਇਹ ਜਿਹੜਾ ਇੱਕ ਬੜਾ ਇੰਪੋਰਟੈਂਟ ਟੂਲ ਹੈ ਕਿ ਤੁਸੀਂ ਕਾਲਜਸ ਨੂੰ ਔਰ ਯੂਨੀਵਰਸਿਟੀਜ਼ ਨੂੰ ਜਾਂ ਜਿੱਥੇ ਤੁਸੀਂ ਐਡਮਿਸ਼ਨ ਲੈਣਾ ਚਾਹ ਰਹੇ ਹੋ ਉੱਥੇ ਜਿਹੜਾ ਹੈ ਤੁਸੀਂ ਉਹਨਾਂ ਨੂੰ ਕੰਪੇਅਰ ਵੀ ਕਰ ਸਕਦੇ ਹੋ ਤੇ ਈਵਨ ਇੱਕ ਬਹੁਤ ਇੰਪੋਰਟੈਂਟ ਚੀਜ਼ ਇਹ ਦੇਖੋ ਤੁਸੀਂ ਇੱਥੇ ਇੱਕ ਛੋਟਾ ਜਿਹਾ ਗ੍ਰੀਨ ਬਟਨ ਹੈ ਚੈੱਕ ਐਡਮਿਸ਼ਨ ਚਾਂਸਸ ਕਿ ਤੁਸੀਂ ਆਪਣੇ ਐਡਮਿਸ਼ਨ ਚਾਂਸਸ ਇਸ ਯੂਨੀਵਰਸਿਟੀ ਵਿੱਚ ਵੀ ਚੈੱਕ ਕਰ ਸਕਦੇ ਹੋ ਡਿਪੈਂਡਿੰਗ ਅਪਨ ਦਾ ਪ੍ਰੋਫਾਈਲ ਯੂ ਹੈਵ ਫਿਲਡ ਜਿਹੜਾ ਫਰਸਟ ਪੇਜ ਜਦੋਂ ਅਸੀਂ ਐਂਟਰ ਕੀਤਾ ਸੀ ਈਮੇਲ ਕਰਕੇ ਆਪਣਾ ਪਾਸਵਰਡ ਪਾਇਆ ਸੀ ਉੱਥੇ ਇੱਕ ਪ੍ਰੋਫਾਈਲ ਖੁੱਲਿਆ ਸੀ ਜਿੰਨਾ ਤੁਸੀਂ ਆਥੈਂਟਿਸਿਟੀ ਨਾਲ ਉਸ ਪ੍ਰੋਫਾਈਲ ਨੂੰ ਫਿਲ ਇਨ ਕਰੋਗੇ ਕਿ ਜੋ ਤੁਹਾਡੀਆਂ ਰਿਕੁਆਇਰਮੈਂਟਸ ਨੇ ਉਹ ਤੁਸੀਂ ਕਿਹੜਾ ਕੋਰਸ ਚੂਜ਼ ਕਰ ਰਹੇ ਹੋ ਤੁਹਾਡੇ ਜਿਹੜੀ ਮਤਲਬ ਪ੍ਰੀਵੀਅਸ ਰਿਕਾਰਡਸ ਨੇ ਉਹ ਕੀ ਨੇ ਉਨਾ ਹੀ ਜ਼ਿਆਦਾ ਤੁਹਾਨੂੰ ਜਿਹੜਾ ਇਹ ਵੈਬਸਾਈਟ ਜਿਹੜਾ ਉਹ ਵਜਾ ਰਿਸਪੌਂਸ ਦੇ ਪਾਏਗੀ ਤੇ ਤੁਸੀਂ ਆਪਣੇ ਐਡਮਿਸ਼ਨ ਚਾਂਸਸ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅੱਛੀ ਤਰ੍ਹਾਂ ਨਾਲ ਇੱਥੋਂ ਚੈੱਕ ਕਰ ਪਾਓਗੇ So these are the things. और अगर इसी मैं compare कर दोनों दस दिया कि how you could compare the colleges also. Suppose I'll go here. Yeah. Like एक minute just a minute ਜਿਵੇਂ ਹੁਣ I want to compare also ਕਿ where which is the best suited for me ਤੁਸੀਂ ਇਹ ਦੇਖੋ ਜਿਵੇਂ ਜਿੱਥੇ ਤੁਹਾਡਾ ਸਕਰੀਨ ਹੈ ਇਹਦੇ ਉੱਤੇ you will get a top button add to compare ਇੱਕ ਬਹੁਤ ਹਲਕਾ ਜਿਹਾ ਸਾਈਨ ਬਣਿਆ ਪਲੱਸ ਦਾ you have chosen this University of Toronto and then you choose up University of Alberta and you have also chosen Charlton University. Now I need to compare all this. So I'll be comparing the three colleges here. Now you could see that on my screen, the three universities with their entire profiles that are opened up, the establishment years, undergraduate courses की ने, institute type की है, campus size की है, calendar जड़ा system है वो केड़ा है, ranking केड़ी है, total number of students किन्ने ने, number of scholarships किन्नियां universities offer कर रही हैं, number of campuses किन्ने ने, international students किन्ने percent ने, cost of living on campus की है, cost of living in city की है, average tuition fees किन्नी है, and last but not the least that what are the admission chances that you can also check up. Then अगर you could compare and you could check कि तोड़े chances किन्ने ने. Then again it is asking you to choose a department. Then you have chosen engineering and technology. Choose your board, like suppose you are from the CBSE. Then overall percentage AD scores 90% I suppose to AD. Then you need to that means if you score 90% in CBSE, then there are 20% chances in University of Toronto,
In Alberta also that you have 20% chances, but if you talk about Charlton University, you have 75% to 95% chances of getting admission over there. So how beautiful the tool is. So I think this is a very precious gift. I am giving it to you. And the more you explore it, the more you will be getting benefit out of it. And I wish ki all of you should like make up your profiles. You should enter into these tools and could find out the best courses, best colleges along with scholarship and even admission test like which university, as I have told you, the country specific it would be. I have chosen Canada, I have chosen a department. Then basically if I'll find the tests, so that would be SAT is there, test of English as a foreign language is there, or international English language testing system. And I think I don't have to explain this. Punjab students very much knows about IELTS, TOEFL, SAT, ACTs. These are the common tests that are taken by the students, and that is there for the admission for the universities itself. ਸਾਡੇ ਕੋਲ ਲਾਸਟ 15 ਮਿੰਟ ਨੇ ਜੀ, ਆਪਾਂ ਜੀ 5 ਮਿੰਟ ਕੰਪਲੀਟ ਕਰ ਲਓ, ਫਿਰ ਆਪਾਂ ਕੁਐਸਚਨ ਆਨਸਰ ਵੀ ਲੈਣੇ ਬੱਚਿਆਂ ਤੋਂ। ਠੀਕ ਹੈ। The next part is like as I have told you about the various psychometric tools. So these are very, very important. If suppose I'll give you just like assessment, stream selector assessment. अगर तुसी इनका access देखो, sorry, ਅਸੀਂ ਦੁਬਾਰਾ ਓਪਨ ਕੀਤਾ ਸੀ, ਮੈਨੂੰ ਲੌਗਇਨ ਕਰੋ ਦੁਬਾਰਾ ਜਰਾ ਪਿਛਲੇ ਪਾਸੋਂ ਦੇ, ਜਾਂ ਪਿਛਲੀ ਸ਼ੀਟ ਚੱਕੋ ਉਹਨੂੰ। okay. लॉगिन कर लो मैं दोबारा ਤੋਂ। So you could see on the screen that there is stream selection assessment. Basically, this is about the assessment output, instructions, and you could view the sample report over here. कि sample report ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਤੁਹਾਨੂੰ ਮਿਲੇਗੀ, and out of it, if you are satisfied, you feel, then you can take the test also. Yes, as it is there. Then as I've told you, the best stream for you, and the best one for you, ਜਿਵੇਂ ਤੁਹਾਡੇ ਵਾਸਤੇ commerce best ਹੈ ਔਰ science ਜਿਹੜੀ bio ਹੈ ਉਹ ਤੁਹਾਡੇ ਵਾਸਤੇ stream ਹੈ ਜਿਹੜੀ ਤੁਹਾਡੇ ਵਾਸਤੇ ਨਹੀਂ ਬਣੀ, then this stream selector test ਜਿਹੜਾ ਹੈ ਉਹ ਤੁਹਾਨੂੰ properly guide ਕਰ ਦੇਗਾ। ਜਿਹੜੀ ਪੂਰੀ report ਜਿਹੜੀ ਹੈ ਉਹ data based ਹੈ, that is graphical representations ਦੇ ਨਾਲ ਤੁਹਾਡੀ screen ਤੇ ਆ ਜਾਏਗੀ, ਜਿਹਦੇ ਨਾਲ ਤੁਸੀਂ ਖੁਦ ਨੂੰ ਦੇਖ ਪਾਓਗੇ ਕਿ ਤੁਹਾਡੇ ਵਾਸਤੇ ਜਿਹੜਾ ਉਹ ਕਿਹੜਾ stream ਉਹ best ਹੈ। Accordingly, if you want that you want to give the test, then you can take the test ਦਾ ਜਿਹੜਾ ਬਟਨ ਹੈ ਇੱਥੇ ਜਾ ਕੇ ਤੁਸੀਂ ਉਹ ਟੈਸਟ ਜਿਹੜਾ ਉਹ ਲੈ ਸਕਦੇ ਹੋ। ਤੇ ਇੱਥੇ ਇੱਕ ਟੈਸਟ ਕੋਡ ਅਪਲਾਈ ਕਰਦੇ ਆ, ਜਿੱਦਾਂ ਹੀ ਤੁਸੀਂ ਟੈਸਟ ਲਈ ਆਪਣਾ ਮਨ ਬਣਾਉਂਦੇ ਹੋ, you can call me up or you can call my counselor, ਤੇ they'll be providing you the test code, no doubt. This is like that is there for the student, those who want to give it to। ਤੇ ਉਹ ਜਿਹੜੀ ਰਿਪੋਰਟ ਹੈ ਉਹ 5 ਮਿੰਟਸ ਦੇ ਵਿੱਚ ਹੀ ਤੁਹਾਨੂੰ ਨਾਲ ਦੀ ਨਾਲ ਜਿੱਦਾਂ ਹੀ ਤੁਸੀਂ ਟੈਸਟ ਕੰਪਲੀਟ ਕਰੋਗੇ, there are 76 questions in it, ਉਹ ਤੁਹਾਡਾ ਐਪਟੀਟਿਊਡ ਮੇਜਰ ਕਰਕੇ, ਤੁਹਾਡਾ ਇੰਟਰਸਟ ਮੇਜਰ ਕਰਕੇ ਤੁਹਾਨੂੰ ਇੱਕ ਬੈਸਟ ਸਟਰੀਮ ਦਾ ਜਿਹੜਾ ਸੁਜੈਸ਼ਨ ਹੈ ਉਹ ਤੁਹਾਨੂੰ ਆਪਣੀ ਡਿਟੇਲ ਰਿਪੋਰਟ ਜਿਹੜੀ ਹੈ ਉਹ ਆਪਣੀ ਕੰਪਿਊਟਰ ਸਕਰੀਨ ਤੇ ਮਿਲ ਜਾਏਗੀ। This is the beauty of the test। और ਇਹਦੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਹੋਰ ਵੀ ਟੈਸਟ ਨੇ ਸਾਡੇ ਕੋਲ, ਤੇ ਜਿਹੜਾ ਵੀ ਟੈਸਟ ਜਿਵੇਂ ਜੀ ਤੁਹਾਡੀ ਕਲਾਸ ਹੈ ਔਰ ਜਿਵੇਂ ਜੀ ਤੁਸੀਂ ਅਸੈਸਮੈਂਟ ਚਾਹ ਰਹੇ ਹੋ, you can go with the personality assessment, ideal career assessment, learning style, multiple intelligence, engineering branch selection, humanities branch assessment ਜਾਂ commerce branch assessment, ਇਹ ਕੋਈ ਵੀ ਟੈਸਟ ਜਿਹੜਾ ਹੈ ਉਹ ਤੁਸੀਂ ਇੱਥੋਂ ਲੈ ਸਕਦੇ ਹੋ। just have to apply the
ਕੋਡ। ਤੇ ਜਿੱਦਾਂ ਜਿੱਦਾਂ ਸਾਡੀ ਪ੍ਰੋਸੈਸਿੰਗ ਹੋ ਸ਼ੁਰੂ ਹੋਏਗੀ, ਜਿਹੜਾ ਨੈਕਸਟ ਬਟਨ ਹੈ ਮਾਈ ਕਮਿਊਨੀਕੇਸ਼ਨ, ਜਦੋਂ ਅਸੀਂ ਯੂਨੀਵਰਸਿਟੀ ਸ਼ਾਰਟਲਿਸਟ ਕਰਨਾ ਸ਼ੁਰੂ ਕਰਾਂਗੇ, ਅਸੀਂ ਯੂਨੀਵਰਸਿਟੀਜ਼ ਨੂੰ ਜਿਹੜਾ ਹੈ ਉਹਨੂੰ ਫਰਦਰ ਪ੍ਰੋਸੈਸ ਕਰਾਂਗੇ ਬੱਚੇ ਲਈ ਕਿ ਇਹਦਾ ਐਡਮਿਸ਼ਨ ਇਸ ਯੂਨੀਵਰਸਿਟੀ ਦੇ ਵਿੱਚ ਕਰਾਉਣਾ ਹੈ, ਤੇ ਯੂਨੀਵਰਸਿਟੀਜ਼ ਨਾਲ ਜਿੰਨੀਆਂ ਕੋਰਸਪੋਂਡੈਂਸ ਨੇ, ਯੂ ਵਿਲ ਆਲਸੋ ਸਟਾਰਟ ਗੈਟਿੰਗ ਦ ਮੈਸੇजेस ਓਵਰ ਹੇਅਰ। ਦ ਲਾਸਟ देयर इज अ वेरी इंपॉर्टेंट टूल, ਜਿਵੇਂ ਕਿ webinars nowadays are very like the refined tool that could give you the information that you want to take while sitting at home। ਤੇ ਜਿਹੜੇ webinars ਹੈ, ਅਗਰ ਤੁਸੀਂ ਇਸ ਬਟਨ ਨੂੰ ਐਕਸਪਲੋਰ ਕਰੋਗੇ ਤੇ ਜਿਹੜੇ ਆਲਰੇਡੀ webinars ਇਸ ਬਾਰੇ ਹੋ ਚੁੱਕੇ ਨੇ ਉਹਨਾਂ ਦੀਆਂ ਵੀਡੀਓਜ਼, ਔਰ ਪਲੱਸ ਜਿਹੜੇ ਅਪਕਮਿੰਗ webinars ਰਿਲੇਟਡ ਟੂ ਕਰੀਅਰ ਜਾਂ ਅਕੋਰਡਿੰਗ ਟੂ ਰਿਲੇਟਡ ਟੂ ਅਪਗ੍ਰੇਡਿੰਗ योर स्किल्स ਨੇ, ਉਹ ਤੁਹਾਨੂੰ ਜਿਹੜਾ ਇਹਦੀ ਇਨਫੋਰਮੇਸ਼ਨ ਜਿਹੜੀ ਆ ਉਹ webinars ਦੇ ਵਿੱਚ ਜਾ ਕੇ ਮਿਲ ਜਾਏਗੀ। ਈਵਨ ਲਾਈਕ ਇਫ ਆਈ ਟੋਲਡ ਯੂ, ਜਿਵੇਂ ਜਿਹੜੇ ਆਲਰੇਡੀ ਵੈਬਿਨਾਰਸ ਹੋ ਚੁੱਕੇ ਨੇ ਉਹ ਸਾਰਿਆਂ ਦੀ ਤੁਸੀਂ ਇੱਥੇ ਵੀਡੀਓਜ਼ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ। ਲੇਟੈਸਟ ਵੈਬਿਨਾਰਸ ਆਰ ਦੇਅਰ। ਮੋਰਐਵਰ ਯੂ ਕੁਡ ਐਕਸਪਲੋਰ ਦਾ ਫੀਸ। ਉਹ ਮੈਂ ਤੁਹਾਨੂੰ ਕਾਲਜ ਦਾ ਜਦੋਂ ਰਿਸਰਚ ਟੂਲ ਐਕਸਪਲੋਰ ਕੀਤਾ ਸੀ ਉਹਦੇ ਦੱਸਦਾ ਸੀ ਕਿ ਤੁਸੀਂ ਯੂਨੀਵਰਸਿਟੀਜ਼ ਦੀ ਕਾਲਜ ਦੀ ਫੀਸ ਵੀ ਉੱਥੋਂ ਦੇਖ ਸਕਦੇ ਹੋ। ਈਵਨ ਇਫ ਯੂ ਵਾਂਟ ਟੂ ਟੇਕ ਅਪ ਦਾ ਮੌਕ ਟੈਸਟ, ਸਪੋਜ਼ ਯੂ ਆਰ ਐਨ ਐਸਪੀਰੈਂਟ ਆਫ JEE ਮੇਨਸ, JEE ਐਡਵਾਂਸ ਤੇ ਬਿਟ ਸੈਟ, ਤੁਸੀਂ ਇੱਥੇ ਜਿਹੜਾ ਹੈ ਜਾ ਕੇ ਮੌਕ ਟੈਸਟ ਵੀ ਜਿਹੜਾ ਉਹ ਲੈ ਸਕਦੇ ਹੋ। ਈਵਨ if you are aspirant for law, then CLAT ਦਾ ਜਿਹੜਾ mock test ਹੈ, ਜਾਂ PMI ਜਿਹੜਾ NEET ਦਾ entrance test ਹੈ, ਜਾਂ SAT ਦੇ sample test ਨੇ, that you could also get here। ਤੇ ਤੁਹਾਨੂੰ ਪਤਾ ਚੱਲ ਸਕਦਾ ਹੈ ਕਿ ਤੁਹਾਡਾ ਜਿਹੜਾ ਐਵਰੇਜ ਸਕੋਰ ਹੈ ਜੋ ਤੁਸੀਂ ਇੱਥੇ ਗੇਨ ਕਰ ਪਾ ਰਹੇ ਹੋ, ਅਕੋਰਡਿੰਗਲੀ ਤੁਹਾਡੇ ਜਿਹੜਾ ਕੰਪੀਟੀਟਿਵ ਲੈਵਲ ਦੇ ਅਕੋਰਡਿੰਗਲੀ ਤੁਹਾਡੀ ਕਿੰਨੀ ਤਿਆਰੀ ਹੈ। ਇਹ ਤੁਹਾਨੂੰ ਇੱਕ ਜਿਹੜਾ ਐਡੀਸ਼ਨਲ ਟੂਲ ਇਸ ਵੈਬਸਾਈਟ ਦੇ ਵਿੱਚ ਮਿਲੇਗਾ, ਜਿਹੜਾ ਕਿ you could you could assess and you could find out the solution to your problems over here in this website। ਬਹੁਤ ਵਧੀਆ ਜੀ ਮੈਮ, ਤੁਸੀਂ ਜਿਹੜਾ ਹੈ ਇੱਕ ਉਹ ਕਹਿੰਦੇ ਨਾ ਵੀ ਖਜ਼ਾਨਾ ਜਿਹੜਾ ਹੈ ਇਕੱਠਾ ਕਰਕੇ ਜਿਹੜਾ ਹੈ ਬੱਚਿਆਂ ਦੇ ਸਾਹਮਣੇ ਰੱਖਤਾ ਹੈ ਕਿ ਫ੍ਰੀ ਲੌਗਇਨ ਕਰਕੇ ਜਿਹੜਾ ਹੈ ਬੱਚੇ ਇੰਨੇ ਸਾਰੇ ਟੂਲਸ ਨੂੰ ਅਸੈਸ ਕਰ ਸਕਦੇ ਨੇ ਤੇ ਆਪਣੀ ਲਾਈਫ ਨੂੰ ਜਿਹੜਾ ਹੈ ਜੇ ਮਨ ਭਾਉਂਦੇ ਉਹਨਾਂ ਦੇ ਜਿਹੜੇ ਨੇ ਕੋਰਸਿਸ ਨੇ ਜਾਂ ਜਿਹੜਾ ਨੂੰ ਪਸੰਦ ਨੇ, ਜਿਹੜਾ ਏਰੀਆ ਪਸੰਦ ਹੈ, ਜਿਹੜਾ ਕਾਲਜ ਪਸੰਦ ਹੈ। ਮੈਂ ਦੇਖ ਕੇ ਹੈਰਾਨ ਹੋ ਰਿਹਾ ਸੀਗਾ ਕਿ ਖਾਲੀ ਇੰਡੀਆ ਨਹੀਂ, ਅਬਰੋਡ ਦੇ ਜਿੱਥੇ ਵੀ ਬੱਚੇ ਪੜ੍ਹਨ ਜਾਂਦੇ ਨੇ, ਚਾਹੇ UK ਹੈ, US ਹੈ, ਕੈਨੇਡਾ ਹੈ, ਆਸਟ੍ਰੇਲੀਆ ਹੈ, ਜਿੱਥੇ ਜਿੱਥੇ ਬੱਚੇ ਸਟੱਡੀ ਲਈ ਜਾਂਦੇ ਨੇ ਉਹਨਾਂ ਦੀਆਂ ਸਾਰੀਆਂ ਡਿਟੇਲਸ ਜਿਹੜੀਆਂ ਨੇ ਉਹ ਵੀ ਇੰਨੀ ਜਿਹੜੀ ਹੈ ਡੀਪ ਨੌਲੇਜ ਦੇ ਨਾਲ ਜਿਹੜਾ ਹੈ ਜਿਹੜਾ ਬੱਚਾ ਆਮ ਜਿੰਨੀ ਯੂਨੀਵਰਸਿਟੀ ਲੱਭਣਾ ਚਾਹੇ ਉਹ ਲੱਭ ਹੀ ਨਹੀਂ ਸਕਦਾ ਹੈਗਾ, ਪੋਸੀਬਲ ਹੀ ਨਹੀਂ ਹੈਗਾ। ਤੁਸੀਂ ਸਾਰੀਆਂ ਗੈਦਰ ਕਰਕੇ ਜਿਹੜੀਆਂ ਨੇ ਇੱਕ ਚੀਜ਼ ਤੇ ਇਕੱਠੀਆਂ ਕਰਤੀਆਂ ਨੇ। ਇਟਸ ਅ ਵੰਡਰਫੁਲ ਜਿਹੜੀ ਥਿੰਗ ਜਿਹੜੀ ਮੈਂ ਕਹਾਂਗਾ, ਤੇ ਜਿਹੜੀ ਬੱਚਿਆਂ ਲਈ ਜਿਹੜਾ ਹੈ ਬਹੁਤ ਵਧੀਆ ਹੈਲਪਫੁਲ ਨੇ। ਤੇ ਮੈਂ ਬੱਚਿਆਂ ਨੂੰ ਕਹਾਂਗਾ ਵੀ ਜਿਹੜੇ ਤੁਹਾਡੇ ਕੁਐਸਚਨਸ ਨੇ ਤੁਸੀਂ ਚੈਟ ਦੇ ਰਾਹੀਂ ਜਿਹੜਾ ਹੈ ਤੁਸੀਂ ਪੁੱਛ ਸਕਦੇ ਹੋ ਤੇ ਉਹਨਾਂ ਨਾਲ ਗੱਲ ਕਰਨਾ ਚਾਹਾਂਗਾ। ਤੇ ਕੁਐਸਚਨ ਹੈ ਬੱਚੇ ਦਾ CA ਕੋਰਸ ਬਾਰੇ ਪੁੱਛ ਰਿਹਾ ਮੈਡਮ, ਕਿ CA ਕੋਰਸ ਬਾਰੇ ਥੋੜੀ ਡਿਟੇਲ ਦੱਸ ਦਿਓ ਉਹਨਾਂ ਨੂੰ ਜੀ। ਬੇਸਿਕਲੀ ਅਗਰ ਅਸੀਂ CA ਦੀ ਗੱਲ ਕਰੀਏ ਤਾਂ CA ਇਜ਼ ਅ ਵੈਰੀ ਪ੍ਰੋਫੈਸ਼ਨਲ ਕੋਰਸ, ਜਿੰਦੀ ਐਂਟਰੀ ਜਿਹੜੀ ਹੈ ਉਹ ਬਹੁਤ ਸਾਰੇ ਮੀਡੀਅਮਸ ਤੋਂ ਹੋ ਸਕਦੀ ਹੈ। ਤੁਸੀਂ ਈਵਨ +2 ਤੋਂ ਬਾਅਦ ਯੂ ਕੁਡ ਐਂਟਰ ਥਰੂ CPT, ਔਰ ਅਗਰ ਗ੍ਰੈਜੂਏਸ਼ਨ ਤੋਂ ਬਾਅਦ ਵੀ ਯੂ ਕੁਡ ਐਂਟਰ। ਫਿਰ ਇਹਦੇ ਜਿਹੜੇ ਲੈਵਲਸ ਨੇ, ਇੱਕ ਫੰਡਾਮੈਂਟਲ ਲੈਵਲ ਹੈ, ਦੈਨ ਇੰਟਰਮੀਡੀਏਟ ਲੈਵਲ ਹੈ, ਔਰ ਇੱਕ ਫਾਈਨਲ ਲੈਵਲ ਹੈ। ਇਹ ਜਿਹੜਾ ਕੋਰਸ ਹੈ ਇਹ ਆਪਣੇ ਆਪ ਵਿੱਚ 4 ਸਾਲ ਦਾ ਜਿਹੜਾ ਇੱਕ ਮੰਨਿਆ ਜਾਂਦਾ ਹੈ ਕਿ ਇੱਕ ਪ੍ਰੋਫੈਸ਼ਨਲ ਜਿਹੜਾ ਹੈ ਤੁਹਾਨੂੰ ਇੱਕ ਐਕਸੀਲੈਂਸ ਦੇ ਸਕਦਾ ਹੈ ਕਿ ਇਫ ਯੂ ਵਾਂਟ ਟੂ ਬਿਕਮ ਅ ਚਾਰਟਰਡ ਅਕਾਊਂਟੈਂਟ। ਇਹਦੇ ਨਾਲ ਨਾਲ ਮਤਲਬ ਜਿਹੜਾ ਇਹਦਾ ਫਾਊਂਡੇਸ਼ਨ ਲੈਵਲ ਹੈ ਉਹਦੇ ਵਿੱਚ ਵੀ ਯੂ ਵਿਲ ਗੈਟ ਵੈਰਾਈਟੀ ਆਫ ਲਾਈਕ ਗਰੁੱਪਸ ਹੁੰਦੇ ਆ। ਗਰੁੱਪ ਦੇ ਵਿੱਚ ਦੇਰ ਆਰ ਇਟ ਇਜ਼ ਫਰਦਰ ਡਿਵਾਈਡਡ ਇਨਟੂ ਪੇਪਰਸ। ਲਾਈਕ ਇੱਕ ਗਰੁੱਪ ਦੇ ਵਿੱਚ ਤਕਰੀਬਨ 4 ਅਗਰ ਅਸੀਂ ਕਹੀਏ ਕਿ ਸਬਜੈਕਟਸ ਤੇ ਉਹਨਾਂ ਦੇ ਐਗਜ਼ਾਮਸ ਨੇ। ਫਿਰ ਉਵੇਂ ਹੀ ਇੰਟਰਮੀਡੀਏਟ ਲੈਵਲ ਦੇ ਉੱਤੇ ਜਾ ਕੇ 2 ਗਰੁੱਪਸ ਆਰ ਦੇਅਰ। ਤੁਸੀਂ ਚਾਹੋ ਤੇ ਇਕੱਠੇ ਅਪੇਅਰ ਕਰ ਸਕਦੇ ਹੋ, ਤੁਸੀਂ ਚਾਹੋ ਤੇ ਇੱਕ ਕਰਕੇ ਅਪੇਅਰ ਕਰ ਸਕਦੇ ਹੋ। ਔਰ ਫਾਈਨਲਸ ਤੋਂ ਪਹਿਲੇ ਵੀ ਤੁਸੀਂ ਇੱਕ ਇੰਟਰਨਸ਼ਿਪ ਜਿਹੜੀ ਹੈ ਉਹਦੇ ਵਿੱਚ ਉਹ ਕਰਨੀ ਹੁੰਦੀ ਹੈ, ਐਂਡ ਦੈਨ ਯੂ ਕੈਨ ਅਪੇਅਰ ਫॉर द ਫਾਈਨਲਸ। ਤੇ ਆਪਣੇ ਆਪ ਵਿੱਚ ਅਗਰ ਮੈਂ ਗੱਲ ਕਰਾਂ ਕਿ CA ਜਿਹੜਾ ਬਹੁਤ ਇੱਕ ਲਿਊਕਰੇਟਿਵ ਕੋਰਸ ਹੈ, ਜਿਹੜਾ ਕਿ ਮੋਸਟ ਆਫ ਦ ਸਟੂਡੈਂਟਸ ਅਗਰ ਮੈਂ ਗੱਲ ਕਰਾਂ ਕਿ ਉਹ ਇਸ ਕੋਰਸ ਨੂੰ ਐਸਪੀਰੈਂਟਸ ਹੁੰਦੇ ਨੇ ਕਿ ਕਿੱਥੇ ਉਹ ਅਗਰ CA ਜਿਹੜੇ ਆ ਉਹ ਚਾਰਟਰਡ ਅਕਾਊਂਟੈਂਟਸ ਬਣ ਸਕਣ। ਬਟ ਜਿੰਨਾ ਇਹ ਲਿਊਕਰੇਟਿਵ ਹੈ, ਜਿੰਨਾ ਇਹ ਅਟਰੈਕਟਿਵ ਹੈ, ਉਨਾ ਹੀ ਜ਼ਿਆਦਾ ਇਹ ਟਫ ਵੀ ਹੈ। ਕਿਉਂਕਿ ਮੈਂ ਤੁਹਾਨੂੰ ਇੱਥੇ ਦੱਸ ਦਾਂ ਕਿ ਜਿਹੜੀ CA ਦੀ ਪਾਸ ਪਰਸੈਂਟੇਜ ਹੈ ਉਹ ਤਕਰੀਬਨ 3% ਹੈ। ਮਤਲਬ 3% ਆਫ ਦ ਸਟੂਡੈਂਟ ਦੋਜ਼ ਹੂ ਅਪਲਾਈ ਫॉर ਬਿਕਮਿੰਗ ਅ CA
ਉਹ 3% ਹੀ ਸਟੂਡੈਂਟ ਜਿਹੜੇ ਨੇ ਉਹਨੂੰ ਕੁਆਲੀਫਾਈ ਕਰ ਪਾਉਂਦੇ ਨੇ। ਤੇ what I suggest to you ਬੇਟਾ, ਅਗਰ you want to become a CA ਤੇ ਪਲੀਜ਼ ਆਪਣੇ ਆਪ ਨੂੰ ਪਹਿਲੇ ਐਕਸਪਲੋਰ ਕਰੋ। if you are into ਕਿ ਤੁਸੀਂ 50 hours of rigorous working ਜਿਹੜੀ ਹੈ within a week ਕਰ ਸਕਦੇ ਹੋ, and you could devote yourself towards studies, towards the regular ਮਤਲਬ hard work, then this course ਔਰ ਇੱਕ ਜਿਹੜਾ persistence ਜਿਹੜੀ ਹੈ ਕੋਰਸ ਔਰ discipline ਜਿਹੜਾ ਹੈ ਕੋਰਸ ਮੰਗਦਾ ਹੈ ਕਿ ਕੰਸਿਸਟੈਂਟਲੀ ਜਦੋਂ ਤੁਸੀਂ ਸੀਏ ਐਂਟਰ ਕਰਦੇ ਹੋ ਤੇ ਜਿੰਨਾ ਤੁਹਾਡਾ ਪੈਸ਼ਨ ਹੈ, ਜਿੰਨਾ ਤੁਹਾਡਾ ਥਰਸਟ ਹੈ ਇਸ ਕੋਰਸ ਨੂੰ ਐਂਟਰ ਕਰਨ ਵੇਲੇ, ਉਹ ਜਿਹੜਾ ਤੁਹਾਡਾ ਪੈਸ਼ਨ ਔਰ ਤੁਹਾਡਾ ਥਰਸਟ ਉਹ ਮੇਨਟੇਨ ਰਹਿੰਦੀ ਹੈ ਅਗਰ 4.5 ਸਾਲਾਂ ਦੇ ਵਿੱਚ। ਜਦੋਂ ਤੁਸੀਂ ਆਪਣੇ ਸੀਏ ਦਾ ਫਾਈਨਲ ਐਗਜ਼ਾਮ ਦਿੰਦੇ ਹੋ ਉਹ ਸੇਮ ਚੀਜ਼ ਹੈ, then you will be into that the best part। ਜਿਹੜੀ ਸੀਏ ਦੀ ਜਿਹੜੀ ਲਾਈਫ ਹੈ, no doubt it demands ਕਿ ਰੈਗੂਲਰ ਅਪਡੇਸ਼ਨ ਮੰਗਦੀ ਹੈ, ਬਟ ਫਿਰ ਵੀ ਤੁਸੀਂ ਆਪਣੇ ਆਪ ਨੂੰ ਐਜ਼ ਐਨ established person ਕਹਿ ਸਕਦੇ ਹੋ ਕਿ ਹਾਂ we are into that we are leading into that race of ki academic excellence, and we are also getting the name, the fame, the money that we are aspiring from। ਤੇ ਸੀਏ ਜਿਹੜਾ ਹੈ ਤੁਹਾਨੂੰ ਇਹਦੇ ਵਿੱਚ ਜਿਹੜੀ ਉਹ ਦਿਵਾ ਸਕਦਾ ਹੈ। but only thing that matters is ਕਿ ਤੁਸੀਂ ਇਸ ਚੀਜ਼ ਲਈ ਕਿੰਨੇ ਕੈਪੇਬਲ ਹੋ, ਤੁਹਾਡਾ ਐਪਟੀਟਿਊਡ ਡਿਫਾਈਨ ਕਰਦਾ ਹੈ, ਤੁਹਾਡਾ ਇੰਟਰਸਟ ਤੇ ਦਿਖ ਹੀ ਰਿਹਾ। ਤੁਸੀਂ ਮੈਨੂੰ ਕੁਐਸਚਨ ਪੁੱਛਿਆ ਬਟ ਤੁਹਾਡੀ ਪਰਸਨੈਲਿਟੀ ਵੀ ਇਸ ਚੀਜ਼ਾਂ ਨੂੰ ਹੈ, ਤੇ ਤਿੰਨਾਂ ਦੇ ਕੰਬੀਨੇਸ਼ਨ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਜ਼ਰੂਰ ਇੱਕ ਵਾਰੀ ਅਸੈਸ ਕਰੋ ਕਿ whether you are framed for this or not। ਮੈਂ ਥੋੜਾ ਜਿਹਾ ਰੋਕਣਾ ਚਾਹਾਂਗਾ, ਸਾਡੇ ਕੋਲ ਕੁਐਸਚਨਸ ਬਹੁਤ ਸਾਰੇ ਆ ਰਹੇ ਨੇ, ਮੈਂ ਕੱਲ 20 ਕੁਐਸਚਨਸ ਆ ਚੁੱਕੇ ਨੇ। ਥੋੜਾ ਜਿਹਾ ਆਪਾਂ ਬਰੀਫ ਦੇ ਵਿਚਕਾਰ ਗੱਲ ਕਰੀਏ, ਬੱਚੇ ਬਾਅਦ ਡਿਸਕਸ ਕਰ ਸਕਦੇ ਨੇ। ਚਾਹੁੰਦੇ ਵੀ ਸਾਰਿਆਂ ਦੇ ਕੁਐਸਚਨ ਦੀ ਕੁਐਰੀਜ਼ ਹੈਲਪ ਕਰੀਏ। ਮੈਨੂੰ ਲੱਗਦਾ ਬਲਪ੍ਰੀਤ ਕੌਰ ਨੂੰ ਦੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਪ੍ਰੀਤੀ ਅਹੂਜਾ ਦਾ ਜਿਹੜਾ ਹੈ ਕੁਐਸਚਨ ਹੈ, ਹਾਊ ਵੀ ਕੈਨ ਡੂ ਵਰਚੁਅਲ ਇੰਟਰਨਸ਼ਿਪ। ਦੇਖੋ ਵਰਚੁਅਲ ਇੰਟਰਨਸ਼ਿਪ ਬਹੁਤ ਆਸਾਨ ਹੈ। ਜਿਵੇਂ ਮੈਂ ਤੁਹਾਨੂੰ ਆਪਣੀ ਵੈਬਸਾਈਟ ਦੇ ਉੱਤੇ ਲੈ ਕੇ ਗਈ, ਇਹਦੇ ਵਿੱਚ ਮੈਂ ਤੁਹਾਨੂੰ ਅਗਰ ਮੈਂ ਆਪਣਾ ਮੇਨ ਪੇਜ ਦਿਖਾਵਾਂ ਵੈਬਸਾਈਟ ਦਾ, ਲੈਟ ਮੀ ਟੇਕ ਯੂ ਟੂ ਦੈਟ ਪਾਰਟ ਜਿੱਥੇ ਜਸਟ ਅ ਮਿੰਟ ਕਰੀਅਰ ਐਮਪੀਕੇਪੀ ਹੈ। ਕਰੀਅਰ ਐਮਪੀਕੇਪੀ ਯਾ। ਸੋ ਅਗਰ ਤੁਸੀਂ ਵੈਬਸਾਈਟ ਦੇ ਫਰੰਟ ਪੇਜ ਤੇ ਜਿਹੜਾ ਟੌਪ ਪੇਜ ਹੈ ਇਹਦੇ ਤੇ ਆਉਂਦੇ ਹੋ ਔਰ ਥੱਲੇ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਆਈਡੀਅਲ ਕਰੀਅਰ ਹੈ ਇਹਦਾ ਇੱਕ ਐਕਸੈਸ ਜਿਹੜਾ ਹੈ ਉਹ ਇੱਥੋਂ ਵੀ ਦਿੱਤਾ ਹੈ, ਆਈਡੀਅਲ ਕਰੀਅਰ ਸਟਰੀਮ ਸਿਲੈਕਟਰ ਐਂਡ ਵਰਚੁਅਲ ਇੰਟਰਨਸ਼ਿਪ ਪ੍ਰੋਗਰਾਮ। ਜਦੋਂ ਤੁਸੀਂ ਇਸ ਪ੍ਰੋਗਰਾਮ ਦੇ ਉੱਤੇ ਕਲਿੱਕ ਕਰਦੇ ਹੋ ਦੈਨ ਯੂ ਵਿਲ ਫਾਈਂਡ ਇਟ ਆਊਟ ਕਿ ਵਰਚੁਅਲ ਇੰਟਰਨਸ਼ਿਪ ਜਿਹੜੀ ਹੈ ਕੀ ਹੈ। ਬਟ ਅਲੋਂਗ ਵਿਦ ਦੈਟ ਇਫ ਯੂ ਵਾਂਟ ਟੂ ਟੇਕ ਅਪ ਦਾ ਟੈਸਟ ਸੋ ਯੂ ਕੁਡ ਕੰਸਲਟ ਮਾਈ ਕਾਉਂਸਲਰ, ਤੇ ਉਹ ਜਿਹੜੀ ਮੇਰੀ ਅਕੈਡਮਿਕ ਕਾਉਂਸਲਰ ਹੈ ਤੁਸੀਂ ਉਹਨੂੰ ਕੰਸਲਟ ਕਰਕੇ ਯੂ ਕੈਨ ਟੇਕ ਮਾਈ ਨੰਬਰ ਤੇ ਆਈ ਵਿਲ ਬੀ ਇਸ਼ੂਇੰਗ ਯੂ ਅ ਕੋਡ ਜਿਹੜਾ ਤੁਸੀਂ ਵਰਚੁਅਲ ਇੰਟਰਨਸ਼ਿਪ ਲਈ ਯੂਜ਼ ਕਰ ਸਕਦੇ ਹੋ। ਤੇ ਇੱਕ ਗੱਲ ਮੈਂ ਹੋਰ ਇੱਥੇ ਕਹਿਣਾ ਚਾਹਾਂਗੀ ਕਿ ਜਿਹੜੇ ਬੱਚਿਆਂ ਦੇ ਕੁਐਸਚਨ ਸਪੋਜ਼ ਇੱਥੇ ਆਨਸਰ ਨਹੀਂ ਹੋ ਪਾਉਂਦੇ ਤੇ ਆਈ ਵਿਲ ਬੀ ਲਾਈਕ ਮੇਲਿੰਗ them later on। ਏਦਾਂ ਬਿਲਕੁਲ ਨਹੀਂ ਸੋਚਣਾ ਕਿ ਤੁਹਾਡੇ ਕੁਐਸਚਨਸ ਐਡਰੈਸ ਨਹੀਂ ਹੋਏ, ਆਈ ਵਿਲ ਬੀ ਐਡਰੈਸਿੰਗ ਈਚ ਵਨ ਆਫ ਯੂ ਤੇ ਆਈ ਵਿਲ ਬੀ ਇਨ ਕੰਟੈਕਟ ਵਿਦ ਯੂ। ਤੁਸੀਂ ਮੈਨੂੰ ਮੇਲ ਕਰ ਸਕਦੇ ਹੋ, ਮਾਈ ਮੇਲ ਇਜ਼ mpkp.ynr@gmail.com, ਉਹ ਮੈਂ ਚੈਟ ਬਾਕਸ ਵਿੱਚ ਵੀ ਪਾ ਦਿੰਦੀ ਹਾਂ। ਪਲੱਸ ਆਈ ਵਿਲ ਬੀ ਆਨਸਰਿੰਗ ਈਚ ਐਂਡ ਐਵਰੀ ਕੁਐਸਚਨ ਆਫ ਯੂ ਤਾਂ ਕਿ ਤੁਹਾਨੂੰ ਜਿਹੜਾ ਇੱਕ ਸੈਟਿਸਫੈਕਸ਼ਨ ਇਸ ਚੀਜ਼ ਤੋਂ ਮਿਲ ਸਕੇ ਕਿ ਤੁਸੀਂ ਜੋ ਡਿਜ਼ਾਇਰ ਕੀਤਾ ਇਸ ਵੈਬਿਨਾਰ ਤੋਂ ਐਟਲੀਸਟ ਇਨ ਦਾ ਲਾਸਟ ਯੂ ਆਰ ਗੈਟਿੰਗ ਦਾ ਆਨਸਰਸ ਆਫ ਐਵਰੀ ਕੁਐਸਚਨ। ਯੈਸ ਠੀਕ ਹੈ ਜੀ, ਬਹੁਤ ਵਧੀਆ ਮੈਮ। ਹੁਣ ਇੱਕ ਬੱਚੇ ਦਾ ਅਗਲਾ ਕੁਐਸਚਨ ਸੀਗਾ, ਠੀਕ ਹੈ ਹਾਂਜੀ, why should I choose between economics and psychology? What should I choose between economics and psychology means which one is having more scope ahead? ਬਹੁਤ ਅੱਛਾ ਕੁਐਸਚਨ ਪੁੱਛਿਆ ਬੱਚੇ ਤੁਸੀਂ। ਅਗਰ ਅਸੀਂ ਮੋਰ ਦੀ ਗੱਲ ਕਰੀਏ ਤੇ ਇਫ ਯੂ ਆਸਕ ਮੀ ਐਜ਼ ਅ ਕਰੀਅਰ ਕਾਉਂਸਲਰ ਤੇ ਮੇਰੇ ਵਾਸਤੇ ਦੋਨਾਂ ਦੀ ਵੇਟੇਜ ਜਿਹੜੀ ਹੈ ਉਹ ਬਰਾਬਰ ਹੈ। ਇਕਨੋਮਿਕਸ ਆਪਣੇ ਆਪ ਵਿੱਚ ਬਹੁਤ ਇੱਕ ਵਰਸੇਟਾਈਲ ਕਰੀਅਰ ਹੈ ਜਿਹੜਾ ਕਿ ਤੁਹਾਨੂੰ ਮਤਲਬ ਇੱਕ ਆਪਣੀ ਜਦੋਂ ਤੁਸੀਂ ਇਕਨੋਮਿਕਸ ਦੇ ਵਿੱਚ ਕੰਮ ਕਰਦੇ ਹੋ ਤਾਂ ਯੂ ਕੁਡ ਫਾਈਂਡ ਆਊਟ ਕਿ ਦੇਰ ਆਰ ਸੋ ਮੈਨੀ ਕਰੀਅਰਸ ਦੈਟ ਆਰ ਅਟੈਚਡ ਵਿਦ ਇਕਨੋਮਿਕਸ। ਅਗਰ ਤੁਸੀਂ ਸਾਈਕੋਲੋਜੀ ਦੀ ਗੱਲ ਕਰਦੇ ਹੋ, ਇਫ ਯੂ ਜਸਟ ਮੈਂ ਫਿਰ ਉਹੀ ਗੱਲ ਤੇ ਆਵਾਂਗੀ, ਤੁਹਾਨੂੰ ਖੁਦ ਨੂੰ ਐਕਸੈਸ ਕਰਨਾ ਪਏਗਾ, ਐਕਸਪਲੋਰ ਕਰਨਾ ਪਏਗਾ ਕਿ ਤੁਹਾਡੀ ਪਰਸਨੈਲਿਟੀ ਦੇ ਵਿੱਚ ਕਿਹੜਾ ਪਾਰਟ ਜ਼ਿਆਦਾ ਹੈ। ਅਗਰ ਤੁਸੀਂ ਇਕਨੋਮਿਕਸ ਵੱਲ ਜਾਣਾ ਚਾਹੁੰਦੇ ਹੋ ਇਹਦਾ ਮਤਲਬ ਕਿ ਤੁਹਾਡੇ 'ਚ ਕਿਤੇ ਨਾ ਕਿਤੇ ਇਕਨੋਮਿਕਸ ਨੂੰ ਲੈ ਕੇ ਮਤਲਬ ਫਾਈਨੈਂਸ਼ੀਅਲਸ ਨੂੰ ਲੈ ਕੇ ਇੱਕ ਕੁਐਸਟ ਹੈ ਜਿਹੜਾ ਤੁਸੀਂ ਰਿਜ਼ੋਰਟ ਕਰਨ ਦੀ ਕੋਸ਼ਿਸ਼
ਕੋਸ਼ਿਸ਼ ਕਰ ਰਹੇ ਹੋ ਤੇ ਯੂ ਵਾਂਟ ਟੂ ਬੀ ਐਨ ਇਕਨੋਮਿਸਟ, ਔਰ ਅਗਰ ਤੁਹਾਡੇ ਵਿੱਚ ਇੱਕ ਕੁਐਸਟ ਹੈ ਕਿ ਯੂ ਵਾਂਟ ਟੂ ਰੀਡ ਆਊਟ ਕਿ ਵਾਟ ਇਜ਼ ਦ ਸਾਈਕੋਲੋਜੀ ਆਫ ਦ ਪੀਪਲ, ਆਈ ਵਾਂਟ ਟੂ ਹੈਲਪ ਪੀਪਲ, ਆਈ ਵਾਂਟ ਟੂ ਕਾਉਂਸਲ ਪੀਪਲ। ਸਾਈਕੋਲੋਜੀ ਵੀ ਆਪਣੇ ਆਪ ਵਿੱਚ ਇੱਕ ਬਹੁਤ ਵਾਈਡ ਕਰੀਅਰ ਹੈ, ਜਿੰਦੇ ਚ ਅਗਰ ਮੈਂ ਗੱਲ ਕਰਾਂ, ਬਿਕੋਜ਼ ਆਈ ਐਮ ਮਾਈਸੈਲਫ ਬੀਇੰਗ ਅ ਸਾਈਕੋਲੋਜਿਸਟ, ਤੇ ਇਹਦੇ ਵਿੱਚ ਬਹੁਤ ਸਾਰੀਆਂ ਸਟਰੀਮਸ ਨੇ ਜਿਹੜੀਆਂ ਤੁਸੀਂ careers ਨੇ ਜਿਹੜੇ ਚੂਜ਼ ਕਰ ਸਕਦੇ ਨੇ। you can work as a clinical psychologist, you can work as a career psychologist, you can work as a substance abuse counselor, ਜਿਵੇਂ ਦੇਖ ਰਹੇ ਹੋ ਕਿ substance abuse ਸਾਡੀ society 'ਚ ਬਹੁਤ ਵੱਧ ਰਿਹਾ ਹੈ, ਤੇ ਤੁਸੀਂ ਉਹਦੇ counselor, you could act as a marriage therapist, you could act as a child therapist, ਤੇ ਇਹਦੇ ਵਿੱਚ ਵੀ ਮਤਲਬ even you can work in government hospitals, in private psychiatric clinic, you could have your own setup, you could work in the schools as a counselor, ਤੇ ਇਹ ਵੀ ਫੀਲਡ ਆਪਣੇ ਆਪ ਵਿੱਚ ਬਹੁਤ ਵੱਡੀ ਹੈ। ਇਟ ਡਿਪੈਂਡਸ, ਮੈਂ ਫਿਰ ਕਹਾਂਗੀ ਇਕਨੋਮਿਕਸ ਵੀ ਦੀ ਬੈਸਟ ਹੈ, ਸਾਈਕੋਲੋਜੀ ਵੀ ਦੀ ਬੈਸਟ ਹੈ, ਡਿਪੈਂਡਸ ਅਪਨ ਯੋਰ ਟ੍ਰੇਟਸ ਕਿ ਤੁਹਾਡੀ ਪਰਸਨੈਲਿਟੀ ਵਿੱਚ ਕੀ ਫੀਚਰਸ ਕੀ ਨੇ, ਤੁਹਾਡਾ ਐਪਟੀਟਿਊਡ ਕੀ ਕਹਿੰਦਾ ਹੈ, ਅਕੋਰਡਿੰਗਲੀ ਤੁਸੀਂ ਉਸ ਕਰੀਅਰ ਨੂੰ ਚੂਜ਼ ਕਰੋ। what my advice is ਕਿ ਤੁਸੀਂ ਇੱਕ ਆਪਣਾ ਇੱਕ ਆਈਡੀਅਲ ਕਰੀਅਰ ਟੈਸਟ ਲਓ, ਔਰ ਅਕੋਰਡਿੰਗਲੀ you discuss it with me, then I could make you reach to one conclusion ਕਿ which one is best for you, either economics or psychology। ਬੱਚੇ ਦਾ ਬੜਾ ਵਧੀਆ ਕੁਐਸਚਨ ਆਇਆ ਮੈਮ ਕਿ ਸਰ ਆਈ ਵਾਂਟ ਟੂ ਨੋ that can we share this information further with our friends to help them or it was only free for the participants? ਬੇਟਾ ਕਦੀ ਵੀ ਏਦਾਂ ਨਹੀਂ ਹੁੰਦਾ ਕਿ if I am giving you some, ਇੱਕ ਮਿੰਟ ਮੈਡਮ, ਹਾਂਜੀ ਇੱਕ ਲਾਈਨ ਦੇ ਵਿੱਚ ਆਨਸਰ ਦੇ ਦਿਓ ਜੀ ਜਲਦੀ, ਕਿਉਂਕਿ ਟਾਈਮ ਬਹੁਤ ਹੋ ਗਿਆ, ਸਵਾਲ ਬਹੁਤ ਨੇ। ਇੱਕ ਲਾਈਨ ਦੇ ਵਿੱਚ ਆਨਸਰ ਹੈ ਕਿ ਤੁਸੀਂ ਜਿਹਦੇ ਨਾਲ ਮਰਜ਼ੀ ਚਾਹੋ ਸ਼ੇਅਰ ਕਰ ਸਕਦੇ ਹੋ, this is free for all। Next question, please. Can you tell about UPSC exams? Yeah, why not? UPSC ਜਿਹੜਾ ਹੈ ਉਹ ਮਤਲਬ ਇੱਥੇ ਜਿਹੜਾ ਟਾਈਮ ਸ਼ਾਰਟੇਜ ਹੈ ਤੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਐਕਸਪਲੇਨ ਨਹੀਂ ਕਰਾਂਗੀ, ਬਟ ਅਗਰ ਤੁਸੀਂ ਡਿਜ਼ਾਇਰ ਕਰਦੇ ਹੋ ਕਿ you could be an IAS, IPS, IFS, ਤੇ UPSC exam is there for you, and ਦੇ ਤਿੰਨ ਚੀਜ਼ਾਂ ਨੇ, ਪ੍ਰੀਲਿਮਸ ਹੈ, ਮੇਨਸ ਹੈ, ਔਰ ਤੁਹਾਡਾ ਇੱਕ ਇੰਟਰਵਿਊ ਹੈ। ਪ੍ਰੀਲਿਮਸ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦਾ ਜਿਹੜਾ ਮਤਲਬ ਜਿਹੜਾ ਸਿਲੇਬਸ ਹੈ that is very widen, you have to read about many things, but ਇੱਕ ਗੱਲ ਚੀਜ਼ ਜ਼ਰੂਰ ਹੈ, ਜਿਵੇਂ ਹਿਊਮੈਨਿਟੀਜ਼ ਬਾਰੇ ਮੈਂ ਗੱਲ ਕਹਿਣਾ ਚਾਹਾਂਗੀ ਕਿ ਹਿਊਮੈਨਿਟੀਜ਼ ਨੂੰ ਇੱਕ ਬੜਾ ਵੀਕ ਸਟਰੀਮ ਗਿਣਿਆ ਜਾਂਦਾ ਹੈ, ਬਟ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ UPSC ਜਿਹੜਾ ਕਲੀਅਰ ਕਰਦਾ ਹੈ, most of them they are from the humanity streams, most of, ਮੈਂ ਨਹੀਂ ਕਹਿ ਰਹੀ ਕਿ ਸਿਰਫ ਹਿਊਮੈਨਿਟੀ ਸਟਰੀਮ, ਹਾਂ most of the student those who qualify UPSC they are from humanities, but ਹਾਂ ਇਹਦੇ ਵਾਸਤੇ ਤੁਹਾਨੂੰ ਗ੍ਰੈਜੂਏਟ ਹੋਣਾ ਜ਼ਰੂਰੀ ਹੈ, ਪਲੱਸ ਤੁਹਾਡੀ ਏਜ ਜਿਹੜੀ ਹੈ 21 to 30 years ਤੱਕ ਹੋਣੀ ਚਾਹੀਦੀ ਹੈ, and you should be a resident of India। ਇਹ ਤਿੰਨ ਚੀਜ਼ਾਂ ਨੇ, ਅਗਰ ਤੁਹਾਡੇ ਤਿੰਨੋਂ ਨੇ you could apply for UPSC, then you can start for prelims। ਹਾਂ ਅਗਰ ਤੁਸੀਂ UPSC ਲਈ aspirant ਹੋ ਤੇ what my advice to you is ਕਿ ਫਿਰ ਤੁਹਾਨੂੰ UPSC ਤੋਂ ਇਲਾਵਾ ਕੁਝ ਹੋਰ ਨਜ਼ਰ ਨਹੀਂ ਆਉਣਾ ਚਾਹੀਦਾ, means you should only concentrate। ਬੱਚੇ ਤੇ 2-2 ਸਾਲ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲੈਂਦੇ ਨੇ and then they appear for the exam, ਤੇ ਅਗਰ ਤੁਸੀਂ ਇੰਨੀ ਜਿਹੜੀ ਹੈ ਹਾਰਡ ਵਰਕ ਵਾਸਤੇ ਤਿਆਰ ਹੋ, then UPSC is there for you। ਹਾਂਜੀ ਸਰ। ਠੀਕ ਹੈ, ਇੱਕ ਦੋ ਤਿੰਨ ਬੱਚਿਆਂ ਦੇ ਸਿਮਿਲਰ ਕੁਐਸਚਨ ਨੇ। ਇੱਕ ਬੱਚਾ ਕਹਿ ਰਿਹਾ ਕਿ +2 ਤੋਂ ਬਾਅਦ ਮੈਂ +2 ਚ ਹਿਊਮੈਨਿਟੀਜ਼ ਲਈ ਹੈ, ਉਸ ਤੋਂ ਬਾਅਦ ਮੈਂ ਕੀ ਕਰਾਂ, ਮੈਂ ਕਿਹੜੀ ਜੌਬ ਕਰ ਸਕਦਾ, ਕਿਹੜਾ ਕੋਰਸ ਕਰਾਂ। ਇੱਕ ਬੱਚਾ ਪੁੱਛ ਰਿਹਾ 10th ਤੋਂ ਬਾਅਦ ਮੈਂ ਕਿਹੜੀ ਸਟਰੀਮ ਲਵਾਂ। 10th ਤੋਂ ਬਾਅਦ ਬੱਚੇ ਅਗਰ ਤੁਸੀਂ ਸਟਰੀਮ ਵਿੱਚ ਕਨਫਿਊਜ਼ਡ ਹੋ ਤਾਂ ਸਟਰੀਮ ਸਿਲੈਕਟਰ ਤੁਹਾਡੇ ਵਾਸਤੇ ਬੈਸਟ ਹੈ। ਤੁਸੀਂ ਇੱਕ ਵਾਰੀ ਸਟਰੀਮ ਸਿਲੈਕਟਰ ਲਓ, ਆਪਣਾ ਰਿਜ਼ਲਟ ਮੇਰੇ ਨਾਲ ਸ਼ੇਅਰ ਕਰੋ, ਦੈਨ ਆਈ ਕੈਨ ਫਰਦਰ ਗਾਈਡ ਯੂ। ਤੇ ਆ ਜਿਹੜੇ ਬੱਚੇ ਨੇ +2 ਵਿੱਚ ਹਿਊਮੈਨਿਟੀਜ਼ ਲਈ ਹੈ, ਜਿਵੇਂ ਮੈਂ ਹਿਊਮੈਨਿਟੀਜ਼ ਵਿੱਚ ਕਿਹਾ ਆਪਣੇ ਆਪ ਵਿੱਚ ਬਹੁਤ ਵਾਈਡਨ ਸਕੋਪ ਹੈ। ਇਹਦੇ 'ਚ ਮੈਨੂੰ ਹਿਊਮੈਨਿਟੀਜ਼ ਵਿੱਚ ਦੀ ਬੈਸਟ ਕੀ ਲੱਗਦਾ ਹੈ ਕਿ ਇਹ ਆਪਣੇ ਆਪ ਵਿੱਚ ਇੱਕ ਬੜੀ ਸਪੈਸ਼ਲਾਈਜ਼ਡ ਫੀਲਡ ਹੈ। ਜਿਵੇਂ ਅਗਰ ਸਪੋਜ਼ ਅਸੀਂ ਕੁਝ ਕਾਮਨ ਸਬਜੈਕਟਸ ਜਿਹੜੇ ਸਕੂਲ ਵਿੱਚ ਅਵੇਲੇਬਲ ਨੇ ਉਹ ਲੈਂਦੇ ਹਾਂ, ਅਸੀਂ ਸਾਈਕੋਲੋਜੀ ਪਿਕ ਕਰ ਲਈ, ਅਸੀਂ ਇਕਨੋਮਿਕਸ ਪਿਕ ਕਰ ਲਈ, ਅਸੀਂ ਹਿਸਟਰੀ ਪਿਕ ਕਰ ਲਈ, ਤੇ ਹਿਸਟਰੀ ਵਿੱਚੋਂ ਵੀ ਲਾਈਕ ਯੂ ਕੁਡ ਫਾਈਂਡ ਆਊਟ ਕਿ ਯੂਜਲੀ ਜਿਹੜੇ ਸਟੂਡੈਂਟ ਹਿਸਟਰੀ ਨਹੀਂ ਲਾਈਕ ਕਰਦੇ, ਸਾਈਕੋਲੋਜੀ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ। ਇਕਨੋਮਿਕਸ ਵਿੱਚ ਵੀ ਜਦੋਂ ਤੁਸੀਂ ਸਰਚ ਮਾਰੋਗੇ ਗੂਗਲ ਤੇ ਕਿ ਵਾਟ ਆਰ ਦਾ ਕਰੀਅਰਸ, ਤੇ ਯੂ ਵਿਲ ਗੈਟ ਮੈਨੀ ਕਰੀਅਰਸ। ਔਰ ਅਗਰ ਹਿਸਟਰੀ ਦੀ ਗੱਲ ਕਰਾਂ ਤੇ ਹਿਸਟਰੀ ਚੋਂ ਵੀ ਆਰਕੀਓਲੋਜੀ ਹੈ। ਅਗਰ ਇੱਕ ਨਵਾਂ ਜਿਹੜਾ ਕਰੀਅਰ ਹੈ, ਅਗਰ ਮੈਂ ਉਹਦੀ ਗੱਲ ਕਰਾਂ ਤੇ ਮਰੀਨ ਆਰਕੀਓਲੋਜੀ ਇਜ਼ ਦੇਅਰ, ਜਿਹੜੀ ਕਿ ਹਿਸਟਰੀ ਦੇ ਸਟੂਡੈਂਟਸ ਵਾਸਤੇ ਬਹੁਤ ਬੈਨੀਫੀਸ਼ੀਅਲ ਹੈ। ਐਂਡ ਦੇ ਕੁਡ ਫਾਈਂਡ ਆਊਟ ਕਿ ਉਹ ਜਿਨ੍ਹਾਂ ਨੂੰ ਹਿਸਟਰੀ ਪੜ੍ਹਨ ਦਾ ਬੜਾ ਇੰਟਰਸਟ ਹੈ, ਉਹ ਇਹਦੇ ਵਿੱਚ ਬਹੁਤ ਸਾਰੀਆਂ ਲੁਕਰੇਟਿਵ ਜੌਬਸ ਨੇ ਜਿਹੜੀਆਂ ਉਹ ਕਰ ਸਕਦੇ ਨੇ। ਤੇ ਬੇਟਾ ਤੁਸੀਂ ਜਿਹੜੇ ਨੇ +2 ਚ ਹਿਊਮੈਨਿਟੀਜ਼ ਲਈ ਹੈ, ਦੈਟ ਯੂਰ, ਤੇ ਇਹਦੇ ਚੋਂ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰਕੇ ਬੈਸਟ ਮੈਚਿੰਗ ਆਪਸ਼ਨ
ਪ੍ਰੋਫੈਸ਼ਨ ਜਿਹੜਾ ਹੈ ਉਹ ਚੂਜ਼ ਕਰਨਾ ਹੈ। ਅਗਰ ਮੈਂ ਜੀਓਗ੍ਰਾਫੀ ਦੀ ਵੀ ਗੱਲ ਕਰਾਂ ਤੇ ਜੀਓਗ੍ਰਾਫੀ ਆਪਣੇ ਆਪ ਵਿੱਚ ਬੜੇ ਬਹੁਤ ਮਤਲਬ ਵੱਡੀ ਫੀਲਡ ਹੈ ਜਿੰਦੇ ਵਿੱਚ ਬਹੁਤ ਸਾਰੇ ਕੈਰੀਅਰਸ ਡਿਫਾਈਨ ਕਰਦੇ ਆ। ਬਟ ਪ੍ਰੋਬਲਮ ਕਿੱਥੇ ਹੈ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਜਿਹੜਾ ਜੀਓਗ੍ਰਾਫੀ ਹੈ ਇਹ ਕਿਸ ਚੀਜ਼ ਵੱਲ ਜਾ ਰਿਹਾ ਹੈ, ਜਾਂ ਹਿਸਟਰੀ ਕਿੱਧਰ ਲੈ ਕੇ ਜਾ ਰਹੀ ਹੈ, ਜਾਂ ਸਾਈਕੋਲੋਜੀ ਕਿੱਧਰ ਲੈ ਕੇ ਜਾ ਰਹੀ ਹੈ, ਇਕਨੋਮਿਕਸ ਕਿੱਧਰ ਲੈ ਕੇ ਜਾ ਰਹੀ ਹੈ। ਈਵਨ ਲੇਟੈਸਟ ਜਿਹੜੀ ਇਸ ਵਾਰੀ CBSE ਦੀ ਜਿਹੜੀ ਨੋਟੀਫਿਕੇਸ਼ਨ ਆਈ ਹੈ, ਮਾਸ ਕਮਿਊਨੀਕੇਸ਼ਨ ਜਿਹੜਾ ਹੈ ਉਹ ਵੀ ਇੰਕਲੂਡ ਹੋ ਗਿਆ ਹਿਊਮੈਨਿਟੀਜ਼ ਵਿੱਚ। ਅਗਰ ਤੁਸੀਂ ਹਿਊਮੈਨਿਟੀਜ਼ ਦੇ ਵਿੱਚ ਮਤਲਬ ਮਾਸ ਕਮਿਊਨੀਕੇਸ਼ਨ, ਅਦਰਵਾਈਜ਼ ਇਟ ਇਜ਼ ਕੰਸੀਡਰਡ ਟੂ ਬੀ the subject of commerce, but now it is included in humanities. So if you want to opt for mass comm, that could also be the one additional subject that you can take up. Yes sir, next question. ਕਹੇ ਕਿ ਜਿਵੇਂ ਅਸੀਂ B.Ed ਆਫਟਰ C.Tet P.STET ਕਲੀਅਰ ਕਰ ਲੈਂਦੇ ਹਾਂ, ਇਸ ਦਾ ਸਕੋਪ ਪ੍ਰਾਈਵੇਟ ਸਕੂਲ ਵਿੱਚ ਕੀ ਹੈ? It is important to do course to pursue career in a field or internship will suffice. ਸਮਝ ਨਹੀਂ ਆਇਆ ਮੈਨੂੰ ਕੁਐਸਚਨ, ਥੋੜਾ ਜਿਹਾ ਇੱਕ ਮਤਲਬ ਅਗਰ ਬਰੀਫ ਵਿੱਚ ਦੱਸੋ ਕਿ B.Ed ਕਹਿੰਦੇ ਕਿ ਮੈਂ B.Ed ਕੀਤੀ ਹੈ, C.Tet ਪਾਸ ਕੀਤਾ, P.STET ਪਾਸ ਕੀਤਾ, ਪੰਜਾਬ ਦੇ ਵਿਚਕਾਰ ਜਿਹੜਾ ਹੈ ਹੁੰਦੇ ਨੇ ਕੋਰਸ ਟੈਸਟ ਹੁੰਦੇ ਨੇ ਟੀਚਰ ਲੱਗਣ ਲਈ, ਤੇ ਉਸ ਤੋਂ ਬਾਅਦ ਕਹਿੰਦੇ ਪ੍ਰਾਈਵੇਟ ਸਕੂਲ ਵਿੱਚ ਇਹਨਾਂ ਦਾ ਕੀ ਜੋਬ ਹੈ, ਸਕੋਪ ਹੈ, ਤੇ ਜਾਂ ਜਿਹੜਾ ਹੈ ਕੋਈ ਹੋਰ ਕੋਰਸ ਮੈਂ ਪਰਸਿਊ ਕਰਾਂ ਜਾਂ ਇੰਟਰਨਸ਼ਿਪ ਜਿਹੜੀ ਹੈ ਸਫੀਸ਼ੀਐਂਟ ਹੈ ਲਈ? देखो, if you have done B.Ed, that means you are looking towards the teaching profession, ਤੇ ਠੀਕ ਹੈ ਤੁਸੀਂ ਜਿਹੜਾ PSET ਵੀ ਕਲੀਅਰ ਕੀਤਾ ਹੈ ਜਾਂ ਉੱਥੇ ਦੇ ਜਿਹੜੇ ਲੋਕਲ ਜਿਹੜੇ ਮਤਲਬ ਤੁਹਾਡੀ ਸਟੇਟ ਦੇ ਜ਼ਰੂਰੀ ਨੇ ਜਿਹੜੇ ਟੈਸਟ ਉਹ ਵੀ ਕਲੀਅਰ ਕੀਤੇ ਨੇ। if you are looking towards a school, the schools ਦੇ ਵਿੱਚ like you could excel yourself ਕਿ ਅਗਰ ਤੁਸੀਂ you want to be into the teaching profession, but ਤੁਸੀਂ ਆਪਣੀ ਸਟਰੀਮ ਨਹੀਂ ਡਿਫਾਈਨ ਕੀਤੀ। ਅਗਰ ਨਹੀਂ ਤੇ ਮੈਂ ਤੁਹਾਨੂੰ ਉਹਦੇ ਵਿੱਚ ਵੀ ਗਾਈਡ ਕਰ ਪਾਉਂਦੀ ਕਿ ਤੁਸੀਂ ਕਿਹੜੀ ਸਟਰੀਮ ਤੋਂ ਕਿਹੜੇ ਤੁਸੀਂ ਕੋਰਸਸ ਉਸ ਤੋਂ ਪਹਿਲੇ ਕੀ ਕੀਤਾ ਹੈ, ਜਿਵੇਂ ਤੁਸੀਂ BA BCom ਹੋ ਜਾਂ ਕੀ ਕੀਤਾ, BSc ਕੀਤਾ ਹੈ। ਅਕੋਰਡਿੰਗਲੀ what I feel ਕਿ ਜਦੋਂ ਤੁਸੀਂ ਆਪਣੇ ਆਪ ਨੂੰ ਟੀਚਿੰਗ ਵਿੱਚ ਐਕਸਪਲੋਰ ਕਰਦੇ ਹੋ ਤੇ ਟੀਚਿੰਗ ਦੇ ਵਿੱਚ ਵੀ you could add the versatility to your profession ਕਿ ਸਿਰਫ ਇੱਕ ਟੀਚਿੰਗ ਨੂੰ ਸਕੂਲ ਜਾਂ ਟਿਊਸ਼ਨਸ ਤੱਕ ਨਾ ਲਿਮਿਟ ਕਰਕੇ I could be a coach in my subject। ਮਤਲਬ ਜਦੋਂ ਤੁਸੀਂ ਐਡੀਸ਼ਨਲੀ ਆਪਣੇ ਸਬਜੈਕਟ ਨੂੰ ਐਜ਼ ਅ ਕੋਚ ਮਤਲਬ ਇੱਕ ਉਹਦੇ ਚੈਨਲਸ ਬਣਾ ਕੇ ਜਾਂ ਇਨਟੂ ਕੰਟੈਂਟ ਰਾਈਟਿੰਗ ਜਾਂ ਇਨਟੂ ਬਲੌਗਿੰਗ ਜਾਂ ਇਨਟੂ ਵਲੌਗਿੰਗ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰਦੇ ਹੋ ਤੇ you will find the versatility of you is coming out, ਜਿਹੜਾ ਕਿ ਸਿੰਪਲੀ ਇੱਕ ਟੀਚਰ ਬਣਨ ਤੋਂ ਸ਼ਾਇਦ ਉਹ ਸੈਟੀਸਫੈਕਸ਼ਨ ਨਹੀਂ ਮਿਲਦੀ। ਬਟ ਅੱਜ ਕੱਲ ਤੇ ਇਤਨੇ ਸਾਰੇ ਮੀਡੀਅਮਸ ਨੇ, ਅਗਰ ਤੁਸੀਂ ਉਹਨਾਂ ਨੂੰ ਵੀ ਐਕਸਪਲੋਰ ਕਰੋ ਨਾਲ ਨਾਲ ਟੀਚਿੰਗ ਦੇ ਨਾਲ ਨਾਲ, ਤੁਸੀਂ you are teaching in a school ਤੇ along with that ਕਿ you are doing blogging ਜਾਂ ਤੁਸੀਂ ਕੰਟੈਂਟ ਰਾਈਟਿੰਗ ਕਰ ਰਹੇ ਹੋ ਜਾਂ ਫਿਰ ਤੁਸੀਂ ਆਪਣੇ ਆਪ ਨੂੰ ਵੀਡੀਓਜ਼ ਜੋ ਤੁਸੀਂ ਮਤਲਬ ਟੀਚ ਕਰ ਰਹੇ ਹੋ ਉਹਨੂੰ ਤੁਸੀਂ ਮਤਲਬ you are giving it to others through in the form of video, ਤੇ ਉਹਦੇ ਤੁਸੀਂ ਦੇਖੋਗੇ ਕਿ ਤੁਸੀਂ ਮਤਲਬ ਇਸ ਐਕਸਰਸਾਈਜ਼ ਦੇ ਨਾਲ you yourself is owning up, ਤੁਹਾਡੀ ਪਪੂਲੈਰਿਟੀ ਵੱਧ ਰਹੀ ਹੈ। you are looking for ਕਿ ਅੱਛਾ ਹੋਰ ਕਿੱਥੋਂ ਆਨਸਰ ਨਹੀਂ ਮਿਲਿਆ ਤੇ ਮੈਮ ਦੀ ਵੈਬਸਾਈਟ ਤੋਂ ਜਾਂ ਫਿਰ ਮੈਮ ਦੇ ਜਿਹੜੇ ਵੀਡੀਓਜ਼ ਨੇ ਉੱਥੋਂ ਤੇ ਸਾਨੂੰ ਆਨਸਰਸ ਮਿਲਣਗੇ। ਮਤਲਬ the more you explore yourself, ਤੇ teaching is not only limited to teaching, it is not only limited to schools and tuitions। ਅਗਰ ਤੁਸੀਂ ਚਾਹੋ ਤੇ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਨੇ ਜੋ ਤੁਸੀਂ ਸਟੈਪ ਬਾय ਸਟੈਪ ਜਿਹੜੀ ਅਗਰ ਐਕਸਪਲੋਰ ਕਰੋ ਤੇ you could find, even you could author a book, like you could be also like expertise in your, and you could be also hired by CBSE or other boards ਅਗਰ ਤੁਸੀਂ ਆਪਣੀ ਜਿਹੜੀ ਵੀ ਤੁਹਾਡਾ ਸਟਰੀਮ ਹੈ ਉਹਦੇ ਵਿੱਚ ਐਕਸਪਰਟਾਈਜ਼ ਕਰ ਜਾਂਦੇ ਹੋ। ਅੱਗੇ ਬੜਾ ਇੰਟਰਸਟਿੰਗ ਕੁਐਸਚਨ ਹੈ ਜੀ, ਪੁੱਛਦੇ ਨੇ ਵੀ ਤੁਸੀਂ ਜਿਹੜੀ ਬ੍ਰੌਡ ਸਟੱਡੀਜ਼ ਤੇ ਫੋਕਸ ਕੀਤਾ ਸਾਰਾ, ਤੇ ਜਿਹੜਾ ਕੋਈ ਪੰਜਾਬ ਨੂੰ ਪਿਆਰ ਕਰਦਾ, ਪੰਜਾਬ 'ਚ ਹੀ ਰਹਿਣਾ ਚਾਹੁੰਦਾ, ਉਹਦੇ ਲਈ ਕੀ ਹੈ? ਉਹਨਾਂ ਨੇ ਸ਼ਾਇਦ ਵੈਬਸਾਈਟ ਸਮਝੀ ਨਹੀਂ ਪੂਰੀ। ਹਾਂਜੀ, ਬਹੁਤ ਅੱਛਾ ਕੁਐਸਚਨ ਪੁੱਛਿਆ। ਸਿਰਫ ਮੇਰਾ ਫੋਕਸ ਇਹ ਨਹੀਂ ਸੀ ਕਿ ਮੈਂ ਸਿਰਫ ਤੁਹਾਨੂੰ ਜਿਹੜੇ ਅਬਰੋਡ ਕਾਲਜਸ ਜਾਂ ਇੰਟਰਨੈਸ਼ਨਲ ਜਿਹੜਾ ਹੈ ਉਹ ਇੱਕ ਪਲੇਟਫਾਰਮ ਦੇਵਾਂ, ਰਾਦਰ ਤੁਸੀਂ ਮੇਰੀ ਵੈਬਸਾਈਟ ਤੇ ਇੱਕ ਇੰਡੀਆ ਵਾਲਾ ਆਪਸ਼ਨ ਵੀ ਹੈ। ਇੰਡੀਆ ਦੇ ਵਿੱਚ ਤੁਸੀਂ ਅਗਰ ਸਾਈਟ ਤੇ ਫਿਲਟਰ ਕਰੋਗੇ, ਟਾਈਮ ਥੋੜਾ ਨਹੀਂ ਤੇ ਮੈਂ ਤੁਹਾਨੂੰ ਫਿਲਟਰ ਕਰਕੇ ਦਿਖਾ ਦਿੰਦੀ, ਤੇ ਉੱਥੇ ਅਕੋਰਡਿੰਗ ਟੂ ਸਟੇਟ ਯੂ ਵਿਲ ਫਾਈਂਡ ਆਊਟ ਦਾ ਕੋਰਸਸ ਐਂਡ ਦਾ ਕਾਲਜਸ। ਏਦਾਂ ਕੁਛ ਨਹੀਂ ਕਿ ਮੈਂ ਆਪਣੇ ਜਿਹੜੇ ਪੰਜਾਬ ਦੇ ਬੱਚੇ ਨੇ ਉਹਨਾਂ ਨਾਲ ਕੋਈ ਬਾਇਸਡ ਕੀਤਾ ਹੈ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜ਼ਿਆਦਾ ਜਿਹੜਾ ਉਹ ਪ੍ਰੈਫਰ ਕਰ ਰਹੀ ਹਾਂ। everyone is equal for a career counselor, ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਨੂੰ ਹੀ ਮਤਲਬ, ਔਰ ਪੰਜਾਬ ਤੇ ਖੈਰ ਮੈਂ ਪੰਜਾਬ ਤੋਂ ਹੀ ਹਾਂ ਤੇ ਮੈਨੂੰ ਬਹੁਤ ਪਿਆਰ ਹੈ ਪੰਜਾਬ ਨਾਲ, ਤੇ ਕੋਈ ਵੀ ਐਸੀ ਚੀਜ਼ ਨਹੀਂ ਹੈ। ਜਦੋਂ ਤੁਸੀਂ ਐਕਸਪਲੋਰ ਕਰੋਗੇ ਤੇ you could find out ਇੰਡੀਆ ਦੇ ਵਿੱਚ ਪੰਜਾਬ ਜਾ ਕੇ you will find many colleges and courses over there, that is all on the website। ਠੀਕ ਹੈ। ਬੱਚੇ ਦਾ ਕੁਐਸਚਨ ਹੈ, when there are multiple areas of interest, how to decide the ideal one? ਬੇਟਾ ਤੁਹਾਡੇ ਵਾਸਤੇ ਜਿਹੜਾ ਕੋਰਸ ਹੈ that is liberal arts ਹੀ ਤੁਸੀਂ ਐਕਸਪਲੋਰ ਕਰੋਗੇ। ਨੈਕਸਟ ਕੁਐਸਚਨ ਹੈ ਜੀ, ਨੈਕਸਟ ਕੁਐਸਚਨ। ਹਾਂਜੀ, when there are multiple areas of interest, how to decide the ideal one?
accordingly, like ideal ਤੁਸੀਂ decide ਕਰਨਾ ਹੈ, ideal career test is there that you could pick up, ਤੇ ਤੁਹਾਨੂੰ 3 ਜਿਹੜੇ main ਆਪਣਾ ਜਿਹੜਾ priorities ਨੇ ਉਹ ਨਜ਼ਰ ਆ ਜਾਣਗੀਆਂ ਕਿ ਤੁਹਾਡੇ ਵਾਸਤੇ the best ਕਿਹੜੇ ਨੇ, and accordingly we can just calculate out ਕਿ which one is the best for you. ठीक है जी, क्या क्वेश्चन है बच्चे दा कि हाउ टू डिसाइड इफ आई शुड वर्क इन जॉब और स्टार्ट स्मॉल बिजनेस? Well, what I've suggested to you, first start with the job, because job shadowing is also very important, and when you learn and get experienced out of that job, then it is the ideal time that you could invest money and can become an entrepreneur. To become an entrepreneur is the easiest thing that a person can have, but to get a success as an entrepreneur is the toughest thing on the earth. So before entering into being an entrepreneur into a business, what I suggest that you should go with internships, you should go with job shadowing, you should go with some of the jobs related to your areas, so that when you are into the business, when you become an entrepreneur, you are very sure that what you are aspiring, how to market, how to make yourself visualize, and you could get success over there. ਬੱਚੇ ਦਾ ਕੁਐਸਚਨ ਹੈ ਜੀ, ਸਾਨੂੰ BCA ਅਬਰੋਡ ਕਰਨੀ ਚਾਹੀਦੀ ਹੈ ਜਾਂ ਇੰਡੀਆ 'ਚ, ਤੇ MCA ਬਾਰੇ ਵੀ ਦੱਸੋ। देखिए ਜਿਹੜੀ ਡਿਗਰੀ ਹੈ abroad, if I am very much clear ਕਿ ਜਿਹੜਾ to do degree abroad, it requires huge amount of money. If your pocket allows you, do go for it, क्योंकि स्पेशलाइजेशन ਤੁਹਾਨੂੰ ਉੱਥੋਂ ਮਿਲ ਜਾਏਗੀ, ਬਟ ਉਹਦੇ ਵਿੱਚ ਜੋ ਗੈਪ ਹੈ, if the agent is like giving you some other courses, usually students ਕੀ ਕਰਦੇ ਨੇ ਕਿ ਜਿਨ੍ਹਾਂ ਨੇ abroad ਜਾਣਾ ਹੈ, ਕਿਉਂਕਿ ਉਹਨਾਂ ਦਾ ਇੱਕ ਪੈਸ਼ਨ ਹੈ ਕਿ abroad ਵਿੱਚ ਹੀ ਸੈਟਲ ਹੋਣਾ ਹੈ, ਤੇ ਕੋਈ ਵੀ ਕੋਰਸ ਆਪਟ ਕਰ ਲੈਂਦੇ ਨੇ, ਫਿਰ ਉਹ BCA ਉਹਨਾਂ ਦੀ ਪ੍ਰੈਫਰੈਂਸ ਨਹੀਂ ਰਹਿ ਜਾਂਦੀ। ਬਟ if you want ਕਿ ਹਾਂ BCA ਹੀ ਕਰਨੀ ਹੈ, ਤੇ preferably you stick to the course and find the college accordingly. मैं ਤੁਹਾਨੂੰ tool ਦੇ ਹੀ ਦਿੱਤਾ ਹੈ, ਔਰ ਉਹਦੇ ਜਿਹੜੇ admission ਦੇ ਲਈ correspondence ਹੈ, I could help you out। ਤੇ ਦੂਜੀ ਗੱਲ ਕਿ ਅਗਰ MCA BCA ਤੋਂ ਬਾਅਦ obviously if you are aspiring for MCA, then it is very technical course ਜਿਹੜਾ ਤੁਹਾਨੂੰ computer applications ਦੇ ਵਿੱਚ ਬਹੁਤ ਇੱਕ widen ਜਿਹੜਾ horizon ਹੈ ਜਿਹੜਾ ਤੁਸੀਂ explore ਕਰ ਸਕਦੇ ਹੋ। if you go with ਕਿ computer IT ਦੇ ਹੀ basically ਅੱਜ ਜਿਹੜਾ trend ਹੈ that is towards computer and IT, ਤੇ ਉਹ BCA ਔਰ MCA ਤੁਹਾਨੂੰ ਇੱਕ edge ਦੇ ਸਕਦਾ ਹੈ that you could find out the technical content to be the part of your life। ਜੀ ਤੇ ਚਲੋ ਇੱਕ ਲਾਸਟ ਕੁਐਸਚਨ ਆਪਾਂ ਲੈਣੇ ਆ, ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਤੇ ਕੁਐਸਚਨਸ ਬਹੁਤ ਸਾਰੇ ਜੇ ਪੈਂਡਿੰਗ ਨੇ, ਮਾਫੀ ਚਾਹਾਂਗਾ ਸਾਰਿਆਂ ਦੇ ਆਪਾਂ ਆਨਸਰ ਨਹੀਂ ਕਰ ਸਕਦੇ, ਤੇ ਇੱਕ ਲਾਸਟ ਕੁਐਸਚਨ ਆਪਾਂ ਲੈਣੇ ਆ। ਬੜੇ ਸਾਰੇ ਕੁਐਸਚਨ ਨੇ ਤੇ ਮੈਂ ਸੋਚਦਾ ਸ਼ਾਇਦ ਸਾਰਿਆਂ ਨੂੰ ਮਿਲ ਜਾਏਗਾ। ਇੱਕ ਬੱਚੇ ਦਾ ਕੁਐਸਚਨ ਸੀ +2 ਚ ਦੇ ਕੋਲ ਨੋਨ ਮੈਡੀਕਲ ਹੈ, ਪਰ ਉਹ ਕਨਫਿਊਜ਼ ਹੈ ਕਿ ਵੀ ਮੈਂ ਹੁਣ ਕਿਹੜਾ ਕੋਰਸ ਲਵਾਂ, ਇੰਟਰਸਟ ਉਹਦਾ ਮੈਥ ਵਿੱਚ ਹੈ, ਤੇ ਇਦਾਂ ਕੁਐਸਚਨ ਸੀ, ਮੈਂ ਕੁਐਸਚਨ ਵੀ ਅੱਗੇ ਪਿੱਛੇ ਹੋ ਗਿਆ, ਤੇ ਇਹਦੇ ਬਾਰੇ ਦੱਸ ਦਿਓ ਥੋੜਾ ਜਿਹਾ, ਬੱਚਿਆਂ ਦਾ ਮਤਲਬ ਕਲੀਅਰਿਟੀ ਕਰ ਦਿਓ ਕਿ ਵੀ ਕਿੱਦਾਂ ਉਹ ਟੈਸਟ ਦੇ ਰਾਹੀਂ ਉਹ ਗੱਲ ਕਰ ਸਕਦੇ ਨੇ। ਜੇ ਅਗਰ ਤੁਸੀਂ ਕਿਸੇ ਚੀਜ਼ ਦੇ ਵਿੱਚ ਵੀ ਕਨਫਿਊਜ਼ਡ ਹੋ ਜਾਂ ਤੁਹਾਡੇ ਮਨ 'ਚ ਕੋਈ ਵੀ ਡਾਇਲੇਮਾ ਹੈ, ਤੇ ਵਾਟ ਆਈ ਸੁਜੈਸਟ 3 ਚੀਜ਼ਾਂ ਬਹੁਤ ਕਲੀਅਰ ਨੇ। ਟੂਲਸ ਆਰ ਅਵੇਲੇਬਲ ਵਿਦ ਯੂ, virtual internship are available with you, ਤੇ ਕੋਈ ਵੀ ਮਤਲਬ ਟੂਲਸ ਜਿਹੜਾ ਤੁਸੀਂ ਅਗਰ ਤੁਸੀਂ you want to go with non medical and you are like confused ਕਿ ਮੈਥਸ ਤਾਂ ਚਾਹੀਦਾ ਹੈ ਬਟ non medical as such ਨਹੀਂ, ਮਤਲਬ I cannot clear up IIT ਜਾਂ ਮੈਂ JEE ਨੂੰ crack ਨਹੀਂ ਕਰ ਪਾਵਾਂਗਾ, ਤੇ basically ਕੋਈ ਡਰਨ ਵਾਲੀ ਗੱਲ ਨਹੀਂ, ਕੋਈ ਘਬਰਾਉਣ ਵਾਲੀ ਗੱਲ ਨਹੀਂ। besides like having ਅਗਰ ਮੈਂ ਗੱਲ ਕਰਾਂ non med ਦੀ, there are number of options that are available for a non medical student। you can go with architecture, you can go with many other things, ਜਿਵੇਂ ਤੁਹਾਨੂੰ ਆਰਟਸ ਪਸੰਦ ਹੈ, ਮੈਥਸ ਪਸੰਦ ਹੈ, ਆਰਕੀਟੈਕਚਰ ਇਜ਼ ਵਨ ਫੀਲਡ ਫॉर ਯੂ, ਔਰ ਜਾਂ ਫਿਰ ਤੁਸੀਂ ਆਪਣੇ ਆਪ ਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਵਿੱਚ ਐਕਸਪਲੋਰ ਕਰ ਸਕਦੇ ਹੋ that are there with the non medical options। but what I suggested to you ਕਿ ਜਿਹੜਾ ਆਈਡੀਅਲ ਕਰੀਅਰ ਹੈ, ਸਟਰੀਮ ਤੁਹਾਡੀ ਆਲਰੇਡੀ ਸਿਲੈਕਟਡ ਹੈ, ਆਈਡੀਅਲ ਕਰੀਅਰ ਹੈ that is there, that could work out for you, ਜਾਂ ਫਿਰ ਵਰਚੁਅਲ ਇੰਟਰਨਸ਼ਿਪ ਪ੍ਰੋਗਰਾਮ ਹੈ, ਇਹ ਜਿਹੜਾ ਤੁਹਾਨੂੰ ਇੱਕ ਐਜ ਦੇ ਦੇਗਾ ਕਿ you could see yourself ਕਿ ਤੁਸੀਂ ਕਿਸ ਤਰ੍ਹਾਂ ਦੇ ਜਿਹੜਾ ਕਰੀਅਰ ਨੂੰ ਐਕਸਪਲੋਰ ਕਰਨ ਜਾ ਰਹੇ ਹੋ, ਉਹਦੇ ਤੁਹਾਡੀ ਲਾਈਫ ਕੀ ਹੋਏਗੀ, ਤੇ ਪ੍ਰੀ ਹੈਂਡਡਲੀ ਅਗਰ ਤੁਹਾਨੂੰ ਇਹ ਪਤਾ ਚੱਲ ਜਾਏ ਕਿ ਤੁਹਾਡੀ ਲਾਈਫ ਇਹੋ ਜਿਹੀ ਹੋਏਗੀ, it suits me, then go for it। और अगर नहीं सूट करती तो बहुत सारे 18 options ने, कोई भी चूज करो and you could like find yourself कि ਤੁਹਾਡੇ ਵਾਸਤੇ best ਕਿਹੜਾ ਹੈ and you could explore yourself। ਤੇ what I suggest कि ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਾਇਲੇਮਾ ਹੈ, then these tests are designed for you, then you go for the test and I can further counsel you कि what is the thing that is there for you। ਬਸ ਜੀ ਪ੍ਰਬੰਧਕਾਂ ਵੱਲੋਂ ਵੀ ਜਿਹੜਾ ਹੈ ਹੋ ਰਿਹਾ ਕਿ ਅਸੀਂ ਸਾਡਾ ਜਿਹੜਾ ਹੈ ਸਮਾਂ ਤਕਰੀਬਨ 15 ਮਿੰਟ ਜਿਹੜਾ ਹੈ ਉੱਪਰ ਹੋ ਚੁੱਕਾ ਹੈ।
ਆਪਾਂ ਮੈਸੇਜ ਵਿਚਕਾਰ ਜਿਹੜਾ ਹੈ ਆਪਣਾ ਮੋਬਾਈਲ ਨੰਬਰ ਤੇ ਈਮੇਲ ਪਾਤੀ ਹੈ। ਜਿਸ ਕਿਸੇ ਨੂੰ ਵੀ ਜਿਹੜਾ ਹੈ ਕੋਈ ਪ੍ਰੋਬਲਮ ਹੋਵੇ ਜਾਂ ਕੁਐਸਚਨ ਅਸੀਂ ਰਹਿ ਗਏ ਆ, ਉਹ ਸਾਨੂੰ ਈਮੇਲ ਰਾਹੀਂ ਜਾਂ ਫੋਨ ਦੇ ਰਾਹੀਂ ਪੁੱਛ ਸਕਦਾ ਹੈ। ਕਿਉਂਕਿ ਸਮਾਂ ਜ਼ਿਆਦਾ ਹੋ ਗਿਆ, ਇਸ ਕਰਕੇ ਸਾਰਿਆਂ ਦੇ ਸਵਾਲਾਂ ਦੇ ਆਪਾਂ ਜਵਾਬ ਨਹੀਂ ਦੇ ਸਕਦੇ। ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਜੀ। ਪਰ ਜੇ ਸਾਨੂੰ ਮੈਸੇਜ ਕਰ ਦਿਓ ਜਾਂ ਮੇਲ ਕਰ ਦਿਓ, ਆਪਾਂ ਜ਼ਰੂਰ ਜਿਹੜਾ ਹੈ ਉਹਨਾਂ ਦਾ ਜਵਾਬ ਦੇਵਾਂਗੇ। ਤੇ ਮੈਨੂੰ ਬੜੀ ਖੁਸ਼ੀ ਹੈ, ਧੰਨਵਾਦ ਕਰਦਾ ਖਾਸ ਕਰਕੇ ਤਾਂ ਹਰਮਿੰਦਰ ਸਿੰਘ ਜਿਹੜਾ ਹੈ ਜਿਨ੍ਹਾਂ ਨੇ ਜਿਹੜਾ ਸਾਰਾ ਉਪਰਾਲਾ ਕੀਤਾ। ਉਹ ਕਹਿੰਦੇ ਨੰਬਰ ਦੱਸ ਦਿਓ, ਨੰਬਰ ਹੈ 9996011010 9996011010 ਤੇ ਜਿਹੜੀ ਸਾਡੀ ਈਮੇਲ ਆਈਡੀ ਹੈ mpkp.ynr@gmail.com mpkp.ynr@gmail.com। ਜੇ ਤੁਸੀਂ ਇੱਥੇ ਕਰੋਗੇ ਤੇ ਆਪਾਂ ਕਰ ਦੇਵਾਂਗੇ। ਇੱਕ ਵਾਰ ਫਿਰ ਮੈਂ ਸਾਰੇ ਸਟੱਡੀ ਸਰਕਲ ਦੇ ਸਮੂਹ ਪਰਿਵਾਰ ਦਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਤੇ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਿਹੜਾ ਹੈ ਪਲੇਟਫਾਰਮ ਦਿੱਤਾ ਤਾਂ ਕਿ ਆਪਾਂ ਬੱਚਿਆਂ ਨਾਲ ਜਿਹੜਾ ਹੈ ਵਿਚਾਰ ਸਾਂਝੇ ਕਰ ਚੁੱਕੇ। ਤੇ ਅੱਜ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਚੀਜ਼ ਹੈ ਕਰੀਅਰ ਕਾਉਂਸਲਿੰਗ ਜਾਂ ਕਰੀਅਰ। ਹਰ ਬੱਚੇ ਲਈ ਜਿਹੜਾ ਹੈ ਉਹ ਕਰੀਅਰ ਸਭ ਤੋਂ ਇੰਪੋਰਟੈਂਟ ਹੈ। ਤੇ ਇਹਨੂੰ ਜਿਹੜਾ ਹੈ ਪਰ ਆਪਾਂ ਚੂਜ਼ ਜਿਹੜਾ ਕਰਨ ਵੇਲੇ ਆਪਾਂ ਧਿਆਨ ਨਹੀਂ ਦਿੰਦੇ ਜਾਂ ਕੁਝ ਮਿਹਨਤ ਕਰਨ ਤੋਂ ਜਾਂ ਕੁਝ ਪੈਸੇ ਖਰਚਣ ਤੋਂ ਆਪਾਂ ਗੁਰੇਜ਼ ਕਰ ਜਾਂਦੇ ਹਾਂ। ਪਰ ਜੇ ਇਸ ਮੌਕੇ ਤੇ ਜੇ ਆਪਾਂ ਥੋੜੀ ਜੀ ਸਤਰਕਤਾ ਕਹਿੰਦੇ ਨੇ ਜਿਹਨੂੰ, ਆਪਾਂ ਕੌਸ਼ੀਅਸ ਹੋ ਜਾਈਏ ਤੇ ਚੂਜ਼ ਕਰ ਲਈਏ ਤੇ ਬੱਚਿਆਂ ਸਾਡਿਆਂ ਦੀ ਲਾਈਫ ਜਿਹੜੀ ਹੈ ਉਹ ਜਿਹੜੀ ਹੈ ਟੋਟਲੀ ਚੇਂਜ ਹੋ ਸਕਦੀ ਹੈ। ਇਟ ਕੈਨ ਬੀ ਵੰਡਰਫੁਲ। ਮੈਂ ਧੰਨਵਾਦ ਕਰਦਾ ਹਾਂ ਗੁਰਮੀਤ ਕੌਰ ਜੀ ਦਾ, ਕਰੀਅਰ ਸਾਈਕੋਲੋਜਿਸਟ, ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਜਿਹੜਾ ਹੈ ਸਾਰੇ ਵਿਚਾਰ ਜਿਹੜੇ ਸ਼ੇਅਰ ਕੀਤੇ ਨੇ। ਤੇ ਇਹ ਜਿਹੜੇ ਬੜੇ ਸਾਰੇ ਕੁਐਸਚਨ ਅਜੇ ਵੀ ਆ ਰਹੇ ਨੇ, ਮੈਂ ਫਿਰ ਮਾਫੀ ਚਾਹੁੰਦੇ ਹਾਂ। ਇੱਕ ਵਾਰ ਫਿਰ ਜਿਹੜਾ ਸਾਰਿਆਂ ਦਾ ਧੰਨਵਾਦ। ਈਮੇਲ ਤੇ ਜਿਹੜਾ ਹੈ ਉਹ ਰਾਹੀਂ ਤੇ ਅਸੀਂ ਕਰ ਦਾਂਗੇ। ਬੱਚੇ ਵੈਬਸਾਈਟ ਪੁੱਛ ਰਹੇ ਨੇ ਤੇ ਵੈਬਸਾਈਟ ਹੈ careermpkp.com www.careermpkp.com। ਜੇ ਅਸੀਂ ਗੂਗਲ ਤੇ ਜਾ ਕੇ ਮੰਮੀ ਪਾਪਾ ਕੀ ਪਾਠਸ਼ਾਲਾ ਵੀ ਸਰਚ ਕਰੋਗੇ ਤੇ ਤੁਹਾਨੂੰ ਆਟੋਮੈਟਿਕਲੀ ਵੈਬਸਾਈਟ ਮਿਲ ਜਾਏਗੀ, ਮੰਮੀ ਪਾਪਾ ਕੀ ਪਾਠਸ਼ਾਲਾ। ਠੀਕ ਹੈ ਜੀ। ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਕਿਤੇ ਨਾ ਕਿਤੇ ਮੈਂ ਤੁਹਾਡੇ ਕੁਐਸਚਨਸ ਦੇ ਆਨਸਰ ਕਰ ਪਾਈ ਹਾਂ ਜਾਂ ਜੋ ਤੁਹਾਡੇ ਮਨ 'ਚ ਡਾਊਟ ਸੀ ਉਹਨੂੰ ਕਲੀਅਰ ਕਰ ਪਾਈ ਹਾਂ। ਤੇ ਅਗਰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਹੈਲਪ ਦੀ ਜ਼ਰੂਰਤ ਹੋਏ ਤੇ ਤੁਸੀਂ ਯੂ ਕੁਡ ਆਲਵੇਜ਼ ਫ੍ਰੀ ਫੀਲ ਟੂ ਕਾਲ ਮੀ ਅਪ ਔਰ ਟੂ ਮੈਸੇਜ ਮੀ ਅਪ। ਸੋ ਥੈਂਕ ਯੂ ਆਲ, ਥੈਂਕ ਯੂ। ਮੈਂ ਬਹੁਤ ਧੰਨਵਾਦ ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ, ਜਿਨ੍ਹਾਂ ਨੇ ਇਹ ਪਲੇਟਫਾਰਮ ਦਿੱਤਾ ਤੇ ਅੱਜ ਇੰਨਾ ਵੱਡਾ ਮੌਕਾ ਜਿਹੜਾ ਉਹ ਮੈਨੂੰ ਦਿੱਤਾ, ਇਸ ਲਾਇਕ ਸਮਝਿਆ ਕਿ ਮੈਂ ਤੁਹਾਡੇ ਨਾਲ ਆ ਕੇ ਗੱਲ ਕਰ ਸਕਾਂ। ਸਾਰਿਆਂ ਦਾ ਤਹਿ ਦਿਲੋਂ ਤੋਂ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।